बारह माहा मांझ महला पंजमा कर चौथा एक ओंकार सतगुर प्रसाद। फल गुण आनंद उपार्जना हर सज्जन प्रगटे आए। संत सहाई राम के कर कृपा दिया मिलाए। नानक नाम चढ़दी कला तेरे पाणी सरबत दा भला। सानू महाराज जी दा अज दा ये फरमान अज पूर्णिमा है और पुन्निया वो पुन्निया जड़ी भगत रविदास जी जयंती। रविदास महाराज दी अज उन्हां दा जन्म होया। ओदी तुहानू सारियां नू बहुत सारी बधाई होवे। कुछ ऐसे शुभ दिन हुंदे ने, कई शुभ दिन ने जिन्हां दे अंदर सानू रब ने बदोबदी, जिद्दां अज आपां रविदास जी की गल करिए कि कौन सी रविदास जी महाराज जी, ते पूरे हिंदुस्तान दे विच पता है, पूरी दुनिया दे विच रविदास जी महाराज दा नाम सारी दुनिया जानती। कौन ने? एक ऐसे महापुरख ने जिन्हां ने दुनिया नू रब नाल जोड़िया। बहुत जन्म बिछड़े थे माधो, यह जन्म तुम्हारे लेखे। बहुत जन्म बिछड़े थे माधो, बड़ा चिर बीत गया, दर्शन कीते। साची प्रीत हम तुम स्यों जोड़ी, तुम स्यों जोर आवर संग तोड़ी। ये भी रविदास जी महाराज की बाणी है। हुण संगरांद दा दिहाड़ा है जिहड़ा असी अज दे दिहाड़े ते मना रहे हैं, रविदास जी महाराज की जयंती ते ही। ते दिहाड़ा है फग्गन दा। ये महीना खुशियां वाला चढ़े। आप जी दे जीवन च ये महीना खुशियां वाला चढ़े। खुशियां कदों आउंदियां ने, ये भी तुहानू सानू सोचना चाहिए। खुशी कहंदे किनू ने? वैसे तो इंसान अपने तन की खुशी वास्ते, शरीर की खुशी वास्ते सारा जोर ला के बैठा है कि शरीर मेरा, मेरे को पैसे होण, चंगे पैसे होण,
ਤੇ ਮੈਂ ਜੋ ਮਰਜ਼ੀ ਖਰੀਦਾਂ, ਜਿੱਥੇ ਮਰਜ਼ੀ ਮੈਂ ਜਾਵਾਂ, ਜੋ ਮਰਜ਼ੀ ਮੈਂ ਕਰਾਂ, ਤੇ ਮੈਨੂੰ ਕੋਈ ਪੁੱਛਣ ਗਿੱਛਣ ਵਾਲਾ ਨਾ ਹੋਵੇ, ਤੇ ਬਸ ਮੈਂ ਮੌਜਾਂ 'ਚ ਰਵਾਂ। ਤੇ ਮੈਂ ਬਸ ਅਸਲ ਵਿੱਚ ਇਹ ਸਾਰੇ ਅਸੀਂ ਇਹੋ ਹੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਕਿ ਬਸ ਸਾਨੂੰ ਕੋਈ ਪੁੱਛੇ ਨਾ, ਕੋਈ ਗਿੱਛੇ ਨਾ, ਸਾਨੂੰ ਕੋਈ ਗੱਲ ਹੀ ਨਾ ਹੋਵੇ, ਤੇ ਬਸ ਅਸੀਂ ਜਿੱਦਾਂ ਵੀ ਹੈ ਬਸ ਅਸੀਂ ਆਪਣਾ ਖੁਸ਼ ਹੋ ਕੇ ਆਪਣਾ ਜੀਵਨ ਬਤੀਤ ਕਰੀਏ। ਇਹ ਖੁਸ਼ੀ ਨਹੀਂ ਹੈ, ਇਹ ਦੁੱਖ ਹੈ। ਕਿਉਂਕਿ ਜਿੰਨਾ ਵੀ ਅਸੀਂ ਦੁਨੀਆ ਨੂੰ ਭੋਗਾਂਗੇ, ਦੁਨੀਆ ਇਕੱਠੀ ਕਰਾਂਗੇ, ਦੁਨੀਆ ਦੇ ਪਦਾਰਥ ਇਕੱਠੇ ਕਰਾਂਗੇ, ਦੁਨੀਆ ਦੀ ਸੋਚ ਇਕੱਠੀ ਕਰਾਂਗੇ, ਦੁਨੀਆ ਵੱਲ ਸੋਚਾਂਗੇ, ਇਹ ਵੀ ਮੇਰੇ ਕੋਲ ਹੋਵੇ, ਇਹ ਵੀ ਮੇਰੇ ਕੋਲ ਹੋਵੇ, ਇਹ ਵੀ ਮੇਰੇ ਕੋਲ ਆ ਜੇ, ਇਹ ਵੀ ਮੇਰੇ ਕੋਲ ਚੀਜ਼ ਹੋਵੇ, ਇਹ ਸਭ ਦੁੱਖ ਦਾ ਕਾਰਨ ਹੈ। ਇਹ ਕੋਈ ਸੁੱਖ ਨਹੀਂ ਹੈ। ਦੇਖ ਲਓ ਤੁਸੀਂ ਆਪ, ਇੱਥੇ ਕਿਹੜਾ ਕਿਹੜਾ ਬੰਦਾ ਖੁਸ਼ ਬੈਠਾ ਤਾ, ਜਿਹਦੇ ਮਨ 'ਚ ਉਦਾਸੀ ਨਹੀਂ ਹੈ। ਮੈਂ ਵੀ ਬੈਠਾ ਹੈ। ਸੱਚੀ ਮੁੱਚੀ ਬਾਹਾਂ ਖੜੀਆਂ ਕਰਦੇ ਹੋ ਕਿ ਝੂਠੀ ਮੁੱਠੀ ਹੈ? ਦੇਖੋ ਚਿਹਰਾ, ਜਿਹੜਾ ਸ਼ਕਲ ਹੈ ਨਾ, ਇਹ ਹਰ ਇੱਕ ਬੰਦੇ ਦੀ ਆਪਣੇ ਆਪ ਬੋਲ ਕੇ ਦੱਸ ਦਿੰਦੀ ਹੈ ਕਿ ਬਾਈ ਤੂੰ ਜੋ ਕਹਿ ਰਿਹਾ ਹੈ ਉਹ ਤੇਰੇ ਵਿੱਚ ਚੱਲ ਨਹੀਂ ਰਿਹਾ, ਜੋ ਚੱਲ ਰਿਹਾ ਹੈ ਉਹ ਤੂੰ ਦੱਸ ਨਹੀਂ ਰਿਹਾ। ਮੈਂ ਕੀ ਫਰਕ ਹੈ ਬੋਲਣ 'ਚ, ਸੋਚਣ 'ਚ, ਕਰਨ 'ਚ। ਪਰ ਇਦਾਂ ਤੇ ਨਹੀਂ ਨਾ ਕੋਈ ਗੱਲ ਹੈਗੀ। ਤੁਸੀਂ ਠੀਕ ਬਾਹਾਂ ਚੱਕੀਆਂ ਨੇ ਨਾ ਆਪਣੀਆਂ ਕਿ ਅਸੀਂ ਮਿਲ ਕੇ ਖੁਸ਼ ਹਾਂ। ਇੱਕ ਤੁਹਾਨੂੰ ਮੈਂ ਛੋਟੀ ਜਿਹੀ ਕਹਾਣੀ ਸੁਣਾਵਾਂਗਾ। ਇੱਕ ਵਾਰੀ ਦੀ ਗੱਲ ਹੈ, ਇੱਕ ਵਾਰ ਇੱਕ ਬੋੜ ਦਾ ਪੇੜ ਸੀ। ਬੋੜ ਦਾ ਪੇੜ ਹੁੰਦਾ ਬਰਗਦ, ਬੜਾ ਵੱਡਾ ਦਰਖਤ ਸੀ ਬੋੜ ਦਾ। ਔਰ ਉਹ ਬੋੜ ਦਾ ਦਰਖਤ ਐਡਾ ਵੱਡਾ ਸੀ, ਐਡਾ ਘਣਾ, ਐਡਾ ਵੱਡਾ, ਕਿਸੇ ਪਿੰਡ ਵਿੱਚ ਲੱਗਾ ਹੋਇਆ ਸੀ। ਔਰ ਉੱਥੇ ਦੀ ਧਾਰਨਾ ਸੀ ਉੱਥੇ ਪਿੰਡ ਦੇ ਅੰਦਰ ਕਿ ਉਹ ਬੋੜ ਦੇ ਦਰਖਤ ਤੋਂ ਜੋ ਤੁਸੀਂ ਮੰਗਦੇ ਸੀ ਉਹ ਤੁਹਾਨੂੰ ਮਿਲਦਾ ਸੀ। ਗੱਲ ਬਣੀ ਹੈ। ਉਹ ਦਰਖਤ ਇੱਛਾ ਪੂਰਤੀ ਦਾ ਦਰਖਤ ਸੀ, ਇੱਛਾ ਪੂਰੀਆਂ ਕਰਦਾ ਸੀ ਬੰਦਿਆਂ ਦੀਆਂ। ਜੋ ਵੀ ਥੱਲੇ ਮੰਗਦਾ ਸੀ, ਬੈਠਦਾ ਸੀ, ਸੋਚਦਾ ਸੀ, ਉਹੋ ਹੀ ਉਹਦਾ ਪੂਰਾ ਹੁੰਦਾ ਸੀ। ਇੱਕ ਵਾਰੀ ਉੱਥੋਂ ਇੱਕ ਲਾਲਾ ਜੀ ਨੰਗੇ, ਸੇਠ, ਸ਼ਾਹੂਕਾਰ, ਮੁਸਾਫਰ, ਜਦੋਂ ਨੰਗੇ ਆ ਉੱਥੇ ਉਹ ਬੈਠੇ ਵਿਸ਼ਰਾਮ ਕਰਨ ਵਾਸਤੇ, ਤੇ ਉਹਨਾਂ ਨੂੰ ਭੁੱਖ ਲੱਗੀ। ਰੋਟੀ ਮੁੱਕ ਗਈ ਸੀ, ਪਾਣੀ ਮੁੱਕ ਗਿਆ ਸੀ ਉਹਨਾਂ ਕੋਲੋਂ। ਹੁਣ ਉਹਨਾਂ ਨੂੰ ਭੁੱਖ ਲੱਗੀ, ਤੇ ਉਹ ਜਦੋਂ ਦਰਖਤ ਦੇ ਥੱਲੇ ਉਹਨਾਂ ਨੇ ਆਰਾਮ ਕਰਨ ਵਾਸਤੇ ਬੈਠੇ, ਤੇ ਉਹਨਾਂ ਨੇ ਵਿਚਾਰ ਕੀਤਾ, ਸੇਠ ਨੇ, ਕਿ ਕਿਤੇ ਮੈਨੂੰ ਰੋਟੀ ਮਿਲ ਜੇ, ਕਿਤੇ ਮੈਨੂੰ ਰੋਟੀ ਮਿਲ ਜੇ ਤੇ ਮਜ਼ਾ ਆ ਜਾਏ। ਤੇ ਅੱਜ ਮੈਨੂੰ ਭੁੱਖ ਲੱਗੀ ਹੋਈ ਹੈ, ਉਹ ਪਿੰਡ ਬੜਾ ਦੂਰ ਹੈ, ਥੱਕ ਗਿਆ ਮੈਂ, ਤੇ ਕੋਈ ਇਦਾਂ ਦਾ ਕੋਈ ਮੈਨੂੰ ਉਸ ਰੋਟੀ ਬਾਰੇ ਸੋਚ ਰਹੇ ਸਨ ਕਿ ਮੈਨੂੰ ਰੋਟੀ ਮਿਲ ਜੇ ਤੇ ਮਜ਼ਾ ਆ ਜਾਏ। ਉਹਨੂੰ ਨਹੀਂ ਪਤਾ ਕਿ ਇਹ ਪੇੜ ਇੱਛਾ ਪੂਰੀ ਕਰਦਾ। ਉੱਤੋਂ ਥਾਲੀ ਸੱਜ ਕੇ ਪੇੜ ਤੋਂ ਉਹਦੇ ਸਾਹਮਣੇ ਆ ਗਈ, ਤਰ੍ਹਾਂ ਤਰ੍ਹਾਂ ਦੇ ਸਬਜ਼ੀਆਂ, ਗਰਮ ਗਰਮ ਰੋਟੀ, ਸਭ ਕੁਝ ਉਹਦੇ ਅੱਗੇ। ਬੜਾ ਖੁਸ਼ ਹੈ, ਇਹ ਰੋਟੀ ਕਿੱਥੋਂ ਆ ਗਈ, ਇਹ ਸਬਜ਼ੀ ਕਿੱਥੋਂ ਆ ਗਈ, ਇਹ ਕਿੱਥੋਂ ਗੱਲ ਬਣ ਗਈ। ਉਹ ਸੋਚੀ ਪੈ ਗਿਆ। ਪਹਿਲਾਂ ਤਾਂ ਡਰੇ, ਰੋਟੀ ਨੂੰ ਹੱਥ ਲਾਉਂਦੇ ਆ, ਬਾਅਦ ਚੋਂ ਭੁੱਖ ਲੱਗੀ ਸੀ, ਹੱਥ ਲਾਇਆ ਕਿ ਗੱਲ ਤੇ ਰੋਟੀ ਤੇ ਭਾਈ ਅਸਲੀ ਦੀ ਹੈ। ਉਹਨੇ ਫਿਰ ਕੀ ਕੀਤਾ, ਭੱਜ ਕੇ ਰੋਟੀ ਤੋੜ ਕੇ
ਉਹਨੇ ਫਟਾਫਟ ਖਾ ਕੇ ਢਿੱਡ ਭਰਿਆ ਤੇ ਹੁਣ ਮਨ ਵਿੱਚ ਸੋਚਦਾ ਕਿ ਇਹ ਪਾਣੀ ਮਿਲ ਜੇ, ਪੀਣ ਨੂੰ ਕੁਝ ਮਿਲ ਜੇ, ਮਜ਼ਾ ਆ ਜੇ। ਉਹ ਸੱਚੀ ਮੁੱਚੀ ਉੱਤੋਂ ਗਲਾਸ ਆ ਗਏ ਪਾਣੀ ਦੇ, ਸ਼ਰਬਤ ਆ ਗਏ ਤਰ੍ਹਾਂ ਤਰ੍ਹਾਂ ਦੇ। ਗੱਲ ਬਣ ਗਈ, ਬੜਾ ਖੁਸ਼ ਕਿ ਹੈ ਮੈਂ ਸੋਚਿਆ ਕਿ ਪਾਣੀ ਮਿਲ ਜੇ ਤੇ ਪਾਣੀ ਮਿਲ ਗਿਆ, ਮੈਂ ਸੋਚਿਆ ਰੋਟੀ ਮਿਲ ਜੇ ਤੇ ਰੋਟੀ ਆ ਗਈ। ਉਸ ਵੇਲੇ ਪਾਣੀ ਪੀਤਾ, ਪਿਆਸ ਬੁੱਝੀ, ਮਨ ਸ਼ਾਂਤ ਹੋਇਆ, ਤ੍ਰਿਪਤ ਹੋਇਆ, ਚੁੱਪਚਾਪ ਅੱਖ ਬੰਦ ਕਰਕੇ ਤੇ ਕਹਿੰਦਾ, ਅੱਖ ਬੰਦ ਕਰਕੇ ਤੇ ਬੈਠਾ ਸੀ, ਮਨ ਵਿੱਚ ਇੱਕ ਉਲਟਾ ਖਿਆਲ ਆ ਗਿਆ, ਇਹ ਕਿਤੇ ਦਰਖਤ ਦੇ ਉੱਤੇ ਕਿਤੇ ਰਾਖਸ਼ ਤਾਂ ਨਹੀਂ ਬੈਠਾ ਦਾ, ਕਿਤੇ ਭੂਤ ਤਾਂ ਨਹੀਂ ਬੈਠਾ ਦਾ। ਮਨ ਵਿੱਚ ਖਿਆਲ ਆ ਗਿਆ ਕਿਤੇ ਰਾਖਸ਼ ਕਿਤੇ ਭੂਤ ਤਾਂ ਨਹੀਂ ਇੱਥੇ ਪਾਵੇ ਤੇ ਮੈਨੂੰ ਖਾਈ ਜਾਵੇ। ਸੱਚੀ ਮੁੱਚੀ ਉੱਤੋਂ ਰਾਖਸ਼ ਆ ਗਿਆ ਔਰ ਉਹਨੂੰ ਖਾ ਗਿਆ। ਹੁਣ ਇਹ ਕਹਾਣੀ ਦਾ ਮਤਲਬ ਸਮਝੋ ਕਿ ਮਤਲਬ ਕੀ ਹੈ। ਪੇੜ ਕੀ ਹੈ? ਇਦਾਂ ਦਾ ਪੇੜ ਹੁੰਦਾ ਨਹੀਂ ਹੈ। ਇਹ ਕਹਾਣੀਆਂ 'ਚ ਹੀ ਹੁੰਦੇ ਨੇ। ਇਹ ਪੇੜ ਹੈ ਨਹੀਂ ਅਸਲ ਵਿੱਚ। ਇਹ ਸਮਝਾਉਣ ਦਾ ਤਰੀਕਾ ਸੀ ਮਹਾਂਪੁਰਖਾਂ ਦਾ। ਪੇੜ ਕੀ ਹੈ? ਪੇੜ ਹੈ ਤੁਹਾਡਾ ਦਿਮਾਗ, ਤੁਹਾਡੀ ਸੋਚ। ਜਦੋਂ ਤੁਸੀਂ ਰੋਜ਼ ਸੋਚਦੇ ਹੋ, ਸਵੇਰੇ ਜਦੋਂ ਤੁਸੀਂ ਉੱਠਦੇ ਹੋ, ਤੁਸੀਂ ਰੋਜ਼ ਸੋਚਦੇ ਹੋ ਕਿ ਯਾਰ ਮੂਡ ਤੁਹਾਡਾ ਖਰਾਬ ਹੋ ਗਿਆ। ਮੰਨ ਲਓ ਸਵੇਰੇ ਉੱਠੇ, ਤੁਹਾਡਾ ਮੂਡ ਸੈੱਟ ਨਹੀਂ ਹੈ, ਠੀਕ ਨਹੀਂ ਹੈ, ਤੇ ਤੁਸੀਂ ਉੱਠੇ ਹੋ, ਉੱਠ ਕੇ ਤੇ ਤੁਸੀਂ ਬੈਠੇ ਹੋ ਤੇ ਉਦਾਸ ਹੋ, ਸੋਚਣ ਲੱਗੇ ਹੋ ਕਿ ਅੱਜ ਤੁਹਾਨੂੰ ਕੋਈ ਚੰਗਾ ਨਹੀਂ ਲੱਗ ਰਿਹਾ, ਕਿਤੇ ਬਾਹਰ ਜਾਣ ਦਾ ਦਿਲ ਨਹੀਂ ਕਰਦਾ, ਘਰ ਬੈਠਣ ਦਾ ਦਿਲ ਨਹੀਂ ਕਰਦਾ, ਤੇ ਤੁਹਾਡਾ ਦਿਲ ਕਰ ਰਿਹਾ, ਤੁਸੀਂ ਕਲਪ ਰਹੇ ਹੋ, ਅੰਦਰੋਂ ਮਨ ਕਲਪ ਰਿਹਾ, ਤੇ ਤੁਸੀਂ ਫਿਰ ਕੀ ਕਰ ਰਹੇ ਹੋ? ਸਵੇਰੇ ਉੱਠ ਕੇ ਆਪਣੇ ਅੰਦਰ ਸੋਚਦੇ ਹੋ ਕਿ ਯਾਰ ਇਹ ਕਿਵੇਂ ਹੋ ਗਿਆ, ਉਹ ਕਿੱਦਾਂ ਹੋ ਗਿਆ, ਹਿਸਾਬ ਲਾ ਰਹੇ ਹੋ, ਹਿਸਾਬ ਕਿਤਾਬ, ਤੇ ਫਿਰ ਕਲਪਦੇ ਹੋ, ਫਿਰ ਸੋਚਦੇ ਹੋ ਅੱਜ ਦਿਨ ਮੇਰਾ ਖਰਾਬ ਨਿਕਲਣਾ। ਸਾਰਾ ਦਿਨ ਤੁਹਾਡਾ ਖਰਾਬ ਨਿਕਲਦਾ ਜੋ ਤੁਸੀਂ ਸੋਚਦੇ ਹੋ ਯਾਰ ਕਿਤੇ ਮੇਰਾ ਐਕਸੀਡੈਂਟ ਤਾਂ ਨਹੀਂ ਹੋ ਜਾਏਗਾ ਅੱਜ, ਤੇ ਰਸਤੇ 'ਚ ਗੱਡੀ ਵੱਜ ਗਈ ਤੁਹਾਡੀ। ਸਵੇਰੇ ਸੋਚਿਆ ਤੇ ਹੋ ਗਿਆ ਕੰਮ। ਫਿਰ ਮਨ 'ਚ ਸੋਚਿਆ ਯਾਰ ਅੱਜ ਨਾ ਮੈਨੂੰ ਜਾਪਦਾ ਹੈ, ਅੱਜ ਨਾ ਇਹ ਦੁਕਾਨ ਤੇ ਪਤਾ ਨਹੀਂ ਗਾਹਕ ਨੇ ਆਉਣਾ ਹੈ ਕਿ ਨਹੀਂ ਆਉਣਾ, ਦੁਕਾਨ ਚੱਲਣੀ ਕਿ ਨਹੀਂ ਚੱਲਣੀ, ਔਰ ਸੱਚੀ ਮੁੱਚੀ ਦੁਕਾਨ ਨਹੀਂ ਚੱਲਦੀ ਜਿਸ ਦਿਨ ਤੁਸੀਂ ਸੋਚਦੇ ਹੋ। ਔਰ ਤੁਸੀਂ ਇੰਨੇ ਖੁਸ਼ ਹੋ ਰਹੇ ਹੋ, ਸ਼ਾਮੀ ਵੀ ਦਿਮਾਗ ਦੇ ਵਿੱਚ ਪਾ ਕੇ ਦੇਖਿਆ, ਮੈਨੂੰ ਸਵੇਰੇ ਸਵੇਰੇ ਖਿਆਲ ਆਇਆ ਔਰ ਪੂਰਾ ਹੋ ਗਿਆ, ਔਰ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਕੰਮ ਹੋਣਾ। ਨਹੀਂ, ਪਹਿਲੋਂ ਨਹੀਂ ਪਤਾ ਲੱਗਾ। ਐਕਚੁਅਲੀ ਵਿੱਚ ਜਿਹੜਾ ਪੇੜ ਹੈ, ਦਰਖਤ ਹੈ, ਉਹ ਹੈਗਾ ਤੁਹਾਡਾ ਇਹ ਸੋਚ। ਜੋ ਵੀ ਤੁਸੀਂ ਸੋਚਿਆ ਇਸ ਪੇੜ ਤੋਂ, ਤੁਹਾਨੂੰ ਉਹੀ ਮਨ ਦੀਆਂ ਮੁਰਾਦਾਂ ਤੁਹਾਡੀਆਂ ਪੂਰੀਆਂ ਹੁੰਦੀਆਂ ਗਈਆਂ ਸਾਰਾ ਦਿਨ। ਤੇ ਜੇ ਤੁਸੀਂ ਸਵੇਰੇ ਉੱਠ ਕੇ ਇਹ ਸੋਚ ਲੈਂਦੇ ਕਿ ਅੱਜ ਮੇਰਾ ਸਾਰਾ ਦਿਨ ਚੰਗਾ ਨਿਕਲੇਗਾ, ਤੇ ਸਾਰਾ ਦਿਨ ਚੰਗਾ ਨਿਕਲਣਾ ਸੀ। ਕਰਕੇ ਦੇਖ ਲੈਣਾ। ਸੋਚੋ ਕਿ ਤੁਹਾਨੂੰ ਕੋਈ ਰੋਗ ਨਹੀਂ, ਤੁਸੀਂ ਬਿਮਾਰ ਨਹੀਂ, ਠੀਕ ਹੋ। ਤੁਹਾਡੀ ਸੋਚ ਨੇ ਹੀ ਤੁਹਾਨੂੰ ਬੰਨ ਦਿੱਤਾ। ਇਹ ਸੋਚ ਹੈ ਜਿਹੜੀ ਉੱਠਦੇ ਸਾਰੀ ਬੁਰੇ ਖਿਆਲ, ਬੁਰੇ ਵਿਚਾਰ ਸੋਚਣ ਲੱਗ ਪੈਂਦੀ, ਔਰ ਉਹ ਹੀ ਹੋਣ ਲੱਗ ਪੈਂਦਾ। ਤੇ ਜੇ ਤੁਸੀਂ ਉਹ ਚੰਗੇ ਵਿਚਾਰ ਸੋਚਣ ਲੱਗ ਪਵੋ ਤੇ ਉਦਾਂ ਹੀ ਹੋਣਾ ਸ਼ੁਰੂ ਹੋ ਜਾਵੇ। ਕਰਕੇ ਵੇਖਿਓ। ਤੁਸੀਂ ਸੋਚਦੇ ਹੋ ਮੈਂ ਬਿਮਾਰ ਹਾਂ ਯਾਰ, ਮੈਨੂੰ ਰੋਗ ਹੋ ਗਿਆ, ਮੈਨੂੰ ਇਹ ਬਿਮਾਰੀ ਲੱਗ ਗਈ, ਮੈਨੂੰ ਉਹ ਬਿਮਾਰੀ ਲੱਗ ਗਈ, ਔਰ ਬਾਅਦ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਤੁਹਾਡੇ ਦਿਮਾਗ ਦੇ ਅੰਦਰ ਜੋ ਚੱਲਦਾ ਹੈ, ਤੁਹਾਡੀ ਇੱਛਾ ਪੂਰੀ ਹੋ ਰਹੀ ਹੈ। ਕਿਉਂਕਿ ਭਗਵਾਨ ਕੀ ਕਰਦੇ ਨੇ, ਉਹ ਤੁਹਾਡੀ ਸੋਚ ਨੂੰ ਪੜ੍ਹਦੇ ਨੇ। ਜਿਹੜੇ ਰੱਬ ਬੈਠਾ ਉੱਪਰ, ਉਹ ਤੁਹਾਡੀ ਸੋਚ ਨੂੰ ਪੜ੍ਹਦਾ। ਉਹ ਕਹਿੰਦਾ ਇਹ ਬੰਦਾ ਕੀ ਚਾਹੁੰਦਾ। ਤੁਸੀਂ ਚਾਹ ਰਹੇ ਹੋ ਮੈਨੂੰ ਬਿਮਾਰੀ ਮਿਲ ਜੇ, ਤੁਹਾਨੂੰ ਬਿਮਾਰੀ ਮਿਲ ਗਈ। ਤੁਸੀਂ ਚਾਹ ਰਹੇ ਹੋ ਮੇਰਾ ਐਕਸੀਡੈਂਟ ਤਾਂ ਨਹੀਂ ਹੋ ਜਾਏਗਾ, ਐਕਸੀਡੈਂਟ ਨੂੰ ਚਾਹ ਰਹੇ ਹੋ, ਤਦੇ ਹੀ ਐਕਸੀਡੈਂਟ ਬਾਰੇ ਸੋਚ ਰਹੇ ਹੋ, ਐਕਸੀਡੈਂਟ ਹੋ ਗਿਆ। ਤੁਸੀਂ ਸੋਚ ਰਹੇ ਹੋ ਗਾਹਕ ਨੇ ਆਉਣਾ ਹੀ ਨਹੀਂ, ਦੁਕਾਨ ਚੱਲਣੀ ਨਹੀਂ, ਘਰ 'ਚ ਗਰੀਬੀ ਹੈ, ਪਤਾ ਨਹੀਂ ਮੇਰੇ ਕੋਲ ਕੀ ਬਣੇਗਾ। ਜੋ ਤੁਸੀਂ ਇਸ ਵਿਚਾਰ ਨੂੰ ਸੋਚਣਾ ਗਾਹਕ ਨੇ ਨਹੀਂ ਆਉਣਾ, ਤੇ ਰੱਬ ਨੇ ਕਹਿਣਾ ਠੀਕ ਹੈ ਬਈ ਅੱਜ ਗਾਹਕ ਨਾ ਭੇਜੋ, ਕਿਉਂਕਿ ਬੰਦਾ ਸੋਚ ਰਿਹਾ ਗਾਹਕ ਤੇ ਆਉਣਾ ਹੀ ਨਹੀਂ। ਇਹ ਤੁਹਾਡੀ ਸੋਚ ਹੈ।
ਜਿਹੜੀ ਤੁਹਾਡੇ ਕੰਮ ਖਰਾਬ ਕਰਨ ਲਈ ਹੈ, ਤੇ ਤੁਸੀਂ ਆਪਣੀ ਸੋਚ ਨੂੰ ਠੀਕ ਕਰ ਲਓ। ਅੱਜ ਤੋਂ ਬਾਅਦ ਕੰਮ ਠੀਕ ਹੋਣੇ ਸ਼ੁਰੂ ਹੋ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਸੋਚ ਨੂੰ ਮਹਾਰਾਜ ਨੇ ਆਪਣੇ ਸ਼ਬਦਾਂ ਦੇ ਵਿੱਚ ਇਹ ਤਰੀਕੇ ਨਾਲ ਮਹਾਰਾਜ ਨੇ ਪੁਕਾਰਿਆ, ਦੇਹ ਸ਼ਿਵਾ ਵਰ ਮੋਹੇ ਇਹੋ ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਨਾ ਟਰੂ ਅਰਸੋਂ ਜਬ ਜਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਇਹ ਸ਼ਬਦ ਦਾ ਮਤਲਬ ਸਮਝਾਓ ਮੈਨੂੰ, ਕੀ ਮਤਲਬ ਹੈ? ਨਿਸ਼ਚੇ ਕਰ ਆਪਣੀ ਜੀਤ ਕਰੂੰ। ਮਹਾਰਾਜ ਜੀ ਕਹਿੰਦੇ ਨੇ ਮੈਂ ਸੋਚ ਲਿਆ ਕਿ ਮੇਰੀ ਜਿੱਤ ਹੋਵੇਗੀ, ਤਾਂ ਹੀ ਮੇਰੀ ਜਿੱਤ ਹੁੰਦੀ ਹੈ। ਜੇ ਤੁਸੀਂ ਪਹਿਲਾਂ ਸੋਚ ਲਓ ਮੇਰੀ ਹਾਰ ਹੋਣੀ ਹੈ, ਤੁਹਾਡੀ ਹਾਰ ਹੋਏਗੀ। ਜਦੋਂ ਮੈਦਾਨ ਵਿੱਚ ਖਿਡਾਰੀ ਖੇਡਣ ਵਾਸਤੇ ਜਾਂਦੇ ਨੇ, ਜਦੋਂ ਖੇਡਦੇ ਨੇ ਖਿਡਾਰੀ, ਤੁਸੀਂ ਉਹਨਾਂ ਕੋਲੋਂ ਪੁੱਛਿਆ ਕਰੋ ਅੱਜ ਜਲਦੀ ਕਿਉਂ ਆਊਟ ਹੋ ਗਏ। ਖਿਡਾਰੀ ਜਦੋਂ ਖੇਡਦੇ ਨੇ ਅੱਜ ਆਊਟ ਹੋ ਗਏ ਜੀ ਜਲਦੀ, ਉਹਨਾਂ ਕੋਲ ਪੁੱਛੋ ਕਿਉਂ ਡਰ ਗਏ। ਮਨ ਵਿੱਚ ਵਿਚਾਰ ਆ ਗਿਆ ਕਿ ਮੈਂ ਕਿਤੇ ਆਊਟ ਨਾ ਹੋ ਜਾ, ਡਰ ਪੈਦਾ ਹੋ ਗਿਆ। ਜਦੋਂ ਸੋਚਣਾ ਆਊਟ ਨਾ ਹੋ ਜਾ, ਉਦੋਂ ਹੀ ਆਊਟ ਹੋ ਜਾਣਾ। ਉਦੋਂ ਹੀ ਬਾਲ ਨੇ ਵਿਕਟਾਂ ਉਖਾੜ ਦਿੱਤੀਆਂ, ਉਦੋਂ ਹੀ ਹਾਕੀ 'ਚ ਬੰਦਾ ਪਲੇਅਰ ਕਾਮਯਾਬ ਨਹੀਂ ਹੋ ਪਾ ਰਿਹਾ। ਜਦੋਂ ਮਨ ਵਿੱਚ ਇਹ ਧਾਰ ਲਿਆ ਕਿ ਮੈਂ ਜਿੱਤਣਾ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਮਹਾਵਾਕ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਠਾਣ ਲਓ ਕਿ ਤੁਹਾਡੇ 'ਚ ਤਾਕਤ ਹੈ ਔਰ ਤੁਸੀਂ ਕੁਝ ਵੀ ਕਰ ਸਕਦੇ ਹੋ। ਇਹ ਸੋਚਣ ਦੇ ਨਾਲ ਹੀ ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਯਾਦ ਰੱਖਣਾ, ਸਿਰਫ ਸੋਚਣਾ ਹੈ। ਸਵੇਰੇ ਉੱਠ ਕੇ ਅੱਛਾ ਅੱਛਾ ਸੋਚਣਾ ਹੈ, ਅੱਛਾ ਅੱਛਾ ਕਿ ਮੈਂ ਅੱਜ ਮੇਰੇ ਨਾਲ ਅੱਜ ਸਾਰਾ ਦਿਨ ਮੇਰਾ ਅੱਛਾ ਨਿਕਲੇਗਾ, ਅੱਜ ਸਾਰਾ ਦਿਨ ਮੇਰਾ ਸੋਹਣਾ ਨਿਕਲੇਗਾ, ਕੋਈ ਪਰਵਾਹ ਹੀ ਨਹੀਂ ਕਿਸੇ ਗੱਲ ਦੀ। ਅੱਜ ਬਹੁਤ ਖੁਸ਼ੀਆਂ ਆਉਣ ਵਾਲੀਆਂ ਨੇ ਔਰ ਯਕੀਨ ਮੰਨਿਓ ਖੁਸ਼ੀਆਂ ਤੁਹਾਡੇ ਮਗਰ ਮਗਰ ਦੌੜਨਗੀਆਂ ਉਸ ਦਿਨ। ਤੂੰ ਯਾਦ ਰੱਖਣਾ, ਮਨ ਦੀਆਂ ਮੁਰਾਦਾਂ ਭਗਵਾਨ ਪੂਰੀਆਂ ਕਰਦਾ ਹੈ। ਮਨ ਦੀਆਂ ਮੁਰਾਦਾਂ, ਜੋ ਮਨ ਦੇ ਵਿੱਚ ਵਿਚਾਰ ਚੱਲ ਪਏ, ਬਸ ਉਸ ਨੂੰ ਹੀ ਰੱਬ ਨੇ ਪੂਰਾ ਕਰ ਦੇਣਾ। ਕਹਿਣਾ ਜਾ ਬੱਚਾ, ਤੇਰਾ ਸੋਚਿਆ ਪੂਰਾ ਹੋਵੇ ਔਰ ਤੁਸੀਂ ਸੋਚਿਆ ਆਪਣਾ ਬੁਰਾ, ਤੁਹਾਡਾ ਕੰਮ ਬੁਰਾ ਹੋਣਾ ਸ਼ੁਰੂ ਹੋ ਗਿਆ। ਬਸ ਇਹ ਚੀਜ਼ ਸਿੱਖ ਲਓ ਜੀਵਨ 'ਚ ਜੇ ਕਾਮਯਾਬ ਹੋਣਾ ਤੇ। ਸਵੇਰੇ ਉੱਠੋ, ਕਦੀ ਗਲਤ ਨਾ ਸੋਚੋ, ਕਦੀ ਨੈਗੇਟਿਵ ਨਹੀਂ ਸੋਚਣਾ। ਯਾਦ ਰੱਖਣਾ ਮੇਰੀ ਗੱਲ, ਇਹ ਤੁਹਾਨੂੰ ਅੱਜ ਮੈਂ ਪਤੇ ਦੀ ਗੱਲ ਸਮਝਾਤੀ ਜੇ। ਜਿਸ ਤਰੀਕੇ ਨਾਲ ਮੈਂ ਸੋਚਦਾ ਸਵੇਰੇ ਉੱਠ ਕੇ, ਜਦੋਂ ਮੈਂ ਸਵੇਰੇ ਉੱਠਦਾ, ਮੈਂ ਸਭ ਨਾਲੋਂ ਪਹਿਲਾਂ ਇੱਕ ਹੋਰ ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ। ਜੇ ਤੁਸੀਂ ਹੋਰ ਇੱਕ ਫਾਰਮੂਲਾ ਹੈ ਆਪਣਾ ਟੈਸਟ ਕਰਨ ਦਾ। ਸਵੇਰੇ ਉੱਠ ਕੇ ਆਪਣਾ ਨੱਕ ਵੇਖ ਲਿਆ ਕਰੋ, ਕਿਹੜਾ ਸਾਹ ਚੱਲਦਾ ਪਿਆ। ਅਗਰ ਇਹ ਵਾਲਾ ਸਾਹ ਠੀਕ ਚੱਲਦਾ ਪਿਆ, ਇਹ ਵਾਲਾ ਨੱਕ, ਖੱਬੇ ਪਾਸੇ ਵਾਲੀ ਨਾਸਿਕਾ ਜਿਹਨੂੰ ਚੰਦਰਮਾ ਕਹਿੰਦੇ ਨੇ, ਈੜਾ ਕਹਿੰਦੇ ਨੇ, ਅਗਰ ਉਹ ਠੀਕ ਚੱਲਦੀ ਪਈ ਹੈ, ਔਰ ਚੋ ਦੇਖੋ ਜਰਾ ਹੱਥ ਲਗਾ ਕੇ ਦੇਖੋ ਕਿਹੜੀ ਠੀਕ ਚੱਲਦੀ ਪਈ ਹੈ, ਕਿੱਥੇ ਆਰਾਮ ਦੇ ਨਾਲ ਸਾਹ ਆ ਰਿਹਾ, ਕਿਹੜੀ ਨੱਕ ਵਿੱਚੋਂ ਸਾਹ ਆ ਰਿਹਾ। ਤੂੰ ਦੱਸ ਮੈਨੂੰ ਕਿੱਥੋਂ ਆ ਰਿਹਾ ਜੀ? ਮੱਖਣ ਸਿੰਘ ਜੀ ਦੱਸਿਓ ਜਰਾ, ਕਿੱਥੋਂ ਆ ਰਿਹਾ? ਸੱਜੇ ਪਾਸਿਓਂ। ਅੱਜ ਤੇਰਾ ਮਨ ਕਲਪਿਆ ਹੋਇਆ। ਹੁਣ ਜਿਹੜਾ ਸੱਜੇ ਪਾਸਿਓਂ ਸਾਹ ਸੌਖਾ ਆਵੇਗਾ ਉਹ ਹੈ ਸੂਰਜ ਦੀ, ਸੂਰਜ ਗਰਮ ਸੁੱਟਦੀ ਹਵਾ। ਇਹ ਗਰਮ ਹਵਾ ਹੈ, ਇਹ ਠੰਡੀ ਹਵਾ ਹੈ। ਦੇਖ ਲੈਣਾ, ਹੱਥ ਲਾ ਕੇ ਦੇਖ ਲਓ। ਇੱਕ ਇਹ ਗਰਮ ਹੈ, ਇਹਨੇ ਗਰਮ ਹਵਾ ਸੁੱਟਣੀ ਹੈ ਨੱਕ ਨੇ। ਇਹ ਪਿੰਗਲਾ ਹੈ, ਇਹ ਸੂਰਜ ਹੈ, ਇੱਥੇ ਸੁਸ਼ਮਨੀ ਹੈ। ਜਦੋਂ ਤੁਹਾਡਾ ਸੂਰਜ ਖੁੱਲਾ ਹੈ, ਇਹ ਵਾਲਾ ਸੂਰਜ ਸੱਜਾ ਪਾਸਾ ਇਹ ਵਾਲਾ, ਤੇ ਤੁਹਾਡਾ ਮਨ ਕਲਪਿਆ ਹੋਏਗਾ ਸਵੇਰੇ ਸਵੇਰੇ। ਰਾਤ ਨੂੰ ਇਹ ਖੁੱਲਾ ਹੋਣਾ ਚਾਹੀਦਾ ਤਾਂ ਕਿ ਸਬਜ਼ੀ ਪਚ ਜਾਏ, ਰੋਟੀ ਪਚ ਜਾਏ ਸਹੀ ਤਰੀਕੇ ਨਾਲ। ਕਿਉਂਕਿ ਗਰਮੀ ਰਹੇਗੀ ਤੇ ਤੁਹਾਨੂੰ ਠੰਡ ਨਹੀਂ ਲੱਗੇਗੀ ਸਾਰੀ ਰਾਤ। ਤੇ ਕਰਵਟ ਬਦਲ ਕੇ ਇਸ ਪਾਸੇ ਜਦੋਂ ਬੰਦਾ ਪੈਂਦਾ,
ਨੱਕ ਇਹ ਖੁੱਲਾ ਹੋਣਾ ਚਾਹੀਦਾ। ਰਾਤ ਨੂੰ ਸੌਂ ਸਵੇਰੇ ਉੱਠੇ ਬੰਦਾ, ਉਹਦਾ ਇਹ ਖੁੱਲਾ ਹੋਣਾ ਚਾਹੀਦਾ। ਕਿਹੜਾ ਵਾਲਾ ਪਾਸਾ? ਖੱਬੇ ਵਾਲੇ ਪਾਸਾ। ਤੇ ਤੁਹਾਡਾ ਮਨ ਸ਼ਾਂਤ ਹੋਏਗਾ, ਕੋਈ ਕਲਪਨਾ ਨਹੀਂ। ਇਹ ਮੈਂ ਤੁਹਾਨੂੰ ਇੱਕ ਫਾਰਮੂਲਾ ਸਮਝਾ ਰਿਹਾ। ਉਹਦੇ ਵਾਸਤੇ ਹੀ ਆਖਦੇ ਨੇ ਕਿ ਫਿਰ ਕੀ ਕਰਨਾ ਜੇ ਖੁੱਲਾ ਤੇ ਬੰਦ ਹੈ, ਕਿੱਦਾਂ ਕਰਨਾ? ਜਿਹੜੇ ਮਹਾਂਪੁਰਖ ਹੁੰਦੇ ਸਵੇਰੇ ਸਵੇਰੇ, ਉਹ ਫਿਰ ਆਪਣਾ ਰੱਬ ਦੇ ਵਿੱਚ ਨਾਮ ਜਦੋਂ ਜਪਦੇ ਸੀ, ਉਹ ਇਸੇ ਕਾਰਨ ਜਪਦੇ ਨੇ ਸਵੇਰੇ ਉੱਠ ਕੇ ਕਿ ਸਾਡਾ ਜਿਹੜਾ ਸਰੀਰ ਹੈ ਉਹ ਬੈਲੈਂਸ ਹੋ ਜਾਏ, ਸਾਨੂੰ ਠੰਡ ਪੈ ਜਾਏ, ਸਾਡਾ ਦਿਨ ਸੋਹਣਾ ਨਿਕਲੇ। ਪ੍ਰੈਸ਼ਰ ਤੇ ਲੋਕਾਂ ਨੇ ਦੇਣਾ ਤੁਹਾਨੂੰ, ਕਿਤੇ ਨਾ ਕਿਤੇ ਦੁੱਖ ਦਾ ਸਮਾਚਾਰ ਤੁਹਾਨੂੰ ਮਿਲ ਜਾਣਾ। ਪਰ ਜੇ ਤੁਸੀਂ ਦੁੱਖ ਦੇ ਸਮਾਚਾਰ ਵਾਸਤੇ ਪਹਿਲਾਂ ਤੋਂ ਤਿਆਰ ਹੋ ਕਿ ਮੈਂ ਤਿਆਰ ਹਾਂ, ਤੇ ਫਿਰ ਤੁਹਾਨੂੰ ਦੁੱਖ ਤੰਗ ਨਹੀਂ ਕਰਦਾ। ਜਦੋਂ ਦੁੱਖ ਅਚਨਚੇਤ ਸੋਚ ਕੁਝ ਹੋ ਰਹੇ ਹੋ ਕੁਝ ਹੋਰ ਗਿਆ, ਫਿਰ ਤੁਸੀਂ ਦੁਖੀ ਹੋ ਜਾਣਾ, ਫਟਾਫਟ ਮਨ ਤੇ ਪਰੇਸ਼ਾਨੀ ਪੈ ਜਾਣੀ। ਇਹੋ ਹੀ ਚੀਜ਼ ਨੂੰ ਕਾਮਯਾਬ ਕਰਨ ਵਾਸਤੇ ਮਹਾਰਾਜ ਜੀ ਨੇ ਇੱਕ ਮੂਲ ਮੰਤਰ ਦਿੱਤਾ, ਇੱਕ ਸ਼ਬਦ ਦਿੱਤਾ, ਨਿਸਚੇ ਕਰ ਆਪਣੀ ਜੀਤ ਕਰੂੰ। ਇਹ ਐਲਾਨੀਆਂ ਅਰਦਾਸ ਬਣਾਤੀ, ਦੇ शिवा वर मोहे शुभ कर्मन ते कबहू ना टरू अरसों जब जाए लड़ू, निश्चय कर अपनी जीत करूं। अपने आप ਨੂੰ हर दुख तो, चाहे जिन्ना मर्जी दुख होवे, पर अपने आप ਨੂੰ दुखी मत होन दो। ओना ही अपने आप ਨੂੰ अंदरों ताकतवर बना लो। कोई परवाह नहीं, फिर की हो गया, दुख आ गया, ये तो आना ही है। मन में ये सोचना जो कोई दुख आ गया, कोई ये तो आना ही है, तो बर्दाश्त भी करना पैना। देखो गुरु नानक नूं आए ने, गुरु गोबिंद सिंह जी महाराज नूं दुख ही दुख आए ने, सारे गुरुआं नूं आए ने, भगतां नूं आए ने, कृष्ण महाराज नूं दुख आए ने, रामचंद्र जी नूं दुख आए ने, ते मैं किहड़ा आ, मैनूं भी तो दुख आउणे ही ने। इदां सोचना, उदों फिर हिम्मत वधदी है, ताकत वधदी है। फिर बंदे दे अंदर ताकत आती है कि नहीं यार, फिर की हो गया, की फर्क पै गया? कोई फर्क नहीं पैंदा। जदों भी तुहाडे अंदर ये ताकत आ जाएगी, दम दलेरी आ जाएगी, तुहाडा जीण दा तरीका ही बदल जाएगा। सर तुहाडी केवल सोच है जिहड़ी तुहानूं दुखी करदी है ते तुहाडे इमोशनस नाल खेडदी है। कदी रोण लग पैंदे हो, कदी हੱਸਣ लग पैंदे हो, कदी लड़न लग पैंदे हो, तो कदी शांत होकर बह जाते हो। तुहानूं कोई बुलावे भी, ओए उठ ओए चल चलिए, नहीं मेरा मन नहीं करता, क्योंकि तुसी शांत चुप करके कोने च बैठे हो। कदे डिप्रैशन चल जाते हो, कदी खुशी भी चल जाते हो। जिद्दां दा भी तुहाडे मन विच विचार चलते हैं, उदां उदां तुसी अपने आप नूं चली जा रहे हो। पर यह ठीक नहीं है। विचारां दे नाल मत जियो, अपना विचार अपने आप पैदा करो, तो अपने आप नूं खड़ा करो। अपने विचार खुद बनाओ, उन्हां विचारां ते खुद चल के वेखो कितनी ताकत आंदी जे। जिद्दां मैं चलदा, मैं अपने विचारां नूं कदी कमजोर नहीं बनन दिंदा। मैं सवेरे उठ के कहना, तरलोचन दास अज तेरा दिन बड़ा चंगा निकलना है, कोई कमी नहीं किसी चीज़ की। अज जिहड़ा भी तेरे कोल आवे वो खुशी खुशी वापस जावे, हर बंदे नूं खुश करके वापस भेजना। ये मैं सोचदा, तो मेरे को रोज़ लाइनां लगदियां लोकां दियां, और हर बंदे नूं मैं खुश करके भेजदा। कल भी 12 बजे तक संगत दे विच बैठा रहा, 12 बजे हर बंदे दी मैं सेवा करदा, हर बंदे नूं खुश करके भेजदा। क्यों? मन विच पहले ही धार लिया, जिहड़ा भी तेरे कोल आवेगा ओदी गल सुननी प्यार नाल, और उन्होंने खुश करके घर भेजना, उन्होंने दुखी नहीं करके भेजना। ये मन विच पक्का कर लिया, धार लिया। जो तुसीं धार लिया, जो मन विच पक्का कर लिया कि ये काम करना है, तो फिर तुहानूं कोई रोक नहीं सकता। फिर तुहाडा शरीर अपने आप तुहाडा साथ दिंदा, फिर तुहाडे अपने आप तुहाडे सारे काम अपने आप ठीक हुंदे ने। और जे तुसीं सवेरे उठ के सोच लिया कि तुहाडा दिन नहीं चंगा निकलना, हाय अज इदां हो जाना, हाय अज उदां हो जाना, तो ये सारा कुछ फिर उदों होण भी लग पैना, सारा काम खराब होण लग पैना। समझ आ गई ना? ये विचारना अज मेरा नाम च ध्यान लगेगा, की कहना, की सोचना, अज मेरा भगवान विच ध्यान लगेगा, अज मैं भगवान दियां गल्लां करांगा।
ਅੱਜ ਭਗਵਾਨ ਮੇਰੇ ਤੇ ਕਿਰਪਾ ਕਰੇਗਾ, ਅੱਜ ਭਗਵਾਨ ਦਾ ਅੱਜ ਮੇਰੇ ਤੇ ਰਹਿਮਤ ਕਿਰਪਾ ਹੋਵੇਗੀ। ਤੇ ਤੁਸੀਂ ਮਹਿਸੂਸ ਕਰਨਾ ਭਗਵਾਨ ਆਪਣੇ ਆਪ, ਰੱਬ ਤੁਹਾਨੂੰ ਆਪਣੇ ਆਪ ਐਸਾ ਮਾਹੌਲ ਬਣਾ ਦੇਗਾ ਕਿ ਤੁਸੀਂ ਕਹੋਗੇ ਯਾਰ ਮੈਂ ਸੋਚਿਆ ਰੱਬ ਬਾਰੇ, ਰੱਬ ਨੇ ਕਰ ਵੀ ਦਿੱਤਾ, ਰੱਬ ਨੇ ਕਿਰਪਾ ਵੀ ਕਰਤੀ। ਇਹਦਾ ਬੜਾ ਸੁੰਦਰ ਸ਼ਬਦ ਹੈ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਰੱਬ ਦੇ ਦਾਤ ਰੱਬ ਨੇ ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਔਰ ਜਦੋਂ ਉਹ ਦੇਖਦਾ ਹੈ ਇਹ ਬੰਦਾ ਮੇਰੀ ਦਾਤ ਲੈਣ ਵਾਸਤੇ, ਇਹ ਬੰਦਾ ਤਿਆਰ ਹੈ, ਇਹ ਸੌਗਾਤ ਲੈਣ ਵਾਸਤੇ, ਇਹ ਹੁਣ ਤਿਆਰ ਹੈ ਮੇਰੇ ਕੋਲੋਂ ਰਹਿਮਤ ਲੈਣ ਵਾਸਤੇ, ਫਿਰ ਰੱਬ ਆਪਣੀ ਕਿਰਪਾ ਉਸੇ ਵੇਲੇ ਉੱਤੇ ਕਰਦਾ ਹੈ। ਜਾ ਪੁੱਤਰ, ਜਾ ਬੰਦਿਆ, ਜਾ ਤੈਨੂੰ ਮੈਂ ਰੱਬ ਦੀ ਕਿਰਪਾ ਕਰ ਦਿੱਤੀ, ਜਾ ਰਹਿਮਤ ਹੋ। ਜੋ ਤੁਸੀਂ ਤਿਆਰ ਹੀ ਨਹੀਂ ਹੋ, ਭੁੱਲੇ ਬੈਠੇ ਹੋ, ਭਟਕੇ ਬੈਠੇ ਹੋ, ਕੜਮਾਸ ਵਿੱਚ ਬੈਠੇ ਹੋ, ਸੋਚਾਂ 'ਚ ਬੈਠੇ ਹੋ, ਆਪਣਾ ਮਨ ਨਹੀਂ ਤਿਆਰ ਕੀਤਾ। ਤੁਹਾਨੂੰ ਕੋਈ ਕਵੇ, ਤੁਹਾਨੂੰ ਹੁਣ ਮੈਂ ਕਿਹਾ 16 ਫਰਵਰੀ ਨੂੰ ਚੱਲਣਾ, ਅੱਧੇ ਬੰਦਿਆਂ ਨੇ ਤੇ ਸੋਚਿਆ ਵੀ ਨਹੀਂ ਹੋਣਾ ਯਾਰ ਅਸੀਂ ਜਾਈਏ ਕਿੱਦਾਂ ਜਾਵਾਂਗੇ। ਅਰੇ ਤੁਹਾਂ ਥੋੜੀ ਜਾਣਾ, ਗੱਡੀ ਦੇ ਵਿੱਚ ਬਹਿਣਾ ਤੇ ਉੱਥੇ ਪਹੁੰਚ ਜਾਣਾ। ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਭ ਕੁਝ ਤੇ ਹੋਇਆ ਹੋਇਆ, ਸਭ ਕੁਝ ਤੇ ਤੈਅ ਹੈ, ਜਾਣਾ ਵੀ ਤੈਅ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜੇ ਤੁਹਾਡੀ ਰੋਟੀ ਉੱਥੇ ਲਿਖੀ ਹੈ ਤੇ ਤੁਸੀਂ ਜਾ ਕੇ ਰੋਟੀ ਖਾਓ। ਜੇ ਤੁਸੀਂ ਰੋਟੀ ਖਾਣ ਵਾਸਤੇ ਨਾ ਗਏ, ਕਿਉਂਕਿ ਮੈਂ ਬੁਲਾ ਰਿਹਾ, ਬੁਲਾਵਾ ਤਾਂ ਹੀ ਆਉਂਦਾ ਹੈ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਣ। ਇਹ ਸ਼ਬਦ ਹੈ ਸੱਦਣ ਹਾਰਾ, ਰੱਬ ਨੇ ਤੁਹਾਨੂੰ ਸੱਦਣਾ ਤੇ ਮੇਰੇ ਮੂੰਹ 'ਚੋਂ ਤੁਹਾਨੂੰ ਬੁਲਾ ਰਿਹਾ, ਚਲੋ ਬਈ ਚੱਲੀਏ। ਨਹੀਂ ਤਾਂ ਤੁਹਾਨੂੰ ਕੋਈ ਸੱਦਾ, ਨਾ ਤਾਂ ਤੁਹਾਨੂੰ ਸੱਦਾ ਕਿਉਂ ਦੇਵੇ? ਕੌਣ ਸੱਦਾ ਦਿੰਦਾ ਮੈਨੂੰ ਦੱਸੋ? ਸੱਦੇ ਆਪਣੇ ਆਪ ਥੋੜ੍ਹੀ ਆਉਂਦੇ ਨੇ, ਸੱਦੇ ਆਉਂਦੇ ਨੇ ਕਿ ਭਾਈ ਆਓ, ਤੁਹਾਨੂੰ ਅਸੀਂ ਬੁਲਾ ਰਹੇ ਹਾਂ, ਆਓ ਚੱਲੀਏ, ਆਓ ਉੱਥੇ ਸਮਾਗਮ ਹੈ, ਤੁਸੀਂ ਉੱਥੇ ਪਹੁੰਚਣਾ। ਤੇ ਸੱਦਾ ਆਇਆ, ਇਹ ਤੁਹਾਡੀ ਕਿਸਮਤ ਦੇ ਵਿੱਚ ਸੱਦਾ ਆ ਗਿਆ ਤੇ ਹੁਣ ਤੁਸੀਂ ਸੋਚਣ ਦੀ ਲੋੜ ਹੀ ਨਹੀਂ, ਆ ਗਿਆ ਜੀ ਸੁਨਾਹਾ, ਚੱਲਣਾ ਹੀ ਚੱਲਣਾ, ਗੱਲ ਮੁੱਕੀ। ਤੇ ਤੁਹਾਡਾ ਕੰਮ ਵੀ ਸੋਹਣਾ ਬਣ ਗਿਆ। ਸੋਚੋ ਮਤ, ਜ਼ਿਆਦਾ ਨਹੀਂ ਸੋਚੀਦਾ ਕਿ ਕੀ ਕਰਨਾ, ਕਿੱਦਾਂ ਹੋਏਗਾ, ਆਪਣੇ ਆਪ ਹੋਏਗਾ। ਤੁਸੀਂ ਆਪਣੀ ਟ੍ਰੇਨ ਦੀ ਟਿਕਟ ਬੁੱਕ ਕਰਾਓ, ਇੱਥੇ ਬੰਦੇ ਬੈਠੇ ਨੇ, ਮੁਫਤ ਤੁਹਾਡੀ ਟ੍ਰੇਨ ਬੁੱਕ ਕਰ ਦੇਣੀ ਉਹਨਾਂ ਨੇ। ਤੁਸੀਂ ਸੇਵਾ ਦੇ ਸਕਦੇ ਹੋ, ਦੇ ਦੇਣਾ, ਨਹੀਂ ਦਿਲ ਕਰਦਾ ਤੇ ਕੋਈ ਗੱਲ ਨਹੀਂ, ਕਿਸੇ ਨੇ ਤੁਹਾਨੂੰ ਪੈਸੇ ਵੀ ਨਹੀਂ ਮੰਗਣੇ। ਮਤਲਬ ਇਹ ਕਹਿਣ ਦਾ ਸਿੱਧੀ ਜੀ ਗੱਲ ਹੈ ਕਿ ਤੁਹਾਡੇ ਅੰਦਰ ਦਮ ਹੋਵੇ ਕੰਮ ਕਰਨ ਵਾਸਤੇ, ਰੱਬ ਆਪ ਹੀ ਮਾਹੌਲ ਬਣਾ ਦਿੰਦਾ, ਆਪਣੇ ਆਪ ਤਰੀਕਾ ਬਣਾ ਦਿੰਦਾ ਤੁਹਾਡੇ ਸਾਰੇ ਕੰਮ ਕਰਨ ਵਾਸਤੇ। ਪਰ ਤੁਹਾਡਾ ਦਿਲ ਹੋਣਾ ਚਾਹੀਦਾ ਕਿ ਮੈਂ ਹੁਣ ਕਰਨਾ, ਮੈਂ ਤਿਆਰ ਹਾਂ। ਜੇ ਤਿਆਰ ਹੀ ਨਹੀਂ ਹੈਗੇ ਤੇ ਫਿਰ ਗੱਲ ਵੱਖਰੀ। ਤੇ ਹੁਣ ਫੱਗਣ ਦਾ ਮਹੀਨਾ, ਫੱਗਣ ਆਖਰੀ ਵਿਕਰਮ ਸੰਮਤ ਦਾ ਇਹ ਜਿਹੜਾ ਮਹੀਨੇ ਦਾ ਆਖਰੀ ਮਹੀਨਾ ਹੈ। ਫਿਰ ਅਗਲਾ ਸਾਲ ਚੜ ਜਾਣਾ, ਅਗਲੇ ਮਹੀਨੇ ਫਿਰ ਨਵਾਂ ਸਾਲ ਫਿਰ ਸ਼ੁਰੂ ਹੋ ਜਾਣਾ। ਚੇਤ ਵਿਸਾਖ ਹੈ ਨਾ, ਜੇਠ ਹਾਰ, ਸੌਣ ਭਾਦੋ, ਅੱਸੂ ਕੱਤੇ ਤੇ ਮੱਘਰ ਤੇ ਪੋ ਤੇ ਮਾਘ ਤੇ ਫੱਗਣ, ਫਾਗੁਣ, ਫਲਗੁਣ, ਇੱਦਾਂ ਵੀ ਕਹਿੰਦੇ ਫਲਗੁਣ। ਇਹ ਮਹੀਨਾ ਫਲਗੁਣ ਦਾ ਹੈ, ਆਖਰੀ ਮਹੀਨਾ ਹੈ ਸਾਲ ਦਾ ਸਾਡੇ ਵਿਕਰਮ ਸੰਮਤ ਦੇ ਹਿਸਾਬ ਨਾਲ। ਇਸ ਮਹੀਨੇ 'ਚ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਉਹ ਸੁਣੋ। ਇੱਕ ਇੱਕ ਪੰਕਤੀ ਮਹਾਂਪੁਰਖ ਬੋਲਣਗੇ ਔਰ ਤੁਸੀਂ ਇੱਕ ਇੱਕ ਪੰਕਤੀ ਨੂੰ ਆਪਣੇ ਅੰਦਰ ਐਬਜ਼ੋਰਬ ਕਰਿਓ, ਮਹਾਰਾਜ ਜੀ ਦਾ ਕੀ ਹੁਕਮ ਹੈ। ਬੋਲੋ ਜੀ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਫਲਗੁਣ ਆਨੰਦ ਅਪਾਰ ਜਣਾ, ਹਰ ਸੱਜਣ ਪ੍ਰਗਟੇ ਆਏ। ਸੱਜਣ ਕੌਣ ਹੈ? ਉਹ ਅਕਾਲ ਪੁਰਖ, ਉਹ ਰੱਬ। ਉਹ ਕਦੋਂ ਪ੍ਰਗਟੇਗਾ? ਜਦੋਂ ਫੱਗਣ ਦਾ ਮਹੀਨਾ ਆਇਆ। ਤੁਸੀਂ ਆਨੰਦ, ਇੱਕ ਲੋਕ ਹੈ, ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਨੇ ਆਨੰਦ ਵਿੱਚ, ਇੱਕ ਨੇ
ਆਨੰਦ ਪ੍ਰਾਪਤ ਕਰਨ ਵਾਸਤੇ, ਤੁਸੀਂ ਆਨੰਦ ਪ੍ਰਾਪਤ ਕਰਨ ਵਾਸਤੇ ਆਏ ਹੋ ਜਾਂ ਤੁਸੀਂ ਆਨੰਦ ਵਿੱਚ ਬੈਠੇ ਹੋ? ਇਹ ਤੁਹਾਨੂੰ ਸੋਚਣਾ ਪਏਗਾ। ਆਨੰਦ ਵਿੱਚ ਬੈਠੇ ਹੋ ਜਾਂ ਆਨੰਦ ਲੈਣ ਵਾਸਤੇ ਆਏ ਹੋ? ਇਹ ਮੈਨੂੰ ਦੱਸੋ। ਆਨੰਦ ਵਿੱਚ ਬੈਠੇ ਹੋ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਸਤਿਗੁਰੂ ਪਾ ਲਿਆ ਉਹਨਾਂ ਨੂੰ ਆਨੰਦ ਵਿੱਚ ਹੋਣਾ ਚਾਹੀਦਾ, ਤੇ ਜਿਨ੍ਹਾਂ ਨੇ ਨਹੀਂ ਪਾਇਆ ਉਹ ਹਲੇ ਆਨੰਦ ਨੂੰ ਲੈਣ ਵਾਸਤੇ ਬੈਠੇ ਨੇ। ਤੁਸੀਂ ਹੁਣ ਸੋਚੋ ਕਿ ਤੁਸੀਂ ਆਨੰਦ ਲੈਣ ਵਾਸਤੇ ਬੈਠੇ ਹੋ ਜਾਂ ਆਨੰਦ ਵਿੱਚ ਬੈਠੇ ਹੋ? ਕੀ ਕਰਨ ਵਿੱਚ ਬੈਠੇ ਹੋ? ਨਹੀਂ, ਤੁਸੀਂ ਆਪਣੇ ਆਪ ਵੱਲ ਵੇਖੋ। ਤੁਹਾਨੂੰ ਆਨੰਦ ਹੈ? ਆਨੰਦ, ਘਣਾ ਆਨੰਦ। ਮਹਾਰਾਜ ਕਹਿੰਦੇ ਨੇ ਅਪਾਰ ਆਨੰਦ, ਅਪਾਰ ਆਨੰਦ ਹੋਣਾ ਚਾਹੀਦਾ ਬੰਦੇ ਦੇ ਕੋਲ, ਕਿਉਂਕਿ ਉਹਨੂੰ ਸੱਜਣ ਮਿਲਣ ਵਾਲਾ, ਉਹਨੂੰ ਰੱਬ ਮਿਲਣ ਵਾਲਾ ਹੈ। ਆਨੰਦ ਕਿਹਦਾ ਹੈ? ਕਿ ਉਹਨੂੰ ਰੱਬ ਮਿਲਣ ਵਾਲਾ ਹੈ। ਇਹ ਆਨੰਦ ਆਪ ਜੀ ਦੇ ਅੰਦਰ ਆਨੰਦ ਪ੍ਰਵੇਸ਼ ਕਰ ਜਾਏ ਕਿ ਮੈਨੂੰ ਰੱਬ ਸੱਜਣ ਮਿਲਣ ਵਾਲਾ। ਹਮ ਘਰ ਸਾਜਣ ਆਏ, ਸਾਚੇ ਮੇਲ ਮਿਲਾਏ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਆਵੋ ਸੱਜਣਾ, हे ਸੱਜਣ ਮੇਰੇ ਮਾਲਕ, हे ਮੇਰੇ ਪਰਮਾਤਮਾ, ਤੁਸੀਂ ਮੇਰੇ ਘਰ ਆਓ, ਮੇਰੇ ਅੰਦਰ ਪ੍ਰਵੇਸ਼ ਕਰੋ, ਮੈਨੂੰ ਆਨੰਦ ਆਵੇ, ਮੇਰੇ ਤੇ ਕਿਰਪਾ ਕਰੋ। ਅੱਗੇ संत सहाई राम के कर कृपा दिया मिलाए। ਇਹ ਆਨੰਦ ਔਰ ਇਹ ਪਰਮਾਤਮਾ ਕਿੰਨਾ ਨੇ ਮਿਲਾਉਣਾ ਹੈ? कबीर सेवा को दो भले, एक संत एक राम, राम जो दाता मुक्त कै, संत जपावन नाम। संत का काम है ਰੱਬ ਨੂੰ ਮਿਲਾਉਣਾ। ਸੰਤ ਸਹਾਈ ਰਾਮ ਕੇ, ਸੰਤ ਸਹਾਈ ਰਾਮ ਕੇ। ਰਾਮ ਨੂੰ ਮਿਲਾਉਣ ਵਾਸਤੇ ਸੰਤਾਂ ਦੀ ਸਹਾਇਤਾ ਦੀ ਬੜੀ ਜ਼ਰੂਰਤ ਪਵੇਗੀ। ਬਾਣੀ ਇਹ ਕਹਿ ਰਹੀ ਹੈ, ਸੰਤ ਸਹਾਈ ਰਾਮ ਕੇ। ਰਾਮ ਨੂੰ ਮਿਲਣਾ ਹੈ, ਸੰਤ ਕੋਲ ਜਾ, ਕਿਸੇ ਸੰਤ ਕੋਲ ਜਾ, ਕਿਸੇ ਸੰਤ ਸ਼ਰਨ ਜਾ। ਸੰਤ ਸ਼ਰਨ ਜੋ ਜਨ ਪਰੇ, संत शरण जो जन परे, सो जन उदरन हार। संत शरण, पलटू साहब कहते ने अग्नि चढ़ी आकाश पर, बरस परे अंगार। संत ना होते जगत में, जल मरता संसार। कदों का सड़ सुड़ जाता संसार? सब संतां करके ये थोड़ी धरती बची हुई है। थोड़े लोग जिहड़े तुहाडे मेरे वर्गे बचे ने ना, जिहड़े असीं थोड़े चंगे बने हैं, सानूं पता कि असीं, पर असीं लखां तो चंगे हैं। लखां कोलों चंगे हैं असीं, लखां कोलों असीं बचे हुए हैं, क्योंकि शरण शरण च बैठे। तुम शरनाई आया ठाकुर, तुम शरण। ये जिहड़ी महाराज ने हुक्म किया, संत सहाई राम के, ते कर कृपा दिया मलाई। कृपा कीती, सानू राम नाल मिला के रख देना। संत ने, संत दे कोल जाओ कि तुहानू राम नाल, रब नाल तुहानू मिला के रख दे, रब नाल मिला दे तुहानू। साफ मारे ने शब्द आखे। अगे सेज सुहावी सर्ब सुख, हुण दुखा नहीं जाए। सेज भी सब दुखां नू कह दो, दुखां नू, दुखां नू की कहना है? और दुखो तुसीं दौड़ जाओ साडे जीवन चो। क्यों दौड़ जाओ? साडे जीवन च एक सुख प्रवेश कर गया, सानू संत मिल गया, सानू राम मिल गया। दौड़ जाओ, दुखा नू आखो दौड़ जाओ, दौड़ जाओ दुखो, मेरे घर मेरा रब आ गया, मेरा मालिक घर आ गया, दौड़ जाओ। ये कहने वाले बनो दुखा नू। तुसीं ते हाय
ਹਾਏ ਮਰ ਗਏ। ਰੱਬ ਦੇ ਘਰ, ਗੁਰੂ ਦੇ ਘਰ ਵੀ ਤੁਸੀਂ ਦੁਖੀ ਹੋ ਕੇ ਜਾਂਦੇ ਹੋ। ਤੁਹਾਨੂੰ ਦੁੱਖ, ਜਦੋਂ ਤੁਸੀਂ ਅੰਦਰ ਵੜਦੇ ਹੋ, ਜਦੋਂ ਵੀ ਕਿਤੇ, ਤੁਹਾਨੂੰ ਤਾਂ ਦੁੱਖ ਚੰਬੜਨੇ ਹੀ ਨਹੀਂ ਚਾਹੀਦੇ। ਤੁਹਾਨੂੰ ਕਹਿੰਦਾ ਦੁੱਖ ਹੈ ਹੀ ਨਹੀਂ। ਦੁੱਖ ਕੀ ਚੀਜ਼ ਹੈ? ਦੁੱਖ ਹੁੰਦੇ ਕੀ ਨੇ? ਤੁਸੀਂ ਪੁੱਛੋ। ਸਗੋਂ ਮੈਂ ਤੁਹਾਨੂੰ ਪੁੱਛਦਾ ਦੁੱਖ ਕੀ ਹੈ? ਤੁਹਾਨੂੰ ਮੈਂ ਪੁੱਛਦਾ ਦੁੱਖ ਕੀ ਹੈ? ਤੁਹਾਨੂੰ ਜਵਾਬ ਹੀ ਨਾ ਆਵੇ ਤਾਂ ਕਹਿੰਦਾ ਦੁੱਖ ਹੁੰਦਾ ਹੀ ਕੋਈ ਨਹੀਂ। ਦੁਖੀ ਤੇ ਉਹ ਹੈ ਜਿਹਦੇ ਸਿਰ ਤੇ ਕੋਈ ਨਹੀਂ ਹੈ। ਜਿਹਦੇ ਸਿਰ ਤੇ ਮੇਰਾ ਮਾਲਕ ਬੈਠਾ, ਉਹਨੂੰ ਦੁੱਖ ਕਾਹਦਾ? ਤੁਸੀਂ ਕਹੋਗੇ ਇਹ ਮੈਂ ਕਹਿ ਰਿਹਾ। ਨਹੀਂ, ਮੈਂ ਨਹੀਂ ਕਹਿ ਰਿਹਾ। ਬਾਣੀ ਦੇ ਵਿੱਚ ਇਹੋ ਹੀ ਲਿਖਿਆ, ਜਿਹਨੂੰ ਮੈਂ ਫੋਲੋ ਕਰਦਾ। ਉਹ ਕੀ ਹੈ? ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਮੇਰੇ ਸਿਰ ਤੇ ਸੁਆਮੀ ਹੋਵੇ ਤੇ ਮੈਨੂੰ ਦੁੱਖ ਮਿਲ ਜੇ ਕਿ ਮੈਂ ਦੁਖੀ ਹਾਂ। ਦੁਖੀ ਤੇ ਉਹ ਹੈ ਜਿਹਦੇ ਸਿਰ ਤੇ ਸੁਆਮੀ ਨਹੀਂ ਹੁੰਦਾ। ਜੇ ਇੰਨੀ ਕਿ ਨਿੱਕੀ ਜੀ ਗੱਲ ਸਾਡੇ ਪੱਲੇ ਕਿਉਂ ਨਹੀਂ ਪੈਂਦੀ? ਦੁੱਖ ਤੇ ਉਹ ਹੈ, ਦੁਖੀ ਉਹ ਹੈ। ਹਾਏ ਮੈਨੂੰ ਦੁੱਖ ਹੈ, ਹਾਏ ਮੈਂ ਮਰ ਗਿਆ। ਇਹਦਾ ਮਤਲਬ ਮੈਨੂੰ ਸੁਆਮੀ ਮੇਰੇ ਸਿਰ ਤੇ ਨਹੀਂ? ਹਾਂਜੀ, ਮੇਰੇ ਸਿਰ ਤੇ ਸੁਆਮੀ ਨਹੀਂ। ਅਰੇ ਮੇਰੇ ਸਿਰ ਤੇ ਸੁਆਮੀ ਹੋਵੇ ਤੇ ਮੈਨੂੰ ਦੁੱਖ ਪਾ ਜੇ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਸੇਜ ਇਹੋ ਜਿਹੀ ਸਜਾ ਲਓ, ਦੁੱਖਾਂ ਨੂੰ ਕਹੋ ਦੌੜ ਜਾਓ, ਦੁੱਖੋ ਭੱਜ ਜਾਓ, ਦੁੱਖੋ ਨਹੀਂ ਤੁਹਾਡੀ ਲੋੜ ਸਾਨੂੰ, ਜਾਓ ਦੌੜ ਜਾਓ। ਸਾਨੂੰ ਸਾਡੇ ਰੱਬ ਦੀ ਲੋੜ ਹੈ, ਸਾਨੂੰ ਸਾਹਿਬ ਦੀ ਲੋੜ ਹੈ, ਸਾਨੂੰ ਸਾਡੇ ਗੁਰੂ ਦੀ ਲੋੜ ਹੈ, ਸਾਨੂੰ ਸਾਡੇ ਮਾਲਕ ਦੀ ਲੋੜ ਹੈ। ਸਾਨੂੰ ਦੁੱਖ ਨਹੀਂ ਚਾਹੀਦੇ। ਦੁੱਖਾਂ ਨੂੰ ਕਹਿ ਦੋ ਦੌੜ ਜਾਓ। ਓਏ ਆਪਣੇ ਦਰਵਾਜ਼ੇ ਹੀ ਨਾ ਖੋਲੋ ਦੁੱਖਾਂ ਵਾਸਤੇ। ਤੁਸੀਂ ਤੇ ਦੁਖੀ ਰਹਿੰਦੇ ਹੋ। ਉਹੀ ਤਾਂ ਮੈਂ ਤੁਹਾਡੀ ਸੋਚ ਪਹਿਲਾਂ ਬਦਲੀ ਹੈ ਕਿ ਜੋ ਸੋਚੋਗੇ ਉਹੋ ਹੀ ਮਿਲ ਜਾਣਾ। ਤੇ ਸੋਚਿਆ ਹੀ ਚੰਗਾ ਕਰਿਆ ਕਰੋ, ਮਿਲ ਵੀ ਚੰਗਾ ਜਾਵੇਗਾ। ਸਵੇਰੇ ਉੱਠ ਕੇ ਚੰਗਾ ਸੋਚੋ ਕਿ ਅੱਜ ਮੈਂ ਬਹੁਤ ਕੁਝ ਕਰਨਾ ਹੈ, ਔਰ ਵੇਖੋ ਸ਼ਾਮ ਤੱਕ ਤੁਸੀਂ ਕਾਪੀ ਪੈਨਸਲ ਲੈ ਲਿਓ। ਕਹੋ ਯਾਰ ਤਰਲੋਚਨ ਦਾਸ ਨੇ ਕਿਹਾ ਸੀ, ਮੇਰੇ ਬਾਰੇ ਸੋਚਿਓ, ਤਰਲੋਚਨ ਦਾਸ ਨੇ ਕਿਹਾ ਸੀ ਕਿ ਨਾ ਚੰਗਾ ਚੰਗਾ ਸੋਚਣਾ। ਤੇ ਅੱਜ ਚੰਗਾ ਚੰਗਾ ਸੋਚਿਓ, ਚੰਗਾ ਚੰਗਾ। ਅੱਜ ਤੋਂ ਬਾਅਦ ਚੰਗਾ ਚੰਗਾ ਸੋਚਿਓ ਤੇ 3-4 ਦਿਨ ਇੱਕ ਡਾਇਰੀ ਲਿਖਿਓ ਸ਼ਾਮ ਦੇ ਵੇਲੇ। ਦੇਖਿਓ ਕਿ ਚੰਗਾ ਚੰਗਾ ਹੁੰਦਾ ਵੀ ਹੈ ਕਿ ਨਹੀਂ ਹੁੰਦਾ। ਤੁਸੀਂ ਕਹੋਗੇ ਯਾਰ ਹੋਣ ਲੱਗ ਪਿਆ ਚੰਗਾ ਚੰਗਾ, ਬਦਲ ਗਈ ਕਿਸਮਤ। ਕਿਉਂਕਿ ਤੁਸੀਂ ਆਪ ਕਿਸਮਤ ਆਪਣੀ ਲਿਖਦੇ ਹੋ, ਕੋਈ ਲਿਖਦਾ ਨਹੀਂ, ਤੁਸੀਂ ਆਪ ਲਿਖਦੇ ਹੋ। ਜਦੋਂ ਤੁਸੀਂ ਡਾਊਨ ਹੋ ਜਾਂਦੇ ਹੋ, ਸੋਚੀ ਪੈ ਜਾਂਦੇ ਹੋ ਕਿ ਅੱਜ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਹੋਣਾ ਕਿ ਨਹੀਂ ਹੋਣਾ, ਉਹ ਹੈ ਸ਼ੱਕ ਦੀ ਦ੍ਰਿਸ਼ਟੀ, ਸ਼ੰਕਾ। ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡਿਠਾ। ਜਦੋਂ ਸਾਰੇ ਪਾਸੇ ਰੱਬ ਬੈਠਾ ਹੈ, ਕਹੋ ਕਬੀਰ ਮੇਰੀ ਸ਼ੰਕਾ ਨਾਸੀ। ਮੇਰੀ ਸ਼ੰਕਾ ਮੇਰੇ ਵਿੱਚ ਕਿਉਂ ਬੈਠੀ ਹੈ? ਜਦੋਂ ਰੱਬ ਸਾਰੇ ਪਾਸੇ ਬੈਠਾ ਹੈ, ਮੇਰੀ ਸ਼ੰਕਾ ਮੇਰੇ ਵਿੱਚ ਕਿਉਂ ਬੈਠੀ ਹੈ? ਮੈਂ ਸ਼ੱਕ ਵਾਲਾ ਆਦਮੀ ਕਿਵੇਂ ਬਣ ਜਾਵਾਂ? ਤੁਸੀਂ ਨਿੱਕੀ ਨਿੱਕੀ ਗੱਲ ਤੇ ਸ਼ੱਕ ਕਰਦੇ ਹੋ। ਕਿਉਂ ਕਰਦੇ ਹੋ ਬਈ ਸ਼ੱਕ? ਇਹ ਸ਼ੱਕ ਨੂੰ ਕਿਉਂ ਨਹੀਂ ਦੜਾਉਂਦੇ ਆਪਣੇ ਮਨ 'ਚੋਂ? ਆ ਤੁਹਾਨੂੰ ਬਿਮਾਰੀ ਹੈ ਹੀ ਨਹੀਂ, ਤੁਸੀਂ ਉਹ ਬਿਮਾਰ ਬਮੂਰ ਕੋਈ ਦੂਜਾ ਹੋਏਗਾ, ਮੈਂ ਬਿਮਾਰ ਬਮੂਰ ਨਹੀਂ। ਦੇਖੋ ਫਿਰ ਬਿਮਾਰੀ ਤੁਹਾਨੂੰ ਚੰਬੜ ਜਾਏ ਤੇ ਐ ਛਾਤੀ ਖੋਲ ਕੇ ਖੜੇ ਹੋ ਜਾ ਕਰੋ, ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ। ਵੇਖੋ ਫਿਰ ਜੇ ਤੁਹਾਨੂੰ ਕੋਈ ਚੀਜ਼ ਕੋਈ ਤੰਗ ਕਰ ਜੇ ਤੇ। ਐਕਚੁਅਲੀ ਤੁਸੀਂ ਲੋਕ ਆਪਣੇ ਮਨ ਤੋਂ ਜੀਣਾ ਸਿੱਖੇ ਹੀ ਨਹੀਂ ਹਾਲੇ ਤੱਕ ਕਿ ਜੀਣਾ ਕਿੱਦਾਂ। ਜੀ ਨਹੀਂ ਰਹੇ, ਮਰ ਰਹੇ ਹੋ ਤੁਸੀਂ ਸਾਰੇ। ਮਾਫ ਕਰਿਓ, ਮੈਂ ਤੁਹਾਨੂੰ ਸੱਚ ਦਾ ਸੁਨੇਹਾ ਦੇ ਰਿਹਾ। ਮਰ ਰਹੇ ਹੋ, ਆਪਣੇ ਆਪ ਨੂੰ ਜਾਣ ਕੇ ਮੁਰਝਾ ਰਹੇ ਹੋ, ਉਦਾਸ ਹੋ ਕੇ ਬੈਠੇ ਰਹਿੰਦੇ ਹੋ, ਸੋਚੀ ਜਾਂਦੇ ਹੋ। ਅਰੇ ਜੋ ਕੁਝ ਹੈਗਾ ਤੁਹਾਡੇ ਕੋਲ ਮੌਜਾ ਲਓ ਨਾ ਭਾਈ। ਔਰ ਜੋ ਤੁਹਾਡੇ ਕੋਲ ਜੋ ਕੁਝ ਹੈਗਾ ਅੱਜ ਵਿੱਚ, ਜੋ ਕੁਝ ਹੈ ਉਹਦਾ ਆਨੰਦ ਲਵੋ। ਮਿਲ ਜਾਏਗਾ, ਕੱਲ ਹੋਰ ਮਿਲ ਜਾਏਗਾ। ਜੇ ਅੱਜ ਦਾ ਆਨੰਦ ਨਹੀਂ ਲਿਆ, ਰੱਬ ਨੇ ਕਹਿਣਾ ਤੂੰ ਮੇਰੀ ਦਿੱਤੀ ਹੋਈ ਦਾਤ ਦੀ ਕਦਰ ਨਹੀਂ ਕੀਤੀ ਹੋਈ। ਜਿਹੜੀ ਮੈਂ ਤੈਨੂੰ ਦਾਤ ਦਿੱਤੀ ਤੂੰ ਕਦਰ ਨਹੀਂ ਕੀਤੀ, ਕੱਲ ਨੂੰ ਵੱਡੀ ਚੀਜ਼ ਦੇਵਾਂਗਾ ਤੂੰ ਉਹਦੀ ਕਦਰ ਨਹੀਂ ਕਰੇਗਾ। ਇੰਨੀ ਕੁ ਚੀਜ਼ ਦੀ ਤੁਸੀਂ ਕਦਰ ਨਹੀਂ ਕਰਦੇ ਤੇ ਐਡੀ ਵੱਡੀ ਚੀਜ਼ ਦੀ ਕੀ ਕਦਰ ਕਰਨੀ? ਕਿ ਨਹੀਂ? ਮੈਂ ਠੀਕ ਕਹਿ ਰਿਹਾ, ਗਲਤ ਕਹਿ ਰਿਹਾ? ਅੰਦਰੋਂ ਬੋਲਣ ਡਿਆ ਮੈਂ ਅੱਜ ਕਿ ਤੁਸੀਂ ਰੱਬ ਦੀ ਕਦਰ ਕਰੋ, ਰੱਬ ਤੁਹਾਡੀ ਕਦਰ ਕਰੇਗਾ। ਰੱਬ ਨੇ ਜੋ ਦਿੱਤਾ ਨਾ, ਤੁਹਾਨੂੰ ਪਰਿਵਾਰ ਦਿੱਤਾ, ਕਿੰਨੇ ਸੋਹਣੇ ਸੋਹਣੇ ਬੱਚੇ ਦਿੱਤੇ ਤੁਹਾਨੂੰ। ਕਦੀ ਬੱਚਿਆਂ ਦੇ ਨਾਲ ਸਮਾਂ ਬਿਤਾਓ, ਸ਼ੁਕਰ ਮਨਾਓ, ਮਹਾਰਾਜ ਤੁਸੀਂ ਇੰਨੇ ਚੰਗੇ ਬੱਚੇ ਦਿੱਤੇ, ਸ਼ੁਕਰ ਹੈ ਤੇਰਾ। ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾਓ, ਬੱਚਿਆਂ ਨਾਲ ਗੱਲਾਂ ਕਰੋ, ਬੱਚਿਆਂ ਨਾਲ ਕੀਰਤਨ ਕਰੋ, ਬੱਚਿਆਂ ਨਾਲ ਪਰਮਾਤਮਾ ਦੀ ਪ੍ਰਸ਼ੰਸਾ ਕਰੋ। ਬੱਚਿਆਂ ਨੂੰ ਬਿਠਾ ਕੇ ਕਹੋ ਅੱਜ ਬੱਚੋ ਇਕੱਠੇ ਹੋ ਕੇ ਆਪਾਂ ਕੀਰਤਨ ਗਾਈਏ। ਕਦੀ ਕੀਤਾ? ਕਦੀ ਦੱਸ ਦਿਓ ਮੈਨੂੰ ਕੋਈ ਇਦਾਂ ਦਾ ਸਮਾਂ ਆਇਆ ਹੋਇਆ, ਕਦੀ ਮਾਂ ਨੇ ਕਦੀ ਪੁੱਤ ਨੂੰ ਬਿਠਾ ਕੇ, ਕਦੀ ਪਿਓ ਨੇ ਆਪਣੇ ਬੇਟੇ ਨਾਲ ਬਹਿ ਕੇ ਕਦੀ ਕੀਰਤਨ ਕੀਤਾ ਹੋਵੇ?
मैं करदा, तां ही तुहानूं कह रहा। मैं कल भी मेरा एक न्याणा मैनूं कहंदा, छोटा न्याणा, ਵੱਡੇ ਨੂੰ थोड़ा बुखार हो गया, चढ़ गया, तो वो दुखी हो गया बेचारा कि वो मैनूं कहण लगा कि पापा वो तुसी दादा नूं बुखार चढ़ गया तो मैं कीर्तन किद्दां करांगा। मैं क्या पुत्र तू कीर्तन तो करेंगा तो फिर पापा मैं तो प्रैक्टिस करनी है, तो मैं शब्द गाना, मैं शब्द किहड़ा गावां। मैं क्या तू पुत्र कोई भी शब्द गा। अच्छा मैं ना फिर तुसी मैनूं तो दसो मैं शब्द वो गा ला अपना, मेरे लाल जीओ तेरा अंत ना जाना। मैं हाँ पुत्र तू गा लै, ठीक है मैं वो गा लांगा। तो मेरे नाल शब्दां दीयां गल्लां बातां हो रही, मेरा एडा वड्डा सीना हो रहा। मैं शुक्र है मेरे मालका, मेरे बच्चे मेरे नाल रब दियां ते बाणी दियां गल्लां कर रहे हैं कि शब्द गाने ने। अही एडा वड्डा हिरदे हो गया, दिल एडा वड्डा हो गया। अही तपला वजाना है और वजा के विखाते हैं कि तपला वजाना। मैं शुक्र है मेरे मालका, मेरा आना सफल हो गया। इस संसार विच मेरा आना सफल हो गया, जिथे मेरे न्याणिਆਂ ਨੂੰ मेरा रस्ता मिल गया, जिथे मेरे न्याणिਆਂ ਨੂੰ मेरे पिछे चलन दा। मैं न्याणिਆਂ ਨੂੰ अपने ਨੂੰ समझाता, समझ लो मैं सफल हो गया, मेरा आना सफल हो गया, क्योंकि तुम ही मेरे न्याणे हो। ये मेरे निके निके बच्चे बच्चियां बैठे ने, तो जे तुम इदा करो जो मैं देखना चाहना, थानू जिस रूप च मैं देखना चाहना, मैं थानू माफ करियो, मेरी निक्की जी गल सुनियो, मैं थानू दुनियादारी विच उदां दे लिबड़े हुए बंदियां वांगर नहीं वेखना चाहता। मैं थानू इदा वेखना चाहना कि तुसी ऐन एडे एडे चंगे रब दी संतान हो, तुम इन्ने सोहणे हो। अरे बीबियां नू मैं कई बारी समझाना हुन्ना, सारी बीबियां नू हथ जोड़ के कहना हुन्ना माफ करियो, किते होर ना लै जिओ, किसी होर पासे गल ना लै जिओ। और तुहानू ते बिंदी सुरखियां दी भी लोड़ नहीं किसी नू, इन्नियां चंगियां तुहानू रब ने बनाया है। किते अपना चेहरा वेखो तो सही ढंग दे नाल, किहड़े चक्करां च फसे होए तुसीं सारे। और सादगी च लैके आओ अपने आप को, सादगी च। किनू कहंदे ने सवरना? सवरना कहंदे ने जिथे मैं अपनी शक्ल वेख के ना जीवां, मैं अपने अंदर ये देखा मेरे विच चल की रहा। मेरी शक्ल की कहती है वो छड्ड दो, मेरे अंदर की चल रहा वो वेखो बस। अंदर की है? अंदर अख बंद करा तो मैनू रब की याद आ रही है, अख बंद करा तो मेरे शब्द निकल रहे हैं, गुण गा रहा मैं, कोई मैं शब्द उच्चारण हो रहा है, कीर्तन चल रहा है, नहा लगा वा, नहा लग्या शब्द किहड़ा चल रहा है कि फिल्मी गीत चल रहे हैं। पता करो अपना की चल रहा है, उत्थे तुसीं फड़े जाना है। अंदर की चल रहा है? स्नान कर लग्या की चल रहा, रोटी बना लग्या की चल रहा, गड्डी विच बैठे लग्या की चल रहा, कमरे दे विच कल्ले बैठे लग्या की चल रहा। ये सारियां चीज़ां दी जानकारी अपने विचों इकट्ठी करो। वो जदों पता लग जे, अपनी टटोल करके अपना फोल फाल के अपने अंदरों फोला फाली करो कि मेरे अंदर की चल रहा। फिर उस चीज़ नूं, जो चीज़ चल रही है अंदर, उसदा मजा लवो, आनंद आनंद लवो, आनंद लवो, ਉਹਦਾ मिठा मिठा सरूर लवो। सवेरे उठते ही सब नालों पहला मैं अपने कमरे दे विच ऐसी आदत पा ली अपने आप को, कमरे दे विच उठते ही मैं अपना यूट्यूब लाउना तो सीधे शब्द ला लेना, चाहे मैं आप गाए ने शब्द उही ला के ते बैठा होया, बस इत्थों मेरी शुरुआत होंदी कीर्तन तो। कीर्तन गाओ, भलो फलो रे कीर्तनीए, कीर्तन गाओ, शब्द गाओ। इहो ही तुहाडा सिमरन है जिथे रब दी याद आ रही है। और जदों गड्डी दे विच बैठो तो कीर्तन चल रहा है, जदों तुसीं किसी दे कोल बैठे हो तां भी तुसीं उस कीर्तन च आनंद लै रहे हो। आए हाय,
ਤੁਹਾਨੂੰ ਮਸਤੀ ਚੜੀ ਹੋਈ ਹੈ, ਤੁਹਾਨੂੰ ਖਬਰ ਹੀ ਨਹੀਂ ਆਪਣੀ, ਤੁਹਾਨੂੰ ਕਿਸੇ ਚੀਜ਼ ਦੀ ਖਬਰ ਨਹੀਂ, ਉਸੇ ਬੰਦੇ ਨੂੰ ਕਹਿੰਦੇ ਨੇ ਇਹ ਤੇ ਆਨੰਦ ਵਿੱਚ ਜੀ ਰਿਹਾ, ਇਹ ਤੇ ਪਰਮ ਆਨੰਦ 'ਚ ਜੀ ਰਿਹਾ, ਇਹ ਤੇ ਮਜ਼ੇ ਲੈ ਰਿਹਾ ਆਪਣੇ ਜੀਵਨ ਦੇ। ਉਹਨੂੰ ਅਸਲੀ ਸੁੱਖ ਕਹਿੰਦੇ ਨੇ, ਉਹ ਅਸਲੀ ਸੁੱਖ ਹੈ। ਤੇ ਤੁਹਾਨੂੰ ਹੋਸ਼ ਹੀ ਨਹੀਂ, ਤੁਹਾਡੀ ਇੰਨੇ ਮਸਤ ਹੋ ਗਏ ਹੋ ਤੁਸੀਂ ਆਪਣੀ ਜ਼ਿੰਦਗੀ 'ਚ, ਤੁਹਾਨੂੰ ਹੋਸ਼ ਹੀ ਨਹੀਂ। ਇਦਾਂ ਦਾ ਜੀਵਨ ਬਣਾ ਲਓ। ਔਰ ਇਹ ਕਦੋਂ ਬਣੇਗਾ? ਜੋ ਤੁਸੀਂ ਆਪਣਾ ਧਿਆਨ ਜ਼ਿਆਦਾ ਡੀਪ ਲੈ ਜਾਓਗੇ, ਜਦੋਂ ਬਾਰ-ਬਾਰ ਭਗਵਾਨ ਬਾਰੇ ਸੋਚੋਗੇ ਤੇ ਬਾਰ-ਬਾਰ ਗੁਰੂ ਬਾਰੇ ਸੋਚੋਗੇ, ਬਾਰ-ਬਾਰ ਸੰਗਤ ਬਾਰੇ ਸੋਚੋਗੇ, ਬਾਰ-ਬਾਰ ਸੇਵਾ ਬਾਰੇ ਸੋਚੋਗੇ, ਬਾਰ-ਬਾਰ ਗੁਰੂ ਧਾਮ ਬਾਰੇ ਸੋਚੋਗੇ, ਬਾਰ-ਬਾਰ ਕੀਰਤਨ ਆਏ ਹੈ, ਬਾਣੀ ਬਾਰ-ਬਾਰ ਚੱਲ ਰਿਹਾ। ਆਪਣੇ ਆਪ ਨੂੰ ਇੰਨਾ ਮਸ਼ਰੂਫ ਕਰ ਲਿਆ, ਇੰਨਾ ਆਪਣੇ ਆਪ ਨੂੰ ਵਿਅਸਤ ਕਰ ਲਿਆ, 1 ਮਿੰਟ ਵੀ ਮੇਰੇ ਕੋਲ ਸਮਾਂ ਨਹੀਂ ਹੈ। ਅਸੀਂ ਕਹੋ ਜੀ ਮਹਾਰਾਜ ਮੇਰਾ ਧਿਆਨ ਮਹਾਰਾਜ ਦੇ ਵਿੱਚੋਂ 1 ਮਿੰਟ ਵੀ ਪਰੇ ਨਹੀਂ ਜਾਂਦਾ। ਇਦਾਂ ਦਾ ਕਿਉਂ ਨਹੀਂ ਬਣਾ ਲੈਂਦੇ ਮਾਹੌਲ ਆਪਣਾ? ਔਰ ਫਿਰ ਤੁਸੀਂ ਕੰਮ ਵੀ ਕਰੀ ਜਾਣੇ ਨੇ, ਐਸਾ ਨਹੀਂ ਹੈ। ਇਹ ਮਤ ਸੋਚਿਓ ਕਿ ਜਿਹੜੀ ਮੈਂ ਰਸਤਾ ਦਿਖਾਣਾ ਪਿਆ, ਇਸ ਰਸਤੇ ਤੇ ਤੁਸੀਂ ਕਹੋਗੇ ਕਿ ਜੀ ਇਹ ਤੇ ਬੜਾ ਔਖਾ ਰਸਤਾ ਹੈ, ਤੇ ਇਸ ਮਾਰਗ ਤੇ ਚੱਲ ਗਏ ਤੇ ਫਿਰ ਤੇ ਘਰ-ਬਾਰ ਛੱਡਣਾ ਪਵੇਗਾ। ਉਹ ਘਰ-ਬਾਰ ਨਹੀਂ ਛੱਡਣਾ ਪੈਂਦਾ। ਘਰ-ਬਾਰ ਅਸਲ ਵਿੱਚ ਸਮਝ ਪੈ ਜਾਂਦੀ ਕਿ ਘਰ-ਬਾਰ ਹੈ ਕੀ ਹੈ, ਮਜ਼ਾ ਆਉਣ ਲੱਗ ਪੈਂਦਾ। ਅਸਲ ਵਿੱਚ ਜੀਣ ਦੀ ਕਲਾ ਉਹ ਹੋਈ ਹੈ ਜਿੱਥੇ ਇਹ ਸਮਝ ਪੈ ਜੇ ਕਿ ਸਵੇਰੇ ਉੱਠ ਕੇ ਮੈਨੂੰ ਰੱਬ ਯਾਦ ਆ ਰਿਹਾ ਕਿ ਨਹੀਂ ਆ ਰਿਹਾ, ਔਰ ਸੌਣ ਤੱਕ ਮੈਨੂੰ ਰੱਬ ਯਾਦ ਆ ਰਿਹਾ ਕਿ ਨਹੀਂ ਆ ਰਿਹਾ, ਮੈਨੂੰ ਪਰਮਾਤਮਾ ਯਾਦ ਆ ਰਿਹਾ ਕਿ ਨਹੀਂ ਆ ਰਿਹਾ, ਮੈਨੂੰ ਬਾਰ-ਬਾਰ ਧਿਆਨ ਮੇਰਾ ਰੱਬ ਵਾਲੇ ਪਾਸੇ ਜਾ ਰਿਹਾ ਕਿ ਨਹੀਂ ਜਾ ਰਿਹਾ, ਮੈਂ ਗੁਰੂ ਦਾ ਚੇਤਾ ਕਰ ਰਿਹਾ ਕਿ ਨਹੀਂ ਕਰ ਰਿਹਾ। ਬਾਰ-ਬਾਰ ਇਹ ਚੀਜ਼ ਆਵੇ, ਬਾਰ-ਬਾਰ ਖਿਆਲ ਆਵੇ, ਬਾਰ-ਬਾਰ ਸੋਚ ਆਵੇ, ਮਜ਼ਾ ਤਦ ਆਵੇਗਾ। ਉਹਨੂੰ ਜੀਣਾ ਕਹਿੰਦੇ ਨੇ। ਅਸਲੀ ਜੀਣਾ ਹੀ ਉਹ ਹੋਈ ਹੈ, ਉਹ ਤੋਂ ਹੀ ਜੀਓ। ਆਖਾਂ ਜੀਵਾਂ, ਮਹਾਰਾਜ ਕੀ ਕਹਿ ਰਹੇ ਨੇ? ਕੀ ਸ਼ਬਦ ਹੈ, ਕੀ ਬੋਲ ਹੈ? ਆਖਾਂ ਜੀਵਾਂ ਬਿਸਰੇ ਮਰ ਜਾਊਂ। ਜਦੋਂ ਮੈਂ ਤੈਨੂੰ ਭੁੱਲ ਜਾਵਾਂ ਮਹਾਰਾਜ ਜੀ, ਉਦੋਂ ਮੈਂ ਮਰ ਜਾਵਾਂ। ਜਦੋਂ ਤੱਕ ਮੈਂ ਜਿੰਦਾ ਹਾਂ ਉਦੋਂ ਤੱਕ ਮੈਂ ਤੈਨੂੰ ਯਾਦ ਕਰਦਾ ਰਹਾ। ਅਰੇ ਤੁਹਾਨੂੰ ਕੋਈ ਚੀਜ਼ ਖਿਆਲ ਆਉਂਦਾ ਕਿੱਦਾਂ, ਮੈਨੂੰ ਦੱਸੋ ਨਾ। ਦੂਜੀ ਚੀਜ਼ ਖਿਆਲ ਕਿੱਦਾਂ ਆ ਜਾਂਦੀ? ਮਨ ਵਿੱਚ ਕੋਈ ਹੋਰ ਖਿਆਲ ਆਵੇ ਕਿਉਂ? ਗੰਦਗੀ, ਵਿਸ਼ਵਕਾਰ, ਇਹ ਸਭ ਦੌੜ ਜਾਣਗੇ ਸਰੀਰ ਤੋਂ, ਸਭ ਕੁਝ ਠੀਕ ਹੋ ਜਾਏਗਾ। ਤੁਸੀਂ ਕਦੀ ਮਹਾਰਾਜ ਦੇ ਵੱਲ ਧਿਆਨ ਖੋਭ ਕੇ ਵੇਖੋ, ਰੱਬ ਵਾਲੇ ਪਾਸੇ ਧਿਆਨ ਕਰਕੇ ਵੇਖੋ, ਤੁਹਾਨੂੰ ਨਸ਼ਾ ਹੀ ਇੰਨਾ ਚੜਿਆ ਰਹਿਣਾ, ਖੁਮਾਰੀ ਇੰਨੀ ਚੜੀ ਰਹਿਣੀ, ਮਸਤੀ ਇੰਨੀ ਚੜੀ ਰਹਿਣੀ ਹੈ, ਤੁਹਾਡਾ ਦਿਲ ਹੀ ਨਹੀਂ ਕਰਨਾ ਕੋਈ ਹੋਰ ਕੰਮ ਕਰਨ ਤੇ। ਕਹਿਣਾ ਹੋਰ ਕੰਮ ਕਰਨਾ ਹੀ ਨਹੀਂ, ਸੋਚ ਹੀ ਨਹੀਂ ਆ ਰਹੀ ਜੀ। ਇਛ ਪੁਣੀ ਵਡ ਪਾਗਣੀ, ਵਰ ਪਾਇਆ ਹਰ ਰਾਏ। ਇੱਛ ਪੁਣੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ ਲੱਗ ਪੈਣੀਆਂ। ਉਹ ਇੱਛਾਵਾਂ ਵੱਡ ਭਾਗੀ, ਇੱਛ ਪੂਣੀ ਵੱਡ ਭਾਗੀ। ਕਿਉਂਕਿ ਰੱਬ ਮਿਲ ਜਾਣਾ। ਜਦੋਂ ਰੱਬ ਮਿਲ ਗਿਆ, ਬਾਣੀ ਕੀ ਕਹਿੰਦੀ ਹੈ? ਕੀ ਕਹਿੰਦੀ ਹੈ? ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜੋ ਰੱਬ ਮਿਲ ਜਾਂਦਾ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਕੱਲੀ ਕੱਲੀ ਇੱਛਾ ਦੇ ਮਗਰ ਨਾ ਦੌੜੋ, ਰੱਬ ਦੇ ਮਗਰ ਦੌੜੋ, ਰੱਬ ਪਾਵੋ। ਔਰ ਰੱਬ ਕਿੱਦਾਂ ਮਿਲਦਾ ਜੇ? ਰੱਬ ਕੋਈ ਬੰਦਾ ਨਹੀਂ ਹੈ ਕਿ ਜਿਹਨੂੰ ਜਾ ਕੇ ਤੁਸੀਂ ਮਿਲ ਜਾਣਾ। ਰੱਬ ਕਦੋਂ ਮਿਲਦਾ? ਜੋ ਤੁਹਾਡੇ 'ਚ ਸ਼ਾਂਤੀ ਆਉਣ ਲੱਗ ਪੈਂਦੀ, ਤੁਹਾਡੇ 'ਚ ਸ਼ਾਂਤ ਮਨ ਹੋ ਗਿਆ, ਸਿਦਕ ਆ ਗਿਆ, ਸਬਰ ਆ ਗਿਆ, ਤੁਹਾਨੂੰ ਖੁਮਾਰੀ ਚੜ ਗਈ, ਮਿੱਠਾ ਮਿੱਠਾ ਸਰੂਰ ਚੜਨ ਲੱਗ ਪਿਆ। ਤੁਸੀਂ ਅੱਖ ਬੰਦ ਕਰਕੇ ਬੈਠੇ ਰਹਿੰਦੇ ਹੋ, ਤੁਹਾਡਾ ਦਿਲ ਹੀ ਨਹੀਂ ਕਰਦਾ ਕਿ ਕੋਈ ਤੁਹਾਨੂੰ ਬੁਲਾਵੇ, ਤੁਹਾਡਾ ਦਿਲ ਹੀ ਨਹੀਂ ਕਰਦਾ ਮੈਂ ਕਿਸੇ ਨਾਲ ਬੋਲਾਂ, ਤੁਹਾਡਾ ਦਿਲ ਹੀ ਨਹੀਂ ਕਰਦਾ ਕਿ ਤੁਹਾਨੂੰ ਕੋਈ ਇੱਧਰ ਉੱਧਰ ਦੀਆਂ ਆਲਤੂ ਫਾਲਤੂ ਗੱਲਾਂ ਕਰੇ, ਸੰਸਾਰ ਦੀਆਂ ਗੱਲਾਂ ਕਰੇ। ਤੁਹਾਨੂੰ ਉਦੋਂ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਉਦੋਂ ਰੱਬ ਮਿਲਣ ਦੀਆਂ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ। ਉਦੋਂ ਰੱਬ ਮਿਲ ਰਿਹਾ ਹੁੰਦਾ, ਕਿਉਂਕਿ ਰੱਬ ਦੇ ਸਾਹਮਣੇ ਸਭ ਕੁਝ ਬੇਕਾਰ ਹੈ। ਇੱਕ ਰੱਬ ਦੇ ਸਾਹਮਣੇ ਸਭ ਕੁਝ ਬੇਕਾਰ ਹੈ ਜੀ।
ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਉਦੋਂ ਫਿਰ ਤੁਸੀਂ ਫਿਰ ਖੂਬ ਸ਼ਬਦ ਕੀਰਤਨ ਗੀਤ ਗੋਬਿੰਦ ਅਲਾਹੇ, ਫਿਰ ਤੁਹਾਡਾ ਕੀਰਤਨ ਸ਼ਬਦ ਬਾਣੀ ਤੁਰ ਪੈਂਦਾ। ਫਿਰ ਤੁਸੀਂ ਬੈਠੇ ਬੈਠੇ ਵੀ ਗੀਤ ਗਾਉਂਦੇ ਹੋ, ਤੁਸੀਂ ਮਹਾਰਾਜ ਦੀ ਗੀਤ ਗਾਉਂਦੇ ਹੋ, ਸ਼ਬਦ ਗਾਉਂਦੇ ਹੋ। ਫਿਰ ਤੁਹਾਨੂੰ ਕੋਈ ਕਿਸੇ ਦੇ ਵੱਲ ਧਿਆਨ ਨਹੀਂ, ਫਿਰ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਤੁਹਾਡੇ ਚਾਹ ਚੜ ਜਾਂਦਾ ਤੁਹਾਨੂੰ ਕਿ ਹੁਣ ਮੈਂ ਗੁਣ ਹੀ ਗਾਣੇ ਨੇ ਬਸ। ਤੇਰਾ ਕੀਰਤਨ ਕੀਰਤੀ ਕਿਰਤ ਕਰਾਂ ਦਿਨ ਰਾਤ, ਤੇਰਾ ਕੀਰਤਨ ਕਰ ਕਰਕੇ ਤੇ ਮੇਰੀ ਕੀਰਤੀ ਹੋਵੇ, ਮੇਰਾ 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 ਜਨਮ ਸਫਲ ਹੋਵੇ। ਇਦਾਂ ਦਾ ਸਮਾਂ ਆ ਜਾਂਦਾ, ਵਡਭਾਗੀ ਸਮਾਂ। ਉਹ ਸਮਾਂ ਤੁਹਾਡੇ ਜੀਵਨ 'ਚ ਪ੍ਰਵੇਸ਼ ਕਰਨਾ ਚਾਹੀਦਾ। ਅੱਗੇ, ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਕੋਈ ਵੀ ਰੱਬ ਵਰਗਾ ਨਹੀਂ ਹੈਗਾ, ਹਰੀ ਵਰਗਾ ਕੋਈ ਨਹੀਂ ਹੈਗਾ, ਰੱਬ ਵਰਗਾ ਕੋਈ ਨਹੀਂ ਹੈਗਾ। ਇਹ ਪਤਾ ਲੱਗਣ ਲੱਗ ਪੈਂਦਾ। ਕੋਈ ਵੀ ਚੀਜ਼ ਤੁਹਾਨੂੰ ਆਕਰਸ਼ਣ ਨਹੀਂ ਕਰਦੀ। ਇਹ ਨਹੀਂ ਕਿ ਚਲੋ ਅੱਜ ਰੱਬ ਰੱਬ ਨਹੀਂ ਕਰਨਾ ਤੇ ਅੱਜ ਕੋਈ ਹੋਰ ਚੀਜ਼ ਤੁਹਾਨੂੰ ਆਕਰਸ਼ਣ ਕਰ ਜੇ, ਤੁਸੀਂ ਕਿਤੇ ਹੋਰ ਫਿਰਨ ਤੁਰਨ ਚਲੇ ਗਏ ਹੋ, ਕਿਤੇ ਹੋਰ ਭੱਜ ਰਹੇ ਹੋ, ਕੋਈ ਹੋਰ ਦੌੜ ਰਹੇ ਹੋ। ਆਕਰਸ਼ਣ ਖਤਮ ਹੋ ਜਾਂਦਾ ਜੀਵਨ 'ਚ। ਆਕਰਸ਼ਣ ਦਾ ਮਤਲਬ ਅਟਰੈਕਸ਼ਨ, ਮਤਲਬ ਤੁਹਾਨੂੰ ਕੋਈ ਖਿੱਚ ਨਹੀਂ, ਕੋਈ ਤੁਹਾਨੂੰ ਚੀਜ਼ ਨਹੀਂ ਖਿੱਚ ਰਹੀ, ਤੁਹਾਡਾ ਜੀਵਨ ਸਫਲ ਹੋ ਗਿਆ। ਤੁਹਾਨੂੰ ਕੋਈ ਚੀਜ਼ ਨਹੀਂ ਖਿੱਚ ਰਹੀ ਆਪਣੇ ਵੱਲ, ਤੁਸੀਂ ਮੌਜਾਂ ਲੈ ਰਹੇ ਹੋ, ਤੁਸੀਂ ਰੱਬ ਦੇ ਵੱਲ ਖਿੱਚੇ ਗਏ ਹੋ, ਉਹੋ ਹੀ ਤੁਹਾਡੇ ਵੱਲ ਬਸ ਚੱਲੀ ਜਾ ਰਿਹਾ ਕੰਮ। ਅੱਗੇ, ਹਲਤ ਪਲਤ ਸਵਾਰਿਅਨ, ਨਿਹਚਲ ਦਿੱਤੀਅਨ ਜਾਏ। ਹਲਤ ਤੇ ਪਲਤ, ਲੋਕ ਤੇ ਪਰਲੋਕ, ਰੱਬ ਆਪ ਫਿਰ ਸਵਾਰਦਾ ਤੁਹਾਡਾ। ਫਿਰ ਲੋਕ ਵਿੱਚ ਵੀ ਧਿਆਨ ਰੱਖਦਾ ਪਰਮਾਤਮਾ, ਤੇ ਪਰਲੋਕ ਤੱਕ ਤੁਹਾਡੀ ਬਾਂਹ ਪਕੜ ਕੇ ਰੱਖਦਾ। ਤੁਸੀਂ ਸੋਚਦੇ ਹੋ ਮੇਰੇ ਕੰਮ ਕੌਣ ਕਰ ਰਿਹਾ ਹੈ? ਕਦੀ ਸੋਚਦੇ ਹੋ ਤੁਸੀਂ? ਮੈਨੂੰ ਇੱਕ ਗੱਲ ਦੱਸਿਓ, ਜਦੋਂ ਤੁਸੀਂ ਰੱਬ ਦੇ ਬਹੁਤੇ ਜਦੋਂ ਕੰਮ ਕਰਦੇ ਹੋ, ਤੁਸੀਂ ਮੈਨੂੰ ਇੱਕ ਮੈਂ ਵਿਚਾਰ ਦੇ ਰਿਹਾ, ਸ਼ਾਇਦ ਤੁਹਾਡੇ ਨਾਲ ਹੋਇਆ ਹੋਵੇ, ਬੀਤਿਆ ਹੋਵੇ। ਇਹ ਗੱਲ ਹੱਡ ਬੀਤੀ ਹੈ, ਮੇਰੇ ਨਾਲ ਤਾਂ ਬੜੀ ਵਾਰੀ ਹੋਇਆ, ਤੁਹਾਡੇ ਨਾਲ ਵੀ ਸ਼ਾਇਦ ਹੋਇਆ ਹੋਵੇ। ਜਦੋਂ ਤੁਸੀਂ ਕਿਤੇ ਰੱਬ ਦੇ ਬਹੁਤੇ ਕਦੇ ਸੇਵਾ ਕੀਤੀ ਹੋਵੇ, ਮੰਨ ਲਓ ਤੁਸੀਂ ਦਰਬਾਰ 'ਚ ਬਹੁਤੀ ਸੇਵਾ ਕਰਕੇ ਗਏ ਹੋ, ਇੱਥੇ ਤੁਸੀਂ ਆਏ ਸੇਵਾ ਕੀਤੀ, ਜਾਂ ਰੱਬ ਦਾ ਬਹੁਤਾ ਧਿਆਨ ਕੀਤਾ, ਜਾਂ ਬਹੁਤ ਰੱਬ ਵਾਲੇ ਪਾਸੇ ਤੁਸੀਂ ਭੱਜ ਨੱਠ ਕੀਤੀ, ਤੇ ਤੁਹਾਨੂੰ ਯਕਦਮ ਕੋਈ ਨਾ ਕੋਈ ਖੁਸ਼ੀ ਦੀ ਸਮਾਚਾਰ ਮਿਲ ਜਾਂਦਾ। ਘਰ ਬੈਠੇ ਤੁਹਾਨੂੰ ਕੋਈ ਨਾ ਕੋਈ ਚੰਗੀ ਚੀਜ਼ਾਂ, ਨਿਊਜ਼ਾਂ ਮਿਲਦੀਆਂ, ਚੰਗਾ ਚੰਗਾ ਕੁਝ ਹੋ ਰਿਹਾ, ਆਪਣੇ ਆਪ ਹੀ ਸਾਰੇ ਕੰਮ ਹੋ ਰਹੇ ਨੇ। ਕਦੀ ਹੋਇਆ ਇੱਦਾਂ? ਹੋਇਆ ਕਦੀ ਇੱਦਾਂ? ਹੋਇਆ? ਕਿਹਦੇ ਨਾਲ ਹੋਇਆ? ਕਿ ਤੁਸੀਂ ਰੱਬ ਵਾਲੇ ਪਾਸੇ ਚੱਲ ਰਹੇ ਹੋ ਤੇ ਰੱਬ ਤੁਹਾਡੇ ਆਪਣੇ ਆਪ ਕੰਮ ਸਵਾਰ ਰਿਹਾ। ਤੁਹਾਡੇ ਨਾਲ ਹੋਇਆ? ਇਹ ਬੜੀ ਵੱਡੀ ਚੀਜ਼ ਹੈ, ਇਸ ਨੂੰ ਸਾਂਭ ਕੇ ਰੱਖੋ, ਇਹਨੂੰ ਸਮਝੋ। ਤੁਸੀਂ ਓਨਾ ਹੀ ਭਰੋਸਾ ਪਰਮਾਤਮਾ ਤੇ ਬਣਾ ਕੇ ਰੱਖੋ, ਕਿਉਂਕਿ ਰੱਬ ਨੇ ਸਾਰੇ ਕੰਮ ਕਰਨੇ ਤੁਹਾਡੇ। ਲੋਕ ਤੇ ਪਰਲੋਕ, ਹਲਤ ਤੇ ਪਲਤ, ਇਹ ਦੁਨੀਆ ਤੇ ਉਹ ਦੁਨੀਆ, ਪਰਮਾਤਮਾ ਨੇ ਤੁਹਾਡੀ ਬਾਂਹ ਫੜਨੀ ਹੈ। ਤੇ ਤੁਹਾਨੂੰ ਰੱਬ ਤੇ ਪੂਰਾ ਭਰੋਸਾ ਹੋਣਾ ਚਾਹੀਦਾ। ਜਿਸਦੇ ਲੜ ਲੱਗੇ ਹੋ ਨਾ, ਪੂਰਾ ਮੰਨੋ, ਅੰਦਰੋਂ ਮੰਨੋ, ਹਾਂ ਬਾਈ, ਫਿਰ ਵੇਖੋ ਕੰਮ ਤਾਂ ਬਣਨੇ ਨੇ। ਜੇ 1% ਵੀ ਵਿੱਚ ਖੋਟ ਹੈ ਨਾ, ਕਿੰਤੂ ਪਰੰਤੂ ਹੈ, ਮਨ ਵਿੱਚ ਕਿਤੇ ਸ਼ੱਕ ਹੈ, ਸ਼ੰਕਾ ਹੈ, ਭਰਮ ਹੈ, ਤਾਂ ਗੱਲ ਨਹੀਂ ਬਣਨੀ। ਉੱਥੇ ਤੁਸੀਂ ਕਮਜ਼ੋਰ ਪੈ ਗਏ, ਉੱਥੇ ਕਿਰਪਾ ਖਤਮ ਹੋ ਗਈ। ਉੱਥੇ ਤੁਹਾਡੇ ਤੇ ਜੋ ਰਹਿਮਤ ਕਿਰਪਾ ਹੋਣੀ ਸੀ, ਖਤਮ ਹੋ ਗਈ। ਰੱਬ ਕਹਿੰਦਾ ਤੂੰ ਮੇਰੇ ਅਧੂਰੇ ਮਨ ਨਾਲ ਮੇਰੇ ਨਾਲ ਚੱਲਦਾ, ਓਏ ਪੂਰਾ ਜਾ ਕੇ ਮਨ ਲੈ ਕੇ ਆਓ ਆਪਣਾ, ਉਹ ਤਗੜਾ ਮਨ ਕਰ, ਮੇਰੇ ਮਗਰ ਚੱਲਣਾ, ਪੂਰੀ ਤਰ੍ਹਾਂ ਤਗੜੇ ਤਰੀਕੇ ਨਾਲ ਚੱਲ। ਇਹ ਰੱਬ ਕਹਿੰਦਾ 1% ਵੀ ਵਿੱਚ ਖੋਟ ਨਾ ਹੋਵੇ। ਜੇ ਖੋਟ ਹੋ ਗਈ, ਗੱਲ ਨਹੀਂ ਬਣਨੀ। ਇੱਕ ਵਾਰੀ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਮਹਾਰਾਜ ਦੇ ਸੇਵਾਦਾਰ ਬੰਗਾਲ ਤੋਂ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਆਏ, ਮਸੰਦ ਤੇ ਸੰਗਤਾਂ ਇਕੱਠੇ ਹੋ ਕੇ ਕਿ ਕੀ ਜੀ ਲੈ ਕੇ ਆਏ ਆ ਮਹਾਰਾਜ? ਤੁਹਾਡੇ ਵਾਸਤੇ ਪਾਲਕੀ ਲੈ ਕੇ ਆਏ ਆ। ਪਾਲਕੀ ਸੋਨਾ ਇਕੱਠਾ ਕੀਤਾ, ਤੇ ਸੋਨਾ ਇਕੱਠਾ ਕਰਕੇ ਸੰਗਤ ਨੇ, ਬੰਗਾਲ ਦੀ ਸੰਗਤ ਨੇ ਮਹਾਰਾਜ ਦੀ ਸੋਨੇ ਦੀ ਪਾਲਕੀ ਤਿਆਰ ਕੀਤੀ, ਤੇ ਸੋਨਾ ਲਗਾਇਆ ਮਹਾਰਾਜ ਦਾ 86 ਕਿਲੋ ਸੋਨਾ ਮਹਾਰਾਜ ਦਾ। ਪਾਲਕੀ ਬਣਾਈ, ਸੋਨਾ ਇਕੱਠਾ ਕੀਤਾ ਜੀ। ਇਹ ਕਿੰਨੀ ਪਾਲਕੀ ਹੈ? 86 ਕਿਲੋ ਦੀ ਪਾਲਕੀ ਹੈ ਜੀ। ਅੱਛਾ ਜੀ,
ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਤਿਆਰ ਕਰਕੇ ਸੰਗਤਾਂ ਲੈ ਕੇ ਆਈਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਵੀ ਨਹੀਂ ਪਾਲਕੀ ਨੂੰ। ਪਾਲਕੀ ਰੱਖੀ ਗਈ, ਸੇਵਾ 'ਚ ਰੱਖੀ ਗਈ, ਮਹਾਰਾਜ ਨੇ ਵੇਖਿਆ ਵੀ ਨਹੀਂ ਪਾਲਕੀ, ਤੱਕਿਆ ਹੀ ਨਹੀਂ। ਤੇ ਆਪਣਾ ਦੀਵਾਨ ਦੇ ਉੱਤੇ ਮਹਾਰਾਜ ਜੀ ਬੈਠੇ, ਕੀਰਤਨ ਸੁਣਿਆ, ਗੱਲਬਾਤ ਕੀਤੀ ਸੰਗਤ ਨਾਲ। ਕਹਿੰਦੇ ਸਭਾ ਖਤਮ ਹੋ ਗਈ ਜੀ, ਜਾਓ ਬਈ ਸੰਗਤੋ। ਸੰਗਤਾਂ ਬੜੀਆਂ ਉਦਾਸ। ਹੁਣ ਸੰਗਤ ਲੈ ਕੇ ਆਈ ਹੋਵੇ ਕੋਈ ਚੀਜ਼ ਤੇ ਮਹਾਰਾਜ ਜੀ ਉਹਦੇ ਵੱਲ ਵੇਖਣ ਵੀ ਨਾ, ਤੇ ਦਿਲ ਤੇ ਚੁੱਭਦਾ ਹੀ ਹੈ। ਸੰਗਤ ਦੇ ਮਨ ਵਿੱਚ ਬੜੀ ਚੁੱਭ ਪਈ। ਸੰਗਤ ਰੋਣ ਹਾਕੀ ਹੋ ਗਈ, ਰੋਣ ਲੱਗ ਪਈ ਕਿ ਅਸੀਂ ਤੇ ਸਤਿਗੁਰੂ ਵਾਸਤੇ, ਕਲਗੀਧਰ ਵਾਸਤੇ, ਪਾਤਸ਼ਾਹ ਵਾਸਤੇ ਇੰਨੀ ਸੋਹਣੀ ਪਾਲਕੀ ਬਣਾ ਕੇ ਲਿਆਏ, ਇੰਨਾ ਸੋਨਾ ਇਕੱਠਾ ਕੀਤਾ, ਪਾਲਕੀ ਬਣਾਈ ਸੋਨੇ ਦੀ, ਤੇ ਮਹਾਰਾਜ ਨੇ ਵੇਖਿਆ ਤੱਕ ਨਹੀਂ ਪਾਲਕੀ ਨੂੰ। ਤੇ ਪਤਾ ਨਹੀਂ ਕਿਉਂ ਮਨ 'ਚ ਗੁੰਝਲ ਆ ਗਏ, ਬੜੀਆਂ ਸੰਗਤਾਂ ਰੋਣ ਲੱਗ ਪਈਆਂ। ਮਹਾਰਾਜ ਜੀ ਨੂੰ ਦਇਆ ਆ ਗਈ, ਦਇਆਲੂ ਨੇ, ਰੋਣਾ ਨਹੀਂ ਵੇਖ ਸਕਦੇ ਸੰਗਤ ਦਾ। ਤੇ ਮਹਾਰਾਜ ਨੇ ਦੁਬਾਰਾ ਸਭਾ ਇਕੱਠੀ ਕਰ ਲਈ। ਓਏ ਦੀਵਾਨ ਦੁਬਾਰਾ ਸਜਾਓ, ਓਏ ਇਕੱਠਾ ਕਰ ਲਿਆ। ਬੰਦਿਆਂ ਨੂੰ ਰੋਕੋ, ਓਏ ਔਰ ਰੋਂਦੇ ਕਿਉਂ ਤੁਸੀਂ? ਇੱਥੇ ਆਓ ਸਾਡੇ ਸਾਹਮਣੇ, ਕਿਉਂ ਰੋਂਦੇ ਹੋ? ਮਹਾਰਾਜ ਨੇ ਉਹਨੂੰ ਪੁੱਛਿਆ, ਰੋਂਦੇ ਕਿਉਂ? ਮਹਾਰਾਜ ਜੀ ਅਸੀਂ ਇੰਨੀ ਦੂਰੋਂ ਆਏ ਤੁਹਾਡੇ ਦਰਸ਼ਨ ਕਰਨ ਵਾਸਤੇ। ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰੂ ਕੇ ਚਰਨ ਧੋਏ ਧੋਏ ਪੀਵਾਂ। ਅਸੀਂ ਤੁਹਾਡੇ ਮਹਾਰਾਜ ਜੀ ਚਰਨ ਧੋਣ ਪੀਣ ਵਾਸਤੇ, ਤੁਹਾਡੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਅਸੀਂ ਆਏ। ਤੇ ਤੁਸੀਂ ਮਹਾਰਾਜ ਜੀ ਸਾਡੀ ਪਾਲਕੀ ਨੂੰ ਵੇਖਿਆ ਵੀ ਨਹੀਂ। ਸਾਡਾ ਮਨ ਬੜਾ ਦੁਖਿਆ ਅੱਜ। ਸਾਡੇ ਕੋਲੋਂ ਕੀ ਪਾਪ ਹੋ ਗਿਆ, ਕੀ ਗੁਨਾਹ ਹੋ ਗਿਆ ਸੱਚੇ ਪਾਤਸ਼ਾਹ? ਬੜੀਆਂ ਸੰਗਤਾਂ ਰੋਣ ਕਰਲਾਣ ਡਈਆਂ ਨੇ ਮਹਾਰਾਜ ਜੀ, ਨਿੱਕੇ ਨਿੱਕੇ ਬੱਚੇ ਰੋਣ ਡੇ ਨੇ। ਮਹਾਰਾਜ ਨੇ ਵੇਖਿਆ ਵੀ ਨਹੀਂ ਪਾਲਕੀ ਵੱਲ। ਮਹਾਰਾਜ ਕਹਿੰਦੇ ਪੁੱਤਰ ਤੁਹਾਡਾ ਕਸੂਰ ਨਹੀਂ ਹੈ। ਮੈਂ ਪਾਲਕੀ ਵੱਲ ਇਸ ਕਾਰਨ ਨਹੀਂ ਵੇਖਿਆ ਕਿ ਇਹ ਪਾਲਕੀ ਤੁਸੀਂ ਬਣਾਈ ਸਾਰਿਆਂ ਨੇ। ਹਾਂਜੀ ਮਹਾਰਾਜ ਤੁਸੀਂ ਕਿਰਪਾ ਕੀਤੀ, ਸੰਗਤ ਨੇ ਸੋਨਾ ਇਕੱਠਾ ਕੀਤਾ ਮਹਾਰਾਜ, ਸਾਰਿਆਂ ਰਲ ਕੇ 86 ਕਿਲੋ ਸੋਨਾ ਇਕੱਠਾ ਕੀਤਾ ਮਹਾਰਾਜ। ਮਹਾਰਾਜ ਕਹਿੰਦੇ ਪੁੱਤਰ ਤੂੰ ਭੋਲਾ ਹੈ। ਇੱਕ ਬੀਬੀ ਤੇ ਇੱਕ ਬੰਦਾ ਸੀ, ਕਹਿੰਦੇ ਤੁਸੀਂ ਭੋਲੇ ਹੋ ਪੁੱਤਰ। ਸੋਨਾ ਤੁਸੀਂ ਇਕੱਠਾ ਕੀਤਾ, ਪਰ ਜਿਹੜਾ ਤੁਹਾਡਾ ਮਸੰਦ ਆਇਆ ਨਾ, ਮਸੰਦ ਸੀ ਮਸਨਤ, ਜਿਹੜੇ ਆਏ ਨੇ ਨਾ ਤੁਹਾਨੂੰ ਲੈ ਕੇ ਮੇਰੇ ਨਾਲ ਕੋਲ, ਇਹ ਪਾਲਕੀ ਲੈ ਕੇ। ਚਲੋ ਜੇ ਤੁਸੀਂ ਕਹਿ ਹੀ ਦਿੱਤਾ ਕਿ ਮੈਂ ਪਾਲਕੀ ਨੂੰ ਨਹੀਂ ਵੇਖਿਆ, ਤੇ ਹੁਣ ਮੈਨੂੰ ਇਹ ਸਾਬਤ ਵੀ ਕਰਨਾ ਪਏਗਾ ਮੈਂ ਕਿਉਂ ਨਹੀਂ ਵੇਖਿਆ। ਮਹਾਰਾਜ ਜੀ ਨੇ ਆਪਣੇ ਬੰਦੇ ਬੁਲਾਏ, ਕਹਿੰਦੇ ਇੱਧਰ ਆਓ, ਇਹ ਪਾਲਕੀ ਨੂੰ ਅੰਦਰੋਂ ਲੱਕੜਾਂ ਲਿਆਓ, ਇਹ ਪਾਲਕੀ ਨੂੰ ਅੱਗ ਲਾ ਦਿਓ, ਸਾੜ ਦਿਓ ਪਾਲਕੀ। ਸੰਗਤ ਇੱਕਦਮ ਬੜੀ ਹੈਰਾਨ ਮਾਯੂਸ ਹੋ ਗਈ। ਮਹਾਰਾਜ ਨੇ ਪਾਲਕੀ ਸਾੜਨ ਨੂੰ ਕਹਿ ਦਿੱਤਾ। ਮਹਾਰਾਜ ਕਹਿੰਦੇ ਜੋ ਮੈਂ ਕਹਿੰਦਾ ਮੰਨੋ, ਏ ਹੁਕਮ ਦੀ ਪਾਲਣਾ ਕਰੋ। ਪਾਲਕੀ ਸਾੜ ਦਿੱਤੀ ਗਈ। ਜਦੋਂ ਪਾਲਕੀ ਸਾੜੀ ਗਈ, ਉਹ ਸੋਨਾ ਜਦੋਂ ਸੜਿਆ, ਤੇ ਜਦੋਂ ਸੋਨਾ ਸੜਿਆ ਤੇ ਸੋਨਾ ਜਦੋਂ ਇਕੱਠਾ ਕੀਤਾ ਗਿਆ, ਮੁੜ ਕੇ ਕਹਿੰਦੇ ਇਹ ਇਕੱਠਾ ਕਰਕੇ ਸਾਨੂੰ ਕੱਲ ਅਸੀਂ ਵੇਖਾਂਗੇ, ਅੱਜ ਪਾਲਕੀ ਨੂੰ ਸੜਨ ਦਿਓ। ਪਾਲਕੀ ਜਦੋਂ ਸੜ ਗਈ, ਉਹਦਾ ਸੋਨਾ ਜਦੋਂ ਇਕੱਠਾ ਕੀਤਾ ਗਿਆ, ਤੇ ਪਤਾ ਕਿੰਨਾ ਇਕੱਠਾ ਹੋਇਆ? ਸਿਰਫ ਸੋਨਾ ਕਿੰਨਾ ਸੀ ਭਲਾ? ਸਿਰਫ 4-5 ਕਿਲੋ ਬਸ। 80 ਕਿਲੋ ਸੋਨਾ ਹੀ ਗਾਇਬ ਸੀ ਉਸ ਪਾਲਕੀ ਚੋਂ। ਖੋਟ ਸੀ, ਲੋਕ ਹੀ ਖਾ ਗਏ ਸਨ, ਸੰਗਤ ਹੀ ਖਾ ਗਈ ਸੀ ਵਿੱਚੋਂ। ਪਾਲਕੀ ਬਣਾਉਣ ਵਾਲੇ ਇਕੱਠਾ ਕੀਤਾ ਮਹਾਰਾਜ ਵਾਸਤੇ, ਤੇ ਵਿੱਚੋਂ ਹੀ ਗਾਇਬ ਕਰਤਾ ਸੋਨਾ। ਇਹ ਹੈ ਸਾਡੇ ਲੋਕਾਂ ਦਾ ਹਾਲ। ਮਹਾਰਾਜ ਕਹਿੰਦੇ ਨੇ ਮੈਂ ਖੋਟੀ ਚੀਜ਼ ਦੇ ਵਿੱਚ ਬੈਠਾਂਗਾ। ਕਹਿੰਦੇ ਮੈਨੂੰ ਤੁਹਾਡੀਆਂ ਸਾਰੀਆਂ ਕਹਾਣੀਆਂ ਪਤਾ, ਪਰ ਫਿਰ ਵੀ ਮੈਂ ਤੁਹਾਨੂੰ ਗਲੇ ਲਾਇਆ। ਪਤਾ ਕਿਉਂ? ਕਿਉਂਕਿ ਮੇਰਾ ਦਿਲ ਬੜਾ ਵੱਡਾ ਹੈ। ਮਹਾਰਾਜ ਉਹਨਾਂ ਨੂੰ ਕਹਿੰਦੇ ਮੇਰਾ ਦਿਲ ਵੱਡਾ ਹੈ, ਮੈਂ ਤੁਹਾਨੂੰ ਗਲੇ ਲਾਇਆ। ਇਹ ਮਤ ਸੋਚਿਓ ਮੈਨੂੰ ਤੁਹਾਡੀ ਕੋਈ ਕਰਤੂਤ ਨਹੀਂ ਪਤਾ। ਉਹ ਜਿਹੜੀ ਸੰਗਤ ਵਿਚਾਰੀ ਭੋਲੀ ਸੀ, ਜਿਹੜੀ ਸੰਗਤ ਨੂੰ ਨਹੀਂ ਸੀ ਪਤਾ, ਉਹ ਸੰਗਤ ਨੂੰ ਭੇਦ ਪਤਾ ਲੱਗਾ। ਸੰਗਤ ਕਹਿਣ ਲੱਗੀ ਮਹਾਰਾਜ ਸਾਡੇ ਕੋਲ ਤਾਂ ਇਹਨਾਂ ਨੇ ਘਰ ਘਰ ਤੋਂ ਸੋਨਾ ਇਕੱਠਾ ਕਰਕੇ ਲੈ ਕੇ, ਅਸੀਂ ਤਾਂ ਆਪਣੇ ਘਰ ਕੋਲ ਸੋਨਾ ਛੱਡਿਆ ਹੀ ਨਹੀਂ। ਚੂੜੀਆਂ, ਕੰਗਨ, ਸਭ ਕੁਝ ਮਹਾਰਾਜ ਜੀ ਅਸੀਂ ਗੁਰੂ ਦੇ ਹਵਾਲੇ ਕਰਤਾ ਕਿ ਗੁਰੂ ਦੀ ਪਾਲਕੀ ਬਣ ਰਹੀ ਹੈ, ਸਭ ਕੁਝ ਗੁਰੂ ਨੂੰ ਦੇ ਦਿਓ। ਸਾਨੂੰ ਪਤਾ ਹੀ ਨਹੀਂ ਸੀ ਵਿੱਚੋਂ ਕਿ ਇਹਨਾਂ ਨੇ ਵਿੱਚੋਂ ਖਾ ਜਾਣਾ ਸੋਨਾ। ਇਹ ਕਹਿੰਦੇ 86 ਕਿਲੋ ਇਕੱਠਾ ਕੀਤਾ ਸਾਡੇ ਸਾਹਮਣੇ ਮਹਾਰਾਜ ਜੀ, ਤੇ 86 ਕਿਲੋ ਸਾਡੇ ਸਾਹਮਣੇ ਮਹਾਰਾਜ ਜੀ ਇਕੱਠਾ ਹੋਇਆ। ਤੇ
ਮਾਰੇ ਦੀ ਪਾਲਕੀ 5 ਕਿਲੋ ਦੀ ਬਣੀ ਬਸ। ਇਹ ਹੈ ਦੁਨੀਆ ਜਿਹੜੇ ਅਸੀਂ ਬੈਠੇ ਆ। ਇਹ ਬਦਲਣ ਦੀ ਲੋੜ ਹੈ ਸੰਗਤ ਨੂੰ। ਅੱਜ ਵੀ ਖੋਟ ਨਹੀਂ ਰੱਖਣੀ। ਹਲਤ ਪਲਤ ਸਵਾਰਿਅਨ, ਹਲਤ ਪਲਤ ਨੂੰ ਤਾਂ ਸਵਾਰੇਗਾ ਤੁਹਾਡੇ ਮਨ 'ਚ ਖੋਟ ਨਹੀਂ ਹੋਏਗੀ। ਉਹਨੇ ਤੁਹਾਡੀ ਬਾਹ ਪਕੜਨੀ ਹੈ, ਇੱਥੇ ਵੀ ਤੁਹਾਨੂੰ ਉੱਥੇ ਤੱਕ ਵੀ। ਤੁਸੀਂ ਮਨ ਵਿੱਚ ਕਿਉਂ ਖੋਟ ਰੱਖਣੀ ਹੈ ਆਪਣੇ ਮਹਾਰਾਜ ਦੇ ਪ੍ਰਤੀ? ਅਰੇ ਸਿੱਧੇ ਤਰੀਕੇ ਨਾਲ ਚੱਲੋ ਨਾ ਯਾਰ। ਉਹ ਜੇ ਚੱਲਣਾ ਹੀ ਹੈ, ਗੁਰੂ ਦੇ ਲੜ ਲੱਗ ਹੀ ਗਏ ਹੋ, ਤੇ ਹੁਣ ਢੰਗ ਨਾਲ ਚੱਲੋ। ਹੇਰਾ ਫੇਰੀਆਂ ਛੱਡ ਕੇ ਤੇ ਗੁਰੂ ਦੇ ਲੜ ਲੱਗੇ ਹੀ, ਤੇ ਫਿਰ ਗੁਰੂ ਦੇ ਲੜ ਲੱਗ ਕੇ ਹੇਰਾ ਫੇਰੀਆਂ ਕਰਨੀਆਂ, ਫਿਰ ਗੁਰੂ ਦੇ ਲੜ ਲੱਗਣ ਦੀ ਲੋੜ ਕੀ ਹੈ? ਇੱਥੇ ਵੀ ਚਲਾਕੀਆਂ ਕਰਨੀਆਂ ਨੇ, ਫਿਰ ਗੁਰੂ ਧਾਰਨ ਕਰਨ ਦੀ ਲੋੜ। ਗੁਰੂ ਤੇ ਧਾਰਨ ਕੀਤਾ ਸੀ ਜਦੋਂ ਅਸੀਂ ਬਦਲਣਾ ਸੀ, ਹੁਣ ਬਦਲਣ ਦੀ ਬਰੀਆ ਹੈ ਤੇ ਗੁਰੂ ਧਾਰਨ ਕਰ ਲਓ, ਨਾਮ ਲੈ ਲਓ, ਹੁਣ ਬਦਲਣਾ। ਤੇ ਜੇ ਨਾਮ ਲੈ ਕੇ ਗੁਰੂ ਧਾਰਨ ਕਰਕੇ ਬੰਦਾ ਨਾ ਬਦਲਿਆ, ਉਦਾਂ ਹੀ ਬਣਿਆ ਰਿਹਾ ਜੋ ਨਾਮ ਲੈਣ ਤੋਂ ਪਹਿਲਾਂ ਸੀ ਉਹਦਾ ਹਾਲ, ਤੇ ਫਿਰ ਨਾਮ ਲੈਣ ਦਾ ਫਾਇਦਾ ਕੀ ਹੋਇਆ? ਇਹ ਗੁਰੂ ਧਾਰਨ ਕਰਨ ਦਾ ਫਾਇਦਾ ਕੀ ਹੋਇਆ? ਮੈਨੂੰ ਸਵਾਲ ਦਾ ਜਵਾਬ ਦਿਓ ਜਰਾ। ਤੇ ਜੇ ਤੁਸੀਂ ਪਹਿਲਾਂ ਵਰਗੇ ਹੀ ਰਹਿਣਾ, ਫਿਰ ਧਾਰਨ ਕਰਨ ਦਾ ਫਾਇਦਾ ਕੀ? ਫਿਰ ਨਾਮ ਲੈਣ ਦਾ ਕੀ ਫਾਇਦਾ? ਇਹਦਾ ਮਤਲਬ ਝੂਠ, ਝੂਠ ਜੀਵਨ ਝੂਠ ਹੀ ਹੋ ਗਿਆ ਨਾ ਫਿਰ ਤੇ। ਜੇ ਘਰ ਵਿੱਚ ਵੋਟੀ ਲੈ ਕੇ ਆਏ, ਵਿਆਹ ਕਰਾਓ ਜੀ, ਮੇਰਾ ਵਿਆਹ ਕਰਾਓ ਜੀ, ਹੁਣ ਵੋਟੀ ਆ ਗਈ ਜੀ, ਤੇ ਵੋਟੀ ਦਾ ਧਿਆਨ ਰੱਖਣਾ ਹੀ ਨਹੀਂ, ਤੇ ਵੋਟੀ ਦੇ ਨਾਲ ਭਾਈ ਘਰ 'ਚ ਲੈ ਕੇ ਕਿਉਂ ਆਏ ਹੋ? ਕਿਉਂ ਵਿਆਹ ਕਰਾਇਆ? ਕਿਸੇ ਦਾ ਕਿਉਂ ਘਰ ਉਜਾੜਨ ਡੇ ਹੋ? ਕਿਸੇ ਨੂੰ ਕਿਉਂ ਦੁਖੀ ਕਰਨ ਡੇ ਹੋ? ਬੱਚੀ ਨੂੰ ਜੇ ਘਰ ਨਹੀਂ ਚਲਾਉਣਾ ਆਉਂਦਾ ਤੇ ਨਾ ਵਿਆਹ ਕਰਾਓ, ਜਦੋਂ ਚਲਾਣਾ ਆ ਜਾਏਗਾ ਉਦੋਂ ਵਿਆਹ ਕਰਾ ਲਿਓ। ਲੈ ਆਏ ਵੋਟੀ ਤੇ ਦੁਖੀ ਕਰਨ ਡੇ ਹੋ, ਤੇ ਜਿੰਨਾ ਚਿਰ ਦੌੜ ਨਾ ਜਾਵੇ ਉਹਨਾਂ ਚਿਰ ਤੁਸੀਂ ਚੁੱਕ ਕੇ ਬਹਿਣਾ ਨਹੀਂ, ਫਿਰ ਉਹਨੇ ਘਰ ਭੱਜ ਜਾਣਾ, ਫਿਰ ਅਕਲ ਆਣੀ ਹਾਏ ਲੱਭੋ। ਫਿਰ ਉਦੋਂ ਸਾਡੇ ਕੋਲ ਫਿਰ ਪਤਾ ਲੱਗਦਾ ਚਲੋ ਮਹਾਰਾਜ ਕੋ ਚਲੋ, ਬਾਬਾ ਜੀ ਕੋ ਚਲੋ, ਇਹਨਾਂ ਨੂੰ ਦੱਸੋ ਜੀ ਸਾਡੇ ਘਰ 'ਚ ਪੈ ਗਿਆ ਸਿਆਪਾ। ਕੱਲ ਵੀ ਆਏ ਦੇ ਹੀ ਲੋਕ, ਲੜਾਈਆਂ ਆਪ ਕਰਦੇ ਨੇ ਤੇ ਰਜਾਮੰਦੀ ਮੈਂ ਕਰਾਰ ਕਰਦਾ, ਸਮਝਾਉਣਾ ਮੈਂ ਵਾਂ, ਵਿਚੋਲਾ ਵੀ ਮੈਂ ਨਹੀਂ, ਵਿਆਹ ਵੀ ਮੈਂ ਨਹੀਂ ਕਰਾਇਆ, ਪਰ 1 ਘੰਟਾ ਮੇਰਾ ਖਰਾਬ ਕਰ ਲਿਆ। ਇਹ ਰੋਜ਼ ਦਾ ਹੀ ਕੰਮ ਹੈ, ਹਰ ਬੰਦੇ ਦਾ ਕੰਮ ਹੈ। ਕਿਉਂਕਿ ਬੰਦੇ ਅੱਜ ਕੱਲ ਸੋਚਦੇ ਨਹੀਂ, ਪਤਾ ਨਹੀਂ ਕੀ ਹੋ ਗਿਆ, ਲੜਾਈਆਂ ਝਗੜੇ ਫਸਾਦ। ਤੁਹਾਡੇ 'ਚ ਸਬਰ ਕਿਉਂ ਨਹੀਂ ਹੈਗਾ? ਸਾਰਿਆਂ 'ਚ ਕਿਉਂ ਨਹੀਂ ਠੰਡ ਤੁਸੀਂ ਵਰਤਦੇ? ਕਿਉਂ ਨਹੀਂ ਸ਼ਾਂਤ ਹੋ ਕੇ ਬਹਿੰਦੇ? ਧੈर्य ਕਿਉਂ ਨਹੀਂ ਰੱਖਦੇ? ਮਨ 'ਚ ਸ਼ਾਂਤੀ ਕਿਉਂ ਨਹੀਂ ਰੱਖਦੇ? ਕਿਉਂ ਕਾਲੇ ਪਏ ਹੋ? ਕਿੱਥੇ ਭੱਜਣਾ? ਕਿੱਥੇ ਭਾਜਣਾ ਪਈਆਂ ਨੇ? ਕਿਉਂ ਦੌੜ ਰਹੇ ਹੋ? ਕਿੱਥੇ ਜਾਣਾ ਅਜੇ? ਕਿ ਸੋਚਿਆ ਕੀ ਕਰਨਾ? ਇਹ ਜਨਮ ਮਿਲਿਆ, ਪਹਿਲਾਂ ਇਹਨੂੰ ਠੀਕ ਤੇ ਕਰ ਲਈਏ। ਨਾ ਇੱਥੋਂ ਦੀ ਨਾ ਉੱਥੋਂ ਦੀ, ਦੋਨੋਂ ਪਾਸੇ ਤੋਂ ਅਸੀਂ ਟੁੱਟੇ ਹੋਏ ਹਾਂ। ਨਾ ਇੱਥੇ ਗੱਲ ਬਣ ਰਹੀ, ਨਾ ਉੱਥੋਂ ਦੀ ਗੱਲ ਬਣ ਰਹੀ। ਤੁਸੀਂ ਮੈਨੂੰ ਦੱਸੋ, 90% ਦੁਨੀਆ ਹੈ, 90 ਕੀ 99% ਦੁਨੀਆ, ਮਤਲਬ 99% ਦੁਨੀਆ ਨੂੰ ਇਹ ਨਹੀਂ ਪਤਾ ਸਾਡਾ ਜਨਮ ਹੋਇਆ ਕਿਉਂ ਹੈ। ਦੱਸ ਦਿਓ ਜੇ ਗੱਲ ਸੱਚ ਨਾ ਹੋਵੇ ਤੇ। 99% ਲੋਕਾਂ ਨੂੰ ਨਹੀਂ ਜੇ ਪਤਾ ਕਿ ਉਹ ਦੁਨੀਆ 'ਚ ਆਏ ਕਿਉਂ ਨੇ, ਉਹਨਾਂ ਨੇ ਜਨਮ ਕਿਉਂ ਲਿਆ, ਉਹਨਾਂ ਨੇ ਮਰਨ ਤੋਂ ਬਾਅਦ ਜਾਣਾ ਕਿੱਥੇ ਹੈ, ਕਿਸੇ ਨੂੰ ਨਹੀਂ ਜੇ ਪਤਾ। 99% ਲੋਕਾਂ ਨੂੰ ਨਹੀਂ ਜੇ ਪਤਾ ਕਿ ਉਹਨਾਂ ਦਾ ਜਨਮ ਕਿਉਂ ਹੋਇਆ। ਜਨਮ ਬਿਰਥਾ ਕਰ ਰਹੇ ਨੇ ਉਹ ਲੋਕ। ਕਦੀ ਉਹ ਪੈਸੇ ਵੱਲ ਹੋ ਜਾਂਦੇ ਨੇ, ਜਦੋਂ ਪੈਸਾ ਤੋਂ ਮਨ ਅੱਕ ਜਾਂਦਾ ਫਿਰ ਉਹ ਸ਼ਰਾਬਾਂ ਵੱਲ ਹੋ ਜਾਂਦੇ ਨੇ, ਜਦੋਂ ਸ਼ਰਾਬਾਂ ਤੋਂ ਮਨ ਅੱਕ ਜਾਂਦਾ ਫਿਰ ਉਹ ਹੋਰ ਕਿਸੇ ਗੰਦਗੀ ਵਾਲੇ ਪਾਸੇ ਹੋ ਜਾਂਦੇ ਨੇ, ਫਿਰ ਹੋਰ ਗੰਦਗੀ ਤੋਂ ਮਨ ਅੱਕ ਜਾਂਦਾ ਫਿਰ ਹੋਰ ਗੰਦਗੀ ਵਾਲੇ ਪਾਸੇ ਹੋ ਜਾਂਦੇ ਨੇ, ਫਿਰ ਉੱਥੋਂ ਮਨ ਅੱਕ ਜਾਂਦਾ ਫਿਰ ਹੋਰ ਪਾਸੇ ਹੋ ਜਾਂਦੇ ਨੇ। ਇਹ ਪਾਸੇ ਹੀ ਬਦਲ ਬਦਲ ਕੇ ਤੁਹਾਡੇ ਪਾਸੇ ਭੱਜ ਗਏ ਨੇ ਸਾਰਿਆਂ ਦੇ, ਸਾਰਿਆਂ ਦੇ। ਇੱਕ ਪਾਸਾ ਨਹੀਂ ਤੁਹਾਡੇ ਕੋਲ ਬਚਿਆ ਜਿਸ ਪਾਸੇ ਤੁਸੀਂ ਹੋ ਕੇ ਬੈਠੋ। ਕਦੀ ਸਵੇਰੇ ਉੱਠ ਕੇ ਬੁੱਧੀ ਕੁਝ ਕਹਿੰਦੀ, ਕਦੀ ਬੁੱਧੀ ਕੁਝ ਕਹਿੰਦੀ। ਜੇ ਬੁੱਧੀ ਨੂੰ ਕਿਉਂ ਮੰਨਣਾ? ਅਰੇ ਮੰਨਣਾ ਹੀ ਹੈ ਤੇ ਆਪਣੇ ਗੁਰੂ ਨੂੰ ਮੰਨੋ ਨਾ। ਗੁਰੂ ਕੀ ਕਹਿੰਦਾ? ਗੁਰੂ ਕਹਿੰਦਾ ਚੰਗਾ ਕੰਮ ਕਰ, ਚੰਗਾ ਕੰਮ ਸੋਚ, ਚੰਗਾ ਕੰਮ ਕਰ, ਚੰਗਾ ਕੰਮ ਸੋਚ। ਤੇ ਕਿਉਂ ਨਹੀਂ ਚੰਗਾ ਕੰਮ ਸੋਚਦੇ? ਕਿਉਂ ਨਹੀਂ ਚੰਗਾ ਕੰਮ ਕਰਦੇ? ਗੁਰੂ ਦੇ ਮਗਰ ਲੱਗੋ ਬਸ। ਔਰ ਜੇ ਗੰਦੀ ਸੋਚ ਆਵੇ, ਰੋਕਣ ਦੀ ਤਾਕਤ ਰੱਖੋ ਨਾ,
ਗੁਰੂ ਮਹਾਰਾਜ ਜੀ ਇਹ ਕਹਿੰਦੇ ਨੇ ਇਹ ਚੀਜ਼ ਨਹੀਂ ਸੋਚਣੀ, ਡਰ ਪੈਦਾ ਰੱਖੋ ਆਪਣੇ ਮਨ 'ਚ, ਭਾਵ ਪੈਦਾ ਰੱਖੋ, ਕਹੋ ਨਾ। ਗੁਰੂ ਮਹਾਰਾਜ ਕਹਿੰਦੇ ਨੇ ਇਹ ਕੰਮ ਰਸਤਾ ਨਹੀਂ ਪਕੜਨਾ, ਆਪਣੇ ਆਪ ਨੂੰ ਰੋਕੋ, ਕਿਉਂਕਿ ਗੁਰੂ ਕਹਿੰਦਾ ਰੋਕ ਆਪਣੇ ਆਪ ਨੂੰ। ਰੋਕੋ, ਕਿਉਂ ਨਹੀਂ ਰੋਕਦੇ? ਕਿਸੇ ਬਾਹਰੋਂ ਨਹੀਂ ਆ ਕੇ ਕਿਸੇ ਨੇ ਬਾਂਹ ਫੜਨੀ, ਕੋਈ ਬਾਹਰੋਂ ਨਹੀਂ ਆ ਕੇ ਕਿਸੇ ਨੇ ਰੋਕਣਾ ਤੁਹਾਨੂੰ, ਉਹ ਤੂੰ ਰੁਕ ਜਾ। ਕਿਉਂਕਿ ਜਦੋਂ ਤੁਸੀਂ ਕਰਮ ਕਰ ਰਹੇ ਹੁੰਦੇ ਹੋ, ਜਦੋਂ ਮਾੜੇ ਕਰਮ ਕਰਦੇ ਹੋ, ਤੁਸੀਂ ਕਿਸੇ ਦੇ ਸਾਹਮਣੇ ਥੋੜੀ ਮਾੜੇ ਕਰਮ ਕਰਦੇ ਹੋ। ਜਦੋਂ ਚੋਰੀ ਬੰਦਾ ਅੰਦਰੋਂ ਕਰਦਾ, ਜਦੋਂ ਗਲਤ ਹੈਰਾਫੇਰੀ ਕਰਦਾ, ਜਦੋਂ ਬੁਰੇ ਕਰਮ ਕਰਦਾ, ਅੰਦਰੋਂ ਪੈਦਾ ਹੁੰਦੇ ਨੇ ਉਹਦੇ ਬੁਰੇ ਕਰਮ, ਉਦੋਂ ਕੋਈ ਲਾਗੇ ਨਹੀਂ ਹੁੰਦਾ। ਫਿਰ ਆਪਣੇ ਆਪ ਨੂੰ ਆਪ ਹੀ ਠੀਕ ਕਰਨਾ ਪੈਂਦਾ। ਉੱਥੇ ਦਬਕਾ ਮਾਰੋ ਆਪਣੇ, ਓਏ ਏਦਾਂ ਦਬਕਾ ਮਾਰੋ, ਹਾਂ ਤੂੰ ਕੀ ਕਰਨ ਡਿਆ? ਆਪਣੇ ਆਪ ਨੂੰ ਕਹੋ, ਰੋਕੋ ਆਪਣੇ ਆਪ ਨੂੰ, ਕੀ ਕਰਨ ਡਿਆ? ਹੋਸ਼ ਵਿੱਚ ਆ। ਏਦਾਂ ਹੀ ਮਹਾਪੁਰਖ ਆਪਣੇ ਆਪ ਨੂੰ ਰੋਕਦੇ ਨੇ। ਕਾਲ ਜਦੋਂ ਬੁੱਧੀ ਜਦੋਂ ਭ੍ਰਿਸ਼ਟ ਹੁੰਦੀ ਬੰਦੇ ਦੀ, ਉਦੋਂ ਖੁਦ ਨੂੰ ਰੋਕਣਾ ਪੈਂਦਾ। ਰੋਕੋ, ਬੁੱਧੀ ਭਟਕੇਗੀ, ਐਰਰ ਆਏਗਾ, ਦਿਮਾਗ ਖਰਾਬ ਹੋਏਗਾ, ਉਹਨੂੰ ਠੀਕ ਰੱਖਣਾ ਪਏਗਾ ਤੁਹਾਨੂੰ ਸਭ ਨੂੰ। ਇਹੋ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਸੰਗਤ ਨੂੰ ਮੈਸੇਜ ਦਿੱਤਾ ਕਿ ਜੇ ਤੁਹਾਡਾ ਦਿਲ ਕਰਦਾ ਸੀ ਨਾ ਖੋਟ ਕਰਨ ਦਾ, ਮੇਰਾ ਸੋਨਾ ਖਾਣ ਦਾ, ਸੰਗਤ ਮੇਰੀ ਸੰਗਤ ਵਿੱਚੋਂ ਸੋਨਾ ਇਕੱਠਾ ਕੀਤਾ। ਸੰਗਤ ਨੂੰ ਦੇਖੋ ਸਮਝਾਇਆ ਮਹਾਰਾਜ ਨੇ ਕਿੱਦਾਂ, ਮੇਰੀ ਸੰਗਤ ਵਿੱਚੋਂ ਸੋਨਾ ਇਕੱਠਾ ਕੀਤਾ, ਮੇਰੇ ਨਾਮ ਦਾ ਸੋਨਾ ਇਕੱਠਾ ਕੀਤਾ, ਮੇਰੇ ਵਾਸਤੇ ਪਾਲਕੀ ਬਣਾਈ, ਮੇਰਾ ਸੋਨਾ ਤੁਸੀਂ ਖਾ ਗਏ। ਜੋ ਤੁਹਾਡਾ ਦਿਲ ਕਰਦਾ ਸੀ ਨਾ ਸੋਨਾ ਖਾਣ ਦਾ, ਸੋਨਾ ਚਾਹੀਦਾ ਸੀ, ਤੇ ਮੇਰੇ ਕੋਲ ਆਉਣਾ ਸੀ, ਮੈਨੂੰ ਕਹਿਣਾ ਸੀ ਮਹਾਰਾਜ ਸਾਨੂੰ ਸੋਨਾ ਦੇ ਦਿਓ, ਸਾਡਾ ਦਿਲ ਕਰ ਰਿਹਾ ਸੋਨਾ ਲੈਣ ਦਾ। ਫਿਰ ਮੈਂ ਤੁਹਾਨੂੰ ਆਪ ਹੀ ਦੱਸਣਾ ਸੀ ਸੋਨਾ ਤੁਹਾਨੂੰ ਮੈਂ ਦੇਵਾਂ ਕਿ ਮੈਂ ਨਾ ਦੇਵਾਂ। ਮੇਰੇ ਕੋਲ ਸਿੱਧਾ ਮੰਗ ਲੈਣਾ ਸੀ, ਹੇਰਾ ਫੇਰੀ ਨਹੀਂ ਸੀ ਕਰਨੀ ਮੇਰੇ ਅੱਗੇ ਲਾ ਕੇ, ਸਿੱਧਾ ਮੰਗ ਲਓ। ਉਹ ਰਸਤਾ ਕਿਉਂ ਪਕੜਨਾ, ਚਲਾਕੀ ਵਾਲਾ ਰਸਤਾ ਕਿਉਂ ਪਕੜਨਾ? ਜਦੋਂ ਸਿੱਧੇ ਤਰੀਕੇ ਨਾਲ ਮਾਇਆ ਆਵੇ, ਕਿਉਂ ਝੂਠ ਬੋਲ ਕੇ ਮਾਇਆ ਇਕੱਠੀ ਕਰਨੀ? ਉਹ ਮਾਇਆ ਨਹੀਂ ਚਾਹੀਦੀ, ਗੰਦੀ ਮਾਇਆ, ਗਲਤ ਮਾਇਆ। ਉਹ ਚਾਹੀਦਾ ਰਸਤਾ ਜਿਹੜਾ ਚੰਗਾ ਮਾਰਗ ਹੋਵੇ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਅੱਗੇ, ਸੰਸਾਰ ਸਾਗਰ ਤੇ ਰੱਖੀਅਨ, ਬਹੁੜ ਨ ਜਨਮੈ ਧਾਏ। ਇਹ ਸੰਸਾਰ ਸਾਗਰ ਜਿਹੜਾ ਹੈ, ਸੰਸਾਰ ਦਾ ਮਾਰਗ ਜਿਹੜਾ, ਸੰਸਾਰ ਦਾ ਰਸਤਾ ਜਿਹੜਾ, ਇੱਥੇ ਸਾਨੂੰ ਜਿਹੜਾ ਬਾਰ-ਬਾਰ ਜਨਮ ਲੈਣਾ, ਬਾਰ-ਬਾਰ ਮੌਤ ਲੈਣੀ, ਇਹ ਤੋਂ ਮਹਾਰਾਜ ਮੁਕਤ ਕਰ ਦਿੰਦੇ ਨੇ। ਮਹਾਰਾਜ ਕੋ ਤਾਕਤ ਹੈ ਮੁਕਤ ਕਰਨ ਦੀ। ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ। ਉਹਨਾਂ ਕੋ ਤਾਕਤ ਹੈ, ਉਹ ਮੁਕਤ ਕਰ ਸਕਦੇ ਨੇ। ਤੁਸੀਂ ਗੁਰੂ ਕੋ ਗਏ ਹੋ, ਤੁਸੀਂ ਇਹ ਸੋਚ ਕੇ ਆਓ ਸਾਨੂੰ ਅਗਲਾ ਜਨਮ ਮੁਕਤ ਕਰਾਣਾ ਹੈ। ਕੀ ਕਰਾਣਾ ਹੈ? ਅਸੀਂ ਖਲਾਸੀ ਕਰਦੇ, ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ। ਘਾਲ ਨਾ ਕੀਤੀ, ਨਾਨਕ ਤੇ ਮੁਖ ਉਜਲੇ, ਉਜਾਲਾ ਉਹਨਾਂ ਦੇ ਮੁਖਾਂ ਤੇ, ਕੀਤੀ ਛੁੱਟੀ ਨਾਲ। ਉਹਨਾਂ ਦਾ ਛੁਟਕਾਰਾ ਵੀ ਹੋ ਗਿਆ ਜਨਮਾਂ ਦਾ। ਉਹਨੂੰ ਆਵਣ ਜਾਵਣ ਦੀ ਹੁਣ ਲੋੜ ਨਹੀਂ। ਉਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਨਾਮ ਦੇ ਉੱਤੇ ਮਿਹਨਤ ਕੀਤੀ, ਜਿਨ੍ਹਾਂ ਨੇ ਨਾਮ ਵਾਲੇ ਪਾਸੇ ਧਿਆਨ ਲਾਇਆ, ਉਹਨਾਂ ਨੂੰ ਮੁਕਤੀ ਮਿਲ ਗਈ। ਉਹਨਾਂ ਦਾ ਚਿਹਰਾ ਲਿਸ਼ਕ ਪੁਸ਼ਕ ਗਿਆ, ਉਹਨਾਂ ਦੇ ਉਜਾਲਾ ਆ ਗਿਆ, ਪ੍ਰਕਾਸ਼ ਆ ਗਿਆ, ਚਿਹਰੇ ਤੇ ਨੂਰ ਆ ਗਿਆ, ਜਲਾਲ ਆ ਗਿਆ, ਚਿਹਰਾ ਲੁੱਥ ਲੁੱਥ ਕਰਨ ਲੱਗ ਪਿਆ। ਇਹ ਸ਼ਬਦ ਰੋਜ਼ ਬੋਲੇ ਜਾਂਦੇ ਨੇ, ਪਰ ਕਿਸੇ ਨੂੰ ਸੋਝੀ ਨਹੀਂ ਕਿ ਇਹ ਸ਼ਬਦ ਦਾ ਅਰਥ ਕੀ ਹੈ। ਛੁਟਕਾਰਾ ਮੰਗਿਆ, ਛੁਟਕਾਰਾ ਦੇ ਦਿਓ। ਕੀਤੀ ਛੁੱਟੀ ਨਾਲ, ਛੁੱਟੀ ਵੀ ਦੇ ਦੇਣਾ ਮਹਾਰਾਜ ਜੀ, ਹੁਣ ਅਸੀਂ ਵਾਪਸ ਨਹੀਂ ਆਉਣਾ। ਮੈਂ ਤਾਂ ਅੰਦਰ ਵੀ ਗੱਲ ਕਰਦਾ ਪਿਆ ਸੀ, 2-3 ਬੰਦੇ ਬਾਬਾ ਜੀ ਬੈਠੇ ਸੀ, ਉਹ ਮੱਲੀ ਬਾਬਾ ਜੀ ਸੀ, ਉਹ 2-4 ਬੰਦੇ। ਮੈਂ ਅੰਦਰ ਬੈਠਾ ਸੀ ਸਵੇਰੇ, ਮੈਂ ਤਾਂ ਰੱਬ ਨੂੰ ਕਿਹਾ, ਮੈਂ ਮਹਾਰਾਜ ਮੈਨੂੰ ਹੁਣ ਅਗਲੀ ਵਾਰੀ ਨਾਲ ਧਰਤੀ ਤੇ ਮੈਨੂੰ ਨਾ ਭੇਜਿਓ, ਮੇਰਾ ਮਨ ਨਹੀਂ ਕਰਦਾ ਇਹ ਦੁਨੀਆ 'ਚ। ਮੇਰੀ ਅੰਦਰਲੀ ਗੱਲ ਹੈ, ਕੋਈ ਫਾਇਦਾ ਨਹੀਂ ਇੱਥੇ, ਕੋਈ ਚੱਜ ਨਹੀਂ, ਕੋਈ ਸਵਾਦ ਨਹੀਂ। ਮੁੜ ਮੁੜ ਕੇ ਇੱਥੇ ਉਹੀ ਦੁੱਖ, ਉਹੀ ਕਹਾਣੀਆਂ। ਇੱਕ ਬੰਦਾ ਠੀਕ ਹੋ ਜਾਂਦਾ, ਦੂਜਾ ਬਿਮਾਰ ਹੈ, ਦੂਜਾ ਠੀਕ ਹੈ, ਤੀਜਾ ਬਿਮਾਰ ਹੈ। ਮੇਰੇ ਵਾਸਤੇ ਇਹੋ ਹੀ ਸਭ ਕੁਛ ਹੈ। ਮੈਂ ਤੇ ਉਹੀ ਲੋਕਾਂ ਦੇ ਵਿੱਚ ਵਿਚਰੀ ਜਾਂਦਾ। ਲਾਈਨਾਂ 'ਚ ਲੋਕ ਲੱਗੇ ਨੇ, ਉਹ ਲੋਕ ਮੇਰੇ ਨਾਲ ਕਦੀ ਕਿਸੇ ਨੇ ਰੱਬ ਦੀ ਗੱਲ ਨਹੀਂ ਕੀਤੀ ਕਿ ਚਲੋ ਰੱਬ ਦੀ ਗੱਲ ਕਰੀਏ ਆਪਾਂ,
ਬੈਠੀਏ ਆਪਾਂ ਰੱਬ ਦੇ ਬਾਰੇ ਵਿਚਾਰ ਕਰੀਏ। ਰੱਬ ਦਾ ਸ਼ੌਂਕ ਹੀ ਨਹੀਂ ਕਿਸੇ ਨੂੰ, ਕੋਈ ਵੀ ਨਹੀਂ ਬੰਦਾ ਮੈਨੂੰ ਟੱਕਰਿਆ ਤੇ ਕਿੱਦਾਂ ਚੱਲੇਗਾ। ਮੈਂ ਤੇ ਮਹਾਰਾਜ ਨੂੰ ਬੇਨਤੀ ਕਰਦਾ, ਮੈਂ ਮਹਾਰਾਜ ਮੈਨੂੰ, ਮੈਂ ਹੁਣ ਮੇਰੇ ਕੋਲ ਜਿੰਨੀ ਸੇਵਾ ਲੈਣੀ ਲੈ ਲਓ, ਪਰ ਮੇਰਾ ਖੁਲਾਸਾ ਕਰ ਦਿਓ, ਮੈਨੂੰ ਵਾਪਸ ਨਾ ਸੰਸਾਰ ਵਿੱਚ ਏਦਾਂ ਨਾ ਲਿਆਇਓ। ਇਹ ਬੜਾ ਹੀ ਔਖਾ ਮਾਰਗ ਹੈ। ਮੈਂ ਦਿਲ ਹੀ ਨਹੀਂ ਕਰਦਾ ਸੰਸਾਰ ਸਾਗਰ ਤੋਂ ਪਾਰ ਹੋ ਜਾਣਾ ਚਾਹੁੰਦੇ ਆ। ਮਹਾਰਾਜ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ ਬਸ। ਇਹ ਜਗ੍ਹਾ, ਇਹ ਸੰਸਾਰ ਰਹਿਣ ਦੇ ਕਾਬਲ ਨਹੀਂ ਹੈ। ਦੱਸ ਦਿਓ ਜੇ ਹੈਗਾ ਤੇ ਅੱਗੇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਜੀਭ ਇੱਕ ਹੈ, ਗੁਣ ਅਨੇਕ ਨੇ, ਗੁਣ ਗਾਇਆ ਕਰੋ। ਰੱਬ ਨੇ ਇੱਕ ਜੀਭ ਦਿੱਤੀ ਹੈ, ਬੜੇ ਗੁਣ ਦਿੱਤੇ ਨੇ, ਗਾਓ ਉਸ ਜੀਭ ਤੋਂ ਅਨੇਕ ਗੁਣ ਗਾਓ ਤੇ ਕਹੋ ਮੈਨੂੰ ਆਪਣੀ ਚਰਨੀ ਲਾ ਲੈ। ਬਸ ਗੁਣ ਗਾ ਕੇ ਕੀ ਮੰਗਣਾ, ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਨਾ। ਚਰਨਾਂ 'ਚ ਲਗਾਇਆ ਹੀ, ਚਰਨਾਂ 'ਚ ਲਗਾਏ ਰੱਖਣਾ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਚਰਨਾਂ 'ਚ ਲਗਾਇਆ ਹੀ, ਚਰਨਾਂ 'ਚ ਲਗਾਏ ਰੱਖਣਾ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਅਸੀਂ ਔਗਣ ਹਾਰੇ ਹਾਂ, ਤੇਰੇ ਗਮ ਦੇ ਮਾਰੇ ਹਾਂ। ਲੱਖਾਂ ਦਰਦ ਮਿਲੇ ਸਾਨੂੰ, ਪਰ ਤੇਰੇ ਸਹਾਰੇ ਹਾਂ। ਉਹ ਲੱਖਾਂ ਦਰਦ ਮਿਲੇ ਸਾਨੂੰ, ਪਰ ਤੇਰੇ ਸਹਾਰੇ ਹਾਂ। ਸਾਡਾ ਦਰਦ ਵੰਡਾਇਆ ਈ, ਸਾਡਾ ਦਰਦ ਵੰਡਾਏ ਰੱਖਣਾ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਆਸਾਂ ਤੇ ਉਮੰਗਾਂ ਦਾ ਇੱਕ ਤੂੰ ਹੀ ਸਹਾਰਾ ਏ। ਹੋ ਜੀ ਹੋ ਆਸਾਂ ਤੇ ਉਮੰਗਾਂ ਦਾ ਇੱਕ ਤੂੰ ਹੀ ਸਹਾਰਾ ਏ। ਤੇਰੇ ਨਾਮ ਦੀ ਮਸਤੀ ਦਾ ਸਾਨੂੰ ਮਿਲਿਆ ਨਜ਼ਾਰਾ ਏ। ਓ ਤੇਰੇ ਨਾਮ ਦੀ ਮਸਤੀ ਦਾ ਸਾਨੂੰ ਮਿਲਿਆ ਨਜ਼ਾਰਾ ਏ। ਫਿਰ ਸਾਨੂੰ ਮਸਤ ਬਣਾਇਆ ਈ, ਹੋ ਸਾਨੂੰ ਮਸਤ ਬਣਾਈ ਰੱਖਣਾ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਚਰਨਾਂ 'ਚ ਆਈ, ਚਰਨਾਂ 'ਚ ਲਗਾਏ ਰੱਖਣਾ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਇੱਥੋਂ ਆਖੋ ਮਾਰੇ ਨੂੰ, ਚਰਨਾਂ 'ਚ, ਦਿਲ ਤੋਂ ਆਖੋ ਅੱਜ ਕਿ ਚਰਨਾਂ 'ਚ ਜੋੜ ਕੇ ਰੱਖੇ, ਇੱਕ ਪਲ ਵੀ ਦੂਰ ਨਾ ਕਰੀ। ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਜਦੋਂ ਅਸੀਂ ਸੰਗਤ ਵਿੱਚ ਆ ਜਾਂਦੇ ਹਾਂ ਨਾ, ਉਸ ਦਿਨ ਤੋਂ ਬਾਅਦ ਅਸਲੀ ਜੀਵਨ ਉਦੋਂ ਸ਼ੁਰੂ ਹੁੰਦਾ ਹੈ। ਅਸਲੀ ਜੀਵਨ ਉਹਨੂੰ ਕਹਿੰਦੇ ਨੇ,
ਸੰਗਤ ਵਿੱਚ ਆਈਦਾ। ਕਿਹੜੀ ਸੰਗਤ ਵਿੱਚ? ਫਿਰ ਅਸੀਂ ਇੱਕ ਸੰਗਤ ਬਣ ਕੇ ਜੀਨੇ ਆ। ਫਿਰ ਸਾਡੀਆਂ ਆਪਣੀਆਂ ਇੱਛਾਵਾਂ ਨਹੀਂ ਹੈ। ਇਹੀ ਨਹੀਂ ਕਹਿ ਸਕਦੇ ਸੰਡੇ ਨੂੰ ਜੀ ਮੈਂ ਸਤਸੰਗ ਤੇ ਨਹੀਂ ਜਾਣਾ ਜੀ। ਅਰੇ ਭਾਈ, ਇੱਕ ਦਿਨ ਤੈਨੂੰ ਸਤਸੰਗ ਤੇ ਜਾਣਾ, 6 ਦਿਨ ਤੂੰ ਆਪਣੇ ਕੰਮ ਕਰਨੇ, ਇੱਕ ਦਿਨ ਆਪਣੇ ਸਤਸੰਗ ਤੇ ਜਾਣਾ। ਕਿਉਂ ਨਹੀਂ ਜਾਣਾ ਤੂੰ? ਇੱਕ ਦਿਨ ਗੁਰੂ ਦਾ, 6 ਦਿਨ ਮੇਰੇ। ਕਿਉਂ ਨਹੀਂ ਜਾਣਾ? ਜਿਹੜਾ ਤੂੰ, ਜਦੋਂ ਤੈਨੂੰ ਖਿੱਚ ਪੈਣ ਦਾ ਵੇਲਾ ਆਉਂਦਾ ਉਦੋਂ ਤੂੰ ਆਪਣੀ ਕਹਿੰਦਾ ਜੀ ਮੈਂ ਕਿਤੇ ਇੱਧਰ ਉੱਧਰ ਭਟਕਾਂ, ਤੇ ਫਿਰ ਤੈਨੂੰ ਖਿੱਚ ਕੀ ਪੈਣੀ ਰੱਬ ਦੀ? ਤੂੰ ਆਪ ਖਿੱਚਣਾ ਨਹੀਂ ਚਾਹੁੰਦਾ ਰੱਬ ਵਾਲੇ ਪਾਸੇ। ਤੂੰ ਕੋਸ਼ਿਸ਼ ਕਰੇਗਾ ਰੱਬ ਵਾਲੇ ਪਾਸੇ ਜਾਵੇਂਗਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਤੂੰ ਚੱਲੇਗਾ ਤੇ ਕੋਟ ਕਦਮ ਮੇਰਾ ਗੁਰੂ ਚੱਲੇਗਾ। ਇੱਦਾਂ ਹੀ ਰਸਤਾ ਕੱਟਿਆ ਜਾਂਦਾ ਹੈ। ਇੱਕ ਕਦਮ ਤੂੰ ਚੱਲ, ਇੱਕ ਸੰਡੇ ਤੂੰ ਚੱਲ, ਤੇ ਰੋਜ਼ ਮਹਾਰਾਜ ਨੇ ਤੇਰੇ ਵੱਲ ਭਜਣਾ। ਤੈਨੂੰ ਮੈਂ ਦੱਸਦਾ, ਇੱਕ ਇਹ ਜੀਵਨ ਦੀ ਜਾਚ ਸਿੱਖ ਲਓ। ਬਾਰ-ਬਾਰ ਕਦਮ ਦੌੜਨ ਗੁਰੂ ਦੇ ਘਰ ਵੱਲ, ਬਾਰ-ਬਾਰ ਸੰਤ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠਣ ਦਾ ਮੌਕਾ ਮਿਲੇ, ਸਮਝ ਲੈਣਾ ਜਨਮ ਸਫਲ ਹੋ ਰਿਹਾ। ਬਾਰ-ਬਾਰ ਦਿਲ ਕਰੇ ਸੰਗਤ ਤੋਂ ਭੱਜਣ ਦਾ, ਬਾਰ-ਬਾਰ ਉਖੜ ਰਿਹਾ ਮਨ, ਬਾਰ-ਬਾਰ ਸਤਸੰਗ ਤੇ ਜਾਣ ਦਾ ਦਿਲ ਨਹੀਂ ਕਰਦਾ, ਗੁਰੂ ਕੋ ਜਾਣ ਦਾ ਦਿਲ ਨਹੀਂ ਕਰਦਾ, ਸੰਗਤ ਸਤਸੰਗ ਕੀਰਤਨ ਸ਼ਬਦ ਬਾਣੀ ਤੋਂ ਦੌੜਦਾ ਮਨ। ਇਹਦਾ ਮਤਲਬ ਤੁਹਾਡਾ ਮਾੜਾ ਸਮਾਂ ਹੈ। ਕਿੱਥੇ ਜਵਾਬ ਦਿਓਗੇ ਜਾ ਕੇ? ਕੀ ਕੀਤਾ ਅੱਜ ਤੱਕ? 70 ਸਾਲ ਦੇ ਹੋ ਗਏ ਹੋ, 60-70 ਸਾਲ ਦੀ ਉਮਰ ਹੋ ਗਈ ਹੈ। ਕੀ ਕੀਤਾ ਹੈ? ਦੱਸ ਦਿਓ। 70 ਦਿਨ ਵੀ ਜੇ ਕਮਾਈ ਕੀਤੀ ਹੋਵੇ, 70 ਦਿਨ ਵੀ ਚੱਜ ਨਾਲ ਗੁਰੂ ਦੇ ਵਾਸਤੇ ਤੇ ਭਗਵਾਨ ਵਾਸਤੇ ਕੱਢੇ ਹੋਣ, ਮੈਨੂੰ ਦੱਸ ਦਿਓ। 70 ਦਿਨ ਕੀ ਗੱਲਾਂ ਕਰਨੀਆਂ? 70 ਦਿਨ ਵੀ ਨਹੀਂ ਤੁਹਾਡੇ ਕੋਲ ਢੰਗ ਦੇ ਜਿਹੜੇ ਗੁਰੂ ਨੂੰ ਦਿੱਤੇ ਹੋਣ। ਪੂਰਾ ਦਿਨ ਵੀ ਨਹੀਂ ਦਿੱਤਾ। ਕਿੰਨੇ ਦਿੱਤਾ? 2 ਘੰਟੇ, 3 ਘੰਟੇ, 4 ਘੰਟੇ, ਉਹ ਵੀ ਆਪਣੀ ਮਰਜ਼ੀ ਨਾਲ। ਔਰ ਜਦੋਂ ਆਏ ਉਦੋਂ ਵੀ ਉੱਥੇ ਪੂਰੀ ਤਰ੍ਹਾਂ ਨਹੀਂ ਆਏ, ਧਿਆਨ ਕਿਤੇ ਹੋ ਰਹੀ ਸੀ। ਆ ਕੇ ਸਰੀਰ ਕੋਲ ਬਹਿ ਗਏ, ਮਨ ਤੇ ਉੱਥੇ ਬੈਠੇ ਨਹੀਂ ਕਦੀ। ਫਿਰ ਗੱਲਾਂ ਮਾਰਦੇ ਹੋ ਕਿ ਰੱਬ ਤੁਹਾਡੇ ਕੰਮ ਨਹੀਂ ਸਵਾਰਦਾ। ਆਪਣੇ ਵੱਲ ਵੇਖੋ। ਪੂਰਾ ਪ੍ਰਭ ਆਰਾਧੀਏ, ਪੂਰਾ ਜਾਂਕਾ ਨਾਉ ਨਾਨਕ, ਪੂਰਾ ਪਾਈਏ ਪੂਰੇ ਕੇ। ਅਰੇ ਪੂਰੀ ਤਰ੍ਹਾਂ ਚੱਲੋ ਭਾਈ, ਕਿਸੇ ਦੇ ਮਗਰ ਢੰਗ ਨਾ ਚੱਲੋ। ਚੱਲਣਾ ਹੀ ਜੇ ਅਜੇ ਮਾਂ ਬਾਪ ਨਾਲ ਪਿਆਰ ਕਰਨਾ ਹੀ ਹੈ ਤੇ ਢੰਗ ਨਾ ਕਰੋ। ਬੱਚੇ ਨੂੰ ਇਹ ਸਿਖਾਇਆ ਜਾਂਦਾ, ਓਏ ਮਾਂ ਨੂੰ ਢੰਗ ਨਾ ਪੂਜ, ਓਏ ਮਾਂ ਤੇਰੀ, ਪਿਓ ਤੇਰਾ, ਢੰਗ ਨਾਲ ਮਾਂ ਬਾਪ ਦਾ ਸੇਵਾ ਕਰਿਆ ਕਰ, ਮਾਂ ਬਾਪ ਕੋ ਬੜਾ ਕੁਝ ਮਿਲ ਜਾਂਦਾ। ਤੇ ਨਿਆਣਿਆਂ ਨੂੰ ਸਮਝਾਉਂਦੇ ਹੋ ਤੇ ਆਪ ਤੁਸੀਂ ਨਿਆਣੇ ਹੋ ਗੁਰੂ ਦੇ, ਆਪ ਨਹੀਂ ਸਮਝਦੇ, ਆਪਣੇ ਆਪ ਨੂੰ ਸਮਝਾਉਂਦੇ ਕਿ ਢੰਗ ਨਾ ਚੱਲ, ਤੂੰ ਗੁਰੂ ਦੇ ਮਗਰ ਢੰਗ ਨਾ ਚੱਲ, ਤਰੀਕੇ ਨਾਲ ਚੱਲ। जब तरीका आ गया ना, मौजे ही मौजे ने। तो हम मंगना नहीं, उन्हें दे ही जाना। देंदा दे लेंदे थक पाए, जुगा जगंतर खाए खाए। खाई जाते हो, देंदा दे ही जा रहा है तो वह थकदा नहीं। देन लगे तू ही थक जाते हो, लैन लगे। कभी मौज च आवे ना, तकदीर बदल के रख देगा। मौज विच लिया के वेखो रब नूं। तुसीं ते चंगी तरह चलते भी नहीं। अही लोग अही तो कहना ठीक है यार, आ गए ना। ये कोई इदां दा माहौल ना बनाओ। जे आउणा है तो फिर असल विच आओ, ये नकली विच ना आओ, असल विच आओ। मारे दी शरण च चरना च लगाया ही। हुण असल विच गा के वेखो। पहला तुसीं होर तरीके नाल गाया, हुण असल विच गाओ कि मैनूं चरना च लगा के रखना। मज़ा ही कुछ होर होएगा। गा के देखो। चरना च लगाया ही, चरना च लगाए रखना, असी बाल न्याणे हाँ, हथ प्यार दा सिर रखना। जो गा रहे हो सुनो मी अपने आप ही। चरना च लगाया, चरना च लगाए रखना, असी बाल न्याणे हाँ, हथ प्यार दा सिर रखना। असी प्यासे सी दर्शन दे, दर्शन नू तरस दे सी। हो जी हो, असी प्यासे सी दर्शन दे,
ਦਰਸ਼ਨ ਨੂੰ ਤਰਸਦੇ ਸੀ, ਏ ਨੈਣ ਨਿਮਾਣੇ ਵੀ ਪਏ ਛਮ ਛਮ ਬਰਸਦੇ ਸੀ, ਏ ਨੈਣ ਨਿਮਾਣੇ ਵੀ ਪਏ ਛਮ ਛਮ ਬਰਸਦੇ ਸੀ। ਨੈਣਾ ਚ ਵਸਾਇਆ ਈ, ਨੈਣਾ ਚ ਵਸਾਏ ਰੱਖਣਾ, ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ, ਚਰਨਾਂ ਚ ਲਗਾਇਆ ਹੀ, ਚਰਨਾਂ ਚ ਲਗਾਏ ਰੱਖਣਾ, ਅਸੀਂ ਬਾਲ ਨਿਆਣੇ ਹਾਂ, ਹੱਥ ਪਿਆਰ ਦਾ ਸਿਰ ਰੱਖਣਾ। ਦੇਖੋ ਕਿੰਨਾ ਮਜ਼ਾ ਆ ਗਿਆ। ਚਰਨਾਂ ਚ ਲਗਾਇਆ ਹੀ, ਚਰਨਾਂ ਚ ਲਗਾਈ ਰੱਖਣਾ, ਇੰਨਾ ਹੀ ਕਹਿਣਾ ਬਸ, ਉਹ ਦਿਲੋਂ ਕਹਿਣਾ, ਗੱਲ ਬਣ ਜਾਣ। ਇੱਕ ਬੀਬੀ ਸੀ, ਉਹ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਪਾਸ ਆਈ। ਭੱਜ ਕੇ ਮਾਤਾ ਨੇ ਘੋੜੇ ਦੀ ਲਗਾਮ ਫੜ ਲਈ ਤੇ ਬੋਲਣ ਲੱਗ ਪਈ ਮਹਾਰਾਜ ਨੂੰ, ਤੂੰ ਪਤਿਤ ਮੈਂ ਪਤਿਤ ਪਾਵਨ, 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 ਤੂੰ ਪਤਿਤ ਮੈਂ ਪਤਿਤ ਪਾਵਨ। ਕੁਝ ਲੋਕ ਸਿਆਣੇ ਖੜੇ ਸੀ ਮਹਾਰਾਜ ਦੇ ਲਾਗੇ, ਉਹ ਕਹਿੰਦੇ ਮਾਤਾ, ਉਹ ਬੀਬੀ ਇਹ ਕੀ ਕਹਿਣ ਨਹੀਂ ਹੈ? ਉਹ ਕਹਿ ਰਹੀ, ਉਹਦਾ ਮਤਲਬ ਸੀ ਤੂੰ ਪਤਿਤ, ਮਤਲਬ ਤੂੰ ਰੱਬ ਮਹਾਰਾਜ ਨੂੰ, ਗੁਰੂ ਮਹਾਰਾਜ ਨੂੰ ਪਤਿਤ ਕਹਿ ਰਹੀ ਸੀ। ਪਤਿਤ ਦਾ ਮਤਲਬ ਹੁੰਦਾ ਆ ਪਾਪੀ, ਤੇ ਪਤਿਤ ਪਾਵਨ ਦਾ ਮਤਲਬ ਹੁੰਦਾ ਆ ਪਾਪ ਨੂੰ ਧੋਣ ਵਾਲਾ, ਪਾਪ ਨੂੰ ਬਖਸ਼ਣ ਵਾਲਾ। ਪਾਵਨ, ਪਤਿਤ ਨੂੰ ਪਾਵਨ ਕਰਨ ਵਾਲਾ ਗੁਰੂ। ਕਹਿਣਾ ਸੀ ਗੁਰੂ ਨੂੰ ਪਤਿਤ ਪਾਵਨ, ਕਹਿਣ ਦੀ ਸੀ ਗੁਰੂ ਨੂੰ ਪਤਿਤ, ਆਪਣੇ ਆਪ ਨੂੰ ਪਤਿਤ ਪਾਵਨ। ਮੂੰਹ ਤੋਂ ਕਹਿੰਦੀ ਤੂੰ ਪਤਿਤ ਮੈਂ ਪਤਿਤ ਪਾਵਨ, ਤੂੰ ਪਤਿਤ ਮੈਂ ਪਤਿਤ ਪਾਵਨ। ਤੇ ਮਹਾਰਾਜ ਜੀ ਅੱਖਾਂ ਬੰਦ ਕਰਕੇ ਸੁਣੀ ਜਾ ਰਹੇ ਨੇ, ਗੁਰੂ ਹੈ। ਸੰਗਤ ਨੇ ਟੋਕਿਆ ਤੇ ਮਹਾਰਾਜ ਨੇ ਰੋਕ ਦਿੱਤਾ, ਰੋਕ ਦਿੱਤਾ। ਮਾਤਾ ਤੂੰ ਕਹੀ ਜਾ। ਮਾਤਾ ਕਹੀ ਜਾ ਰਹੀ ਹੈ। ਮਾਤਾ ਨੂੰ ਖਿਆਲ ਆਇਆ, ਉਹ ਕਿ ਗੱਲ ਤੇ ਠੀਕ ਹੈ, ਕਹਿਣਾ ਤੇ ਸੀ ਕਿ ਮੈਂ ਪਤਿਤ ਤੂੰ ਪਤਿਤ ਪਾਵਨ, ਮੈਂ ਪਤਿਤ ਤੂੰ ਪਤਿਤ ਪਾਵਨ, ਕਹਿਣ ਮੈਂ ਉਲਟਾ ਡਈ ਹਾਂ। ਮਾਫੀ ਮੰਗ ਲਈ ਮਹਾਰਾਜ ਜੀ, ਸ਼ਰਮਿੰਦੀ ਹੋ ਗਈ ਮਾਂ। ਮਹਾਰਾਜ ਜੀ ਮੈਨੂੰ ਕਮਲੀ ਨੂੰ ਮਾਫ ਕਰ ਦਿਓ, ਮੈਂ ਚੱਲੀ ਜੀ, ਮੈਨੂੰ ਪਤਾ ਨਹੀਂ ਸ਼ਬਦਾਂ ਦਾ ਹੇਰ ਫੇਰ, ਮੈਂ ਇੰਨੀ ਗਿਆਨੀ ਧਿਆਨੀ ਨਹੀਂ, ਮੈਂ ਤੇ ਮਹਾਰਾਜ ਤੁਹਾਨੂੰ ਪਤਾ ਹੀ ਹੈ। ਮਹਾਰਾਜ ਨੇ ਹੱਥ ਕਰਕੇ ਕਹਿੰਦੇ ਮਾਂ, ਮੈਨੂੰ ਤੇਰੇ ਅੰਦਰੋਂ ਆਵਾਜ਼ ਜੋ ਆ ਰਹੀ ਹੈ, ਮੈਨੂੰ ਸਭ ਪਤਾ ਲੱਗ ਰਿਹਾ ਕਿ ਤੂੰ ਕੀ ਕਹਿ ਰਹੀ ਸੀ। ਸ਼ਬਦਾਂ ਦੀ ਕਹਾਣੀ ਨਹੀਂ ਹੈ, ਅੰਦਰਲੀ ਗੱਲ ਹੈ। ਮਾਤਾ ਜੀ ਨੂੰ, ਮਾਂ ਨੂੰ ਮਾਰੇ ਕਹਿੰਦੇ ਅੰਦਰਲੀ ਗੱਲ ਹੈ, ਤੂੰ ਅੰਦਰੋਂ ਜੋ ਮੈਨੂੰ ਕਹਿ ਰਹੀ ਸੀ ਮਾਂ, ਮੇਰੇ ਤੱਕ ਆਵਾਜ਼ ਆ ਰਹੀ ਹੈ, ਤੂੰ ਕਹੀ ਜਾ। ਸੋ ਭਗਵਾਨ ਦੇ ਨਾਲ ਅੰਦਰੋਂ ਜੁੜੀਦਾ ਹੁੰਦਾ, ਅੰਦਰੋਂ ਦੀ ਗੱਲ ਹੈ। ਤੁਸੀਂ ਭਾਵੇਂ ਅੰਦਰ ਰੱਬ ਨੂੰ ਕੁਝ ਵੀ ਕਹਿ ਰਹੇ ਹੋ, ਜਿਵੇਂ ਝੂਠੇ ਬੇਰ ਖਵਾ ਰਹੀ ਹੈ, ਕੌਣ ਭਲਾ? ਕੌਣ? ਭਿਲਨੀ, ਸ਼ਬਰੀ, ਉਹ ਵੀ ਝੂਠੇ ਬੇਰ ਖਵਾ ਰਹੀ ਹੈ। ਕਿਹਨਾਂ ਨੂੰ? ਰਾਮ ਜੀ ਨੂੰ। ਤੇ ਰਾਮ ਜੀ ਚੁੱਪਚਾਪ ਖਾ ਰਹੇ ਨੇ। ਲਕਸ਼ਮਣ ਜੀ ਨੇ ਹੱਥ ਵੀ ਰੋਕਿਆ, ਰਾਮ ਜੀ ਨੇ ਸਿਰ ਮਾਰਿਆ, ਲਕਸ਼ਮਣ ਉਂਗਲੀ ਰੱਖੀ ਨਾ। ਜੋ ਇਹ ਕਰ ਰਹੀ ਹੈ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਹੈ, ਇਹ ਪ੍ਰੇਮਾ ਭਗਤੀ ਹੈ। ਇਸ ਸ਼ਬਦ 'ਚ ਪ੍ਰੇਮਾ ਭਗਤੀ ਆਏਗਾ? ਦੱਸਿਓ ਜਰਾ, ਅੱਗੇ ਚੱਲੋ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਫਗੁਨ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਫਲਗੁਣ, ਉਹਨੂੰ ਪੂਜੋ, ਤਿਲ ਨਾ ਤਮਾਏ। ਜਿਹਨੂੰ ਤਿਲ ਜਿੰਨਾ ਵੀ ਹੰਕਾਰ ਨਹੀਂ ਹੈਗਾ, ਤਿਲ ਜਿੰਨਾ, ਇੰਨਾ ਵੀ ਹੰਕਾਰ। ਤਿਲ ਕਿੰਨਾ ਕੁ ਹੁੰਦਾ?
ਕਿੰਨਾ ਹੁੰਦਾ ਤਿਲ? ਇੰਨਾ ਕੁ ਹੁੰਦਾ ਤਿਲ ਦਾ ਦਾਣਾ। ਇੰਨਾ ਦਿੰਦਾ, ਇੰਨਾ ਵੀ ਹੰਕਾਰ ਨਹੀਂ ਰੱਖਦਾ। ਉਹਦੀ ਭਗਤੀ ਕਰਿਆ ਕਰੋ। ਇਹ ਮਾਰੇ ਕਹਿੰਦੇ ਫੱਗੁਣ ਦੇ ਵਿੱਚ ਉਹਦੀ ਭਗਤੀ ਕਰਿਓ ਜਿਹੜਾ ਦੇਵਨਹਾਰ ਹੈ। ਦੇਵਨਹਾਰ ਦਾਤਾ ਬਣਿਆ, ਦੇਵਨ ਕਾਰਨ ਦਾਤਾ ਬਣਿਆ, ਦੇਵਨਹਾਰ ਦਾਤਾ ਬਣਿਆ। ਮੰਗਣ ਕਰਨ ਸਵਾਲੀ, ਤੈਨੂੰ ਦਾਤਾ ਕਿਸੇ ਨਹੀਂ ਕਹਿਣਾ ਜੇ ਮੈਂ ਮੁੜ ਗਿਆ ਖਾਲੀ। ਉਹ ਰੱਬ ਜਿਹੜਾ ਦੇ ਰਿਹਾ, ਦਿੰਦਾ ਦੇ, ਲੈਂਦੇ ਥੱਕ ਪਾਏ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਸੋ ਵੰਡੀ ਜਾਂਦਾ, ਦੇਈ ਜਾਂਦਾ। ਅਰੇ ਉਹਦੇ ਲੜ ਲੱਗੇ ਹੋ, ਉਹਨੂੰ ਤਿਲ ਜਿੰਨੀ ਤਮਾ ਨਹੀਂ ਹੈ। ਤਿਲ ਜਿੰਨਾ, ਤਿਲ ਮਤਲਬ ਛੋਟੀ ਜੀ ਵੀ, ਇੰਨਾ ਵੀ ਹੰਕਾਰ ਨਹੀਂ। ਮੈਂ ਤੈਨੂੰ ਦੇ ਰਿਹਾ, ਇੰਨਾ ਵੀ ਉਹਦੇ ਚ ਹੰਕਾਰ ਨਹੀਂ। ਦੇਣਾ ਦੇਣਾ ਹਰ ਕੋਈ ਆਖੇ, ਬੜਾ ਹੈ ਮੁਸ਼ਕਿਲ ਦੇਣਾ। ਉਹ ਕੋਈ ਨਹੀਂ ਦਿੰਦਾ। ਦੇਣਾ ਦੇਣਾ ਹਰ ਕੋਈ ਆਖੇ, ਬੜਾ ਹੈ ਮੁਸ਼ਕਿਲ ਦੇਣਾ। ਪਰ ਦਰਸ਼ਨ ਨੇ ਦੇ ਕੇ ਅੱਜ ਤੱਕ ਕਦੇ ਨਾ ਮਾਰਿਆ ਮੇਣਾ। ਮਾਰੇ ਨੂੰ ਕਹਿੰਦੇ ਹੁੰਦੇ ਸੀ ਲੋਕੀ ਕਿ ਤੁਸੀਂ ਤੇ ਇੰਨੇ ਦਿਆਲੂ ਹੋ। ਕੱਪੜੇ ਵੀ ਵੰਡ ਦਿੰਦੇ ਹੁੰਦੇ ਸੀ ਮਹਾਰਾਜ। ਆਪਣਾ ਲੈ ਕੇ ਸਵੈਟਰ, ਕਿਸੇ ਨੇ ਕਹਿ ਦਿੱਤਾ ਨਾ ਤੁਹਾਡਾ ਸਵੈਟਰ ਮਾਰੇ ਬੜਾ ਚੰਗਾ, ਲਾ ਕੇ ਹੁੰਦਾ ਪੁੱਤਰ ਲੈ ਜਾ, ਤੇਰਾ ਹੀ ਹੈ। ਇੱਦਾਂ ਦਾ ਸੀ ਸੁਭਾਅ। ਕਈ ਵਾਰੀ ਕਈ ਚੱਪਲਾਂ ਜੋ ਦਿਲ ਕਰਨਾ ਵੰਡੀ ਜਾਣਾ। ਤੁਹਾਨੂੰ ਨਹੀਂ ਪਤਾ ਕਿਹੜੇ ਲੜ ਲੱਗੇ ਹੋ। ਰੱਤੀ ਭਰ ਨਹੀਂ ਪਤਾ, ਥੋੜਾ ਜਿਹਾ ਵੀ ਨਹੀਂ ਪਤਾ। ਜੇ ਪਤਾ ਨਾ ਹੋਵੇ ਤਾਂ ਪਤਾ ਕਰ ਲੈਣਾ ਚਾਹੀਦਾ। ਫਿਰ ਮਜ਼ਾ ਕੁਝ ਹੋਰ ਹੈ। ਐਵੇਂ ਥੋਥਾ ਗਿਆਨ ਵਿੱਚ ਨਾ ਪਾਓ। ਇਹ ਨਹੀਂ, ਪਤਾ ਕਰੋ ਪਹਿਲਾਂ ਯਾਰ ਅਸਲੀਅਤ ਕੀ ਹੈ, ਗੱਲ ਕੀ ਹੈ। ਤੇ ਉਸ ਰੱਬ ਦੇ ਲੜ ਲੱਗਣਾ ਜਿਹਨੂੰ ਤਿਲ ਜਿੰਨੀ ਤਮਾ ਨਹੀਂ ਹੈਗੀ। ਫੱਗੁਣ ਮਹੀਨਾ ਸੁੱਖ ਦਾ ਚੜੇਗਾ ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਲੜ ਲੱਗਣਗੇ। ਉਹ ਰੂਹਾਂ ਪ੍ਰਮਾਤਮਾ ਦੇ ਲੜ ਲੱਗਣਗੀਆਂ। ਉਹ ਪ੍ਰਮਾਤਮਾ ਦੇ ਲੜ ਜਿਸ ਪ੍ਰਮਾਤਮਾ ਨੂੰ ਤਿਲ ਜਿੰਨੀ ਹੰਕਾਰ ਨਹੀਂ ਹੈ, ਤਿਲ ਜਿੰਨੀ ਤਮਾ ਨਹੀਂ ਹੈ। ਹੁਣ ਅੱਗੇ ਮਹਾਰਾਜ ਜੀ ਕੀ ਕਹਿੰਦੇ ਨੇ, ਕਿਉਂਕਿ ਇਸ ਫੱਗੁਣ ਦੇ ਮਹੀਨੇ 'ਚ ਫਿਰ ਇਸ ਤੋਂ ਬਾਅਦ 'ਚ ਇੱਕ ਸ਼ਲੋਕ ਜੋੜਿਆ ਦਾ, ਉਹ ਵੀ ਸੁਣ ਲਓ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਉਹ ਨਾਮ ਜਪਣ ਦੀ ਬੇਲਾ ਹੈ, ਨਾਮ ਜਪਣ ਕੀ बेला है, संत मिलन की बेला है ना। संत टहल की, टहल मतलब सेवा, संत की सेवा की बेला है। बेला मतलब वेला आ गया, समा आ गया, घड़ियां आ गई। सेवा करन दियां घड़ियां आ जांदियां ने, नाम जपन दियां घड़ियां आ जांदियां ने। और जप लो नाम, सुताए ते जाग बंदिया तेरा, नाम जपण दा वेला। सुताए ते जाग बंदिया तेरा, नाम जपण दा वेला। तेरा नाम जपण दा वेला। वे सुताए ते जाग बंदिया तेरा, नाम जपण दा वेला। सुताए ते जाग तेरा, नाम जपण दा, नाम जपण दा वेला तेरा, नाम जपण दा वेला। तू सुताए ते जाग बंदिया तेरा, नाम जपण दा वेला। उठ फरीदा सुत्या, झाड़ू दे मसीत। हो तू सुता रब जागदा, तू सुता रब जागदा। तेरी डाडे नाल परीत, बेसुताए ते बंदिया तेरा, नाम जपण दा वेला। सुते हुए हो तो जागो। और जागन की बरिया है, जागन का बेला है। उठ के नाम जपन का बेला है। नाम कितना जपना है, ध्यान कर लो। नाम गुरु वाले पासे, भगवान वाले पासे ध्यान करन नाल ही, जिद्दां माँ बाप अपने बच्चे का ध्यान करदियां ने, उहदा नाम नहीं लैंदियां, पप्पू छप्पू नहीं कहंदियां। की करदियां ने, की करदियां ने मावां? तुहानूं बच्चे की याद आ रही हो, की करदे हो? उहदा ध्यान कर लैंदे हो। इदां ही अपने गुरु का ते अपने भगवान का ध्यान कर लो, वही नाम बन गया बस।
ਧਿਆਨ ਕਰ ਲਓ, ਬਸ ਯਾਦ ਕਰ ਲੈਣਾ, ਬਸ ਮੈਨੂੰ ਯਾਦ ਆ ਰਹੀ ਹੈ, ਗੱਲ ਬਣ ਗਈ। ਬਸ ਫਿਰ ਆਵਾਜ਼ਾਂ ਆਪ ਹੀ ਮਾਰੋਗੇ। ਰੱਬ ਨੂੰ ਆਵਾਜ਼ ਅਸੀਂ ਕਿਉਂ ਮਾਰਦੇ ਆ? ਹੁਣ ਮੰਨ ਲਓ ਇੱਥੇ ਕੌਣ ਬੈਠਾ, ਫਲਾਣਾ ਫਲਾਣਾ, ਕਿੰਨੀ ਦੁਨੀਆ ਬੈਠੀ ਹੈ। ਚਲੋ ਹੁਣ ਮੈਂ ਆਵਾਜ਼ ਮਾਰਨ ਲੱਗਾ, ਕੋਈ ਵੀ, ਸਚਦੇਵਾ, ਇਹ ਹੱਥ ਜੋੜਤੇ ਉਹਨੇ, ਸਚਦੇਵਾ ਤੂੰ ਖੜਾ ਹੋ, ਬੜਾ ਤੂੰ ਸਚਦੇਵਾ ਹੈ, ਤੇਰਾ ਨਾਮ ਸਚਦੇਵਾ ਹੈ, ਠੀਕ ਹੈ, ਸਚਦੇਵਾ, ਇਹਦਾ ਨਾਮ ਸਚਦੇਵਾ, ਉੱਠ ਕੇ ਖੜਾ ਹੋ ਗਿਆ। ਐਦਾਂ ਹੀ ਜਦੋਂ ਭਗਵਾਨ ਨੂੰ ਤੁਸੀਂ ਆਵਾਜ਼ ਮਾਰਨੀ, ਪ੍ਰਭ ਅਬਨਾਸੀ ਵਾਹਿਗੁਰੂ, ਤੇ ਰੱਬ ਨੇ ਆ ਜਾਣਾ, ਕਹਿਣਾ ਪੁੱਤਰ ਦੱਸ ਕਿਉਂ ਬੁਲਾਉਣਾ ਮੈਨੂੰ। ਜਿੱਦਾਂ ਇਹ ਖੜਾ ਹੋ ਗਿਆ, ਇੱਦਾਂ ਰੱਬ ਨੇ ਕਹਿਣਾ ਕਿਉਂ ਪੁੱਤਰ ਬੁਲਾਉਣੇ ਆ? ਕਿਉਂਕਿ ਤੁਸੀਂ ਕਹਿ ਰਹੇ ਹੋ ਪ੍ਰਭ ਅਬਨਾਸੀ ਵਾਹਿਗੁਰੂ, ਜਿਹੜਾ ਮਰਦਾ ਨਹੀਂ ਉਹ ਹੀ ਰੱਬ ਹੈ, ਜਿਹੜਾ ਮਰ ਨਹੀਂ ਸਕਦਾ ਉਹ ਹੀ ਰੱਬ ਹੈ, ਜਿਹੜਾ ਮਰ ਨਹੀਂ ਸਕਦਾ ਉਹ ਹੀ ਰੱਬ ਹੈ, ਜਿਹਨੂੰ ਮੌਤ ਨਹੀਂ ਆਉਂਦੀ ਉਹ ਹੀ ਰੱਬ ਹੈ। ਇਹਦਾ ਇਹ ਮਤਲਬ ਹੈ, ਜਿਹੜਾ ਅਥਾਰਟੀ ਦਾ ਮਾਲਕ ਹੈ ਉਹ ਹੀ ਰੱਬ ਹੈ, ਜਿਹੜਾ ਪ੍ਰਭਤਾ ਰੱਖਦਾ ਉਹ ਹੀ ਮਾਲਕ ਹੈ, ਜਿਹੜਾ ਮਰ ਨਹੀਂ ਸਕਦਾ ਉਹ ਹੀ ਰੱਬ ਹੈ। ਪ੍ਰਭ ਅਬਨਾਸੀ ਵਾਹਿਗੁਰੂ, ਜਿਹੜਾ ਸਦਾ ਸਦਾ ਲਈ ਹੈ। ਉਹਨੇ ਖੜਾ ਹੋ ਜਾਣਾ ਤੁਹਾਡੇ ਅੱਗੇ, ਹਾਂ ਪੁੱਤਰ ਦੱਸ ਕੀ ਗੱਲ ਹੈ। ਉਹ ਏਦਾਂ ਆਵਾਜ਼ਾਂ ਮਾਰੀਦੀਆਂ ਨੇ ਰੱਬ ਨੂੰ, ਇਹਨੂੰ ਕਹਿੰਦੇ ਰੱਬ ਨੂੰ ਆਵਾਜ਼ ਮਾਰਨੀ, ਧਿਆਨ ਕਰਨਾ, ਫਿਰ ਰੱਬ ਨੂੰ ਆਵਾਜ਼ ਮਾਰਨੀ, ਪੁਕਾਰਨਾ, ਮਹਾਰਾਜ ਜੀ ਤੁਸੀਂ ਕਿੱਥੇ ਹੋ, ਗੱਲਾਂ ਕਰੋ ਇੱਥੋਂ, ਕਿੱਥੇ ਹੋ ਮੇਰਾ ਮਾਲਕ, ਕਿੱਥੇ, ਮੈਨੂੰ ਵੇਖਣ ਦੀ ਬੜੀ ਇੱਛਾ ਹੈ, ਕਿੱਥੇ ਬੈਠੇ ਹੋ ਮਹਾਰਾਜ, ਮੈਂ ਤੁਹਾਨੂੰ ਲੱਭ ਰਹੀ ਹਾਂ, ਢੂੰਡ ਰਹੀ ਹਾਂ ਮਹਾਰਾਜ, ਮੈਂ ਜੁਗਾ ਜਗੰਤ ਤੜਪ ਰਹੀ ਹਾਂ ਮਹਾਰਾਜ, ਕਿੰਨਾ ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ, ਕਿਰਪਾ ਕਰੋ ਮੇਰੇ ਸੁਆਮੀ, ਮੈਨੂੰ ਦਰਸ਼ਨ ਦਿਓ। ਫਿਰ ਵੇਖੋ ਕਿਰਪਾ ਕਿੱਦਾਂ ਕਰਦਾ। और तड़पोगे तो मिलेगा, कहोगे तो मिलेगा, कहोगे तो आएगा। ਉਹਨੂੰ ਕਦੇ ਉਹਨੂੰ ਪੁਕਾਰੋ, ਆਵਾਜ਼ ਮਾਰੋ, ਉਹਨੂੰ ਹੀ ਨਾਮ ਕਹਿੰਦੇ ਨੇ, ਨਾਮ ਜਪਣਾ। ਸੁਤਾਏ ਤੇ ਜਾਗ ਬੰਦਿਆ, ਤੇਰਾ ਨਾਮ ਜਪਣ ਦਾ ਵੇਲਾ। ਅੱਗੇ ਜਿਨੇ ਜਿਨ ਨਾਮ ਧਿਆਇਆ, ਤਿਨਕੇ ਕਾਜ ਸਰੇ ਸ਼ਬਦ ਨੇ। ਇਹ ਫੱਗੁਣ ਮਹੀਨੇ ਦੇ ਬਾਅਦ ਮਹਾਰਾਜ ਨੇ ਸ਼ਲੋਕ ਲਿਖਿਆ, 12 ਮਾਹ ਦੇ ਵਿੱਚ ਸ਼ਲੋਕ ਹੈ, ਆਖਰੀ ਸ਼ਲੋਕ ਹੈ 12 ਮਾਹ ਦਾ, 12 ਮਹੀਨੇ ਦਾ, ਬੜਾ ਕੀਮਤੀ ਸ਼ਲੋਕ ਹੈ। ਜਿਨ ਜਿਨ ਨਾਮ ਧਿਆਇਆ, ਤਿਨਕੇ ਕੇ ਕਾਜ ਸਰੇ। ਤਿੰਨਾਂ ਦੇ ਕਾਜ ਸਰ ਗਏ। ਤੁਸੀਂ ਨਾਮ ਜਪ ਕੇ ਵੇਖੋ, ਤੁਹਾਡਾ ਕਲਿਆਣ ਹੋ ਗਿਆ। ਇਹਦਾ ਇਹ ਅਰਥ ਹੈ। ਤੁਸੀਂ ਨਾਮ ਜਪ ਕੇ ਤੇ ਵੇਖੋ, ਉਹਨਾਂ ਦੇ ਕੰਮ ਬਣ ਗਏ ਜਿਨ੍ਹਾਂ ਨੇ ਨਾਮ ਜਪਿਆ। ਅੱਗੇ ਹਰ ਗੁਰ ਪੂਰਾ ਆਰਾਧਿਆ, ਦਰਗਹਿ ਸਚ ਖਰੇ। ਹਰ ਗੁਰੂ ਪੂਰਾ ਆਰਾਧਿਆ, ਦਰਗੇ ਸੱਚ ਖੜੇ। ਉਸ ਘਰ ਦੇ ਵਿੱਚ ਖੜਾ ਕਰਨ ਵਾਲਾ ਤੁਹਾਨੂੰ ਬਣਾਤਾ ਗੁਰੂ ਨੇ। ਕਿਹੜੇ ਗੁਰੂ ਨੇ? ਪੂਰੇ ਗੁਰੂ ਨੇ। ਪੂਰੇ ਗੁਰੂ ਦੇ ਲੜ ਲੱਗ ਜਾਓ, ਤੁਹਾਨੂੰ ਉੱਥੇ ਲੈ ਜਾਏਗਾ ਸਿੱਧਾ ਖਿੱਚ ਕੇ। ਅੱਗੇ ਸਰਬ ਸੁਖਾ ਨਿਦ ਚਰਨ ਹਰ, ਪਉ ਜਲ ਬਿਖਮ ਤਰੇ। ਬਿਖਮ ਤਰੇ, ਪਉ ਜਲ, ਚਰਨ ਕਮਲ, ਚਰਨਾਂ ਦੀ ਪ੍ਰੀਤ ਮਿਲ ਜਾਣੀ। ਚਰਨਾਂ ਨਾਲ ਮਹਾਰਾਜ ਨੇ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਦੇਣਾ। ਸਭ ਕੁਝ ਤੁਹਾਡਾ ਐਨ ਸਭ ਸੁਧਾਰ ਆ ਜਾਣਾ। ਜੀਵਨ 'ਚ ਇੱਕਦਮ ਦੁੱਖ ਤਕਲੀਫਾਂ ਸਾਰੀਆਂ ਮੁੱਕੀ ਜਾਣੀਆਂ, ਰਸਤੇ ਸਾਰੇ ਖੁੱਲ ਜਾਣੇ ਨੇ ਜੀ। ਪ੍ਰੇਮ ਭਗਤ ਤਿਨ ਪਾਇਆ, ਬਿਖਿਆ ਨਾਹੀ ਜ਼ਰੇ। ਪ੍ਰੇਮ ਭਗਤ ਜਿਨ ਪਾਇਆ, ਵਿਖਿਆ ਨਾਹੀ ਜਰੇ। ਵਿਖਿਆ ਦਾ ਮਤਲਬ ਵਿਸ਼ਵਕਾਰ। ਜਿਨ੍ਹਾਂ ਦੇ ਅੰਦਰ ਪ੍ਰੇਮ ਭਗਤੀ ਚੱਲ ਪਈ, ਉਹਨਾਂ ਦਾ ਵਿਸ਼ਵਕਾਰ ਮੁੱਕ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਗਿਆ, ਖਤਮ ਹੋ ਗਿਆ। ਔਰ ਉਹ ਝੂਠ ਸਭ ਗੰਦਮੰਦ ਨਿਕਲ ਗਿਆ ਜਦੋਂ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕਿਹੜੀ ਹੈ? ਉਹ ਜਿਹੜੀ ਮੈਂ ਭਗਤੀ ਦੀ ਗੱਲ ਕਰ ਰਿਹਾ ਹਾਂ। ਬੀਬੀ ਕਹਿੰਦੀ ਹੈ ਤੂੰ ਪਤਿਤ ਮੈਂ ਪਤਿਤ ਪਾਵਨ। ਉਹ ਇੱਕ ਸ਼ਬਰੀ ਕਹਿੰਦੀ, ਭਿਲਨੀ ਕਹਿੰਦੀ ਹੈ ਮਹਾਰਾਜ ਨੂੰ, ਰਾਮਚੰਦਰ ਜੀ ਨੂੰ ਕੀ ਖਵਾਉਂਦੀ ਹੈ? ਬੇਰ ਝੂਠੇ। ਤੇ ਫਿਰ ਇੱਕ ਵਿਦੁਰ ਦੀ ਵੋਟੀ, ਵਿਦੁਰ ਹੈ ਉਹਨਾਂ ਦੀ ਪਤਨੀ, ਇਸ਼ਨਾਨ ਕਰਦੀ ਕਰਦੀ
ਇਸ਼ਨਾਨ ਕਰ ਰਹੀ ਸੀ, ਪਤਾ ਲੱਗ ਗਿਆ ਕ੍ਰਿਸ਼ਨ ਮਹਾਰਾਜ ਜੀ ਆ ਗਏ ਨੇ। ਉਹਨੂੰ ਇੰਨਾ ਚੇਤਾ ਭੁੱਲ ਗਿਆ, ਆਪਣੇ ਕੱਪੜੇ ਪਾਣੇ ਭੁੱਲ ਗਈ। ਇੰਨੀ ਮਤਲਬ ਭਗਤੀ ਰਸ ਵਿੱਚ ਜਾ ਚੁੱਕੀ ਸੀ, ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕੱਪੜੇ ਪਾਏ ਨੇ ਕਿ ਨਹੀਂ। ਇਦਾਂ ਹੀ ਬਾਹਰ ਆ ਗਈ। ਮਹਾਰਾਜ ਨੇ ਆਪਣੀ ਕਿਰਪਾ ਨਾਲ ਉਹਦਾ ਤਨ ਢੱਕਿਆ। ਮਹਾਰਾਜ ਕਹਿੰਦੇ ਨੇ, ਬੀਬੀ ਇੰਨਾ ਪਿਆਰ, ਆਪਣਾ ਧਿਆਨ ਨਹੀਂ। ਉਦੋਂ ਵੀ ਉਹਨੂੰ ਪਤਾ ਨਹੀਂ ਲੱਗਦਾ। ਉਹ ਕਹਿੰਦੀ ਹੈ, ਮਹਾਰਾਜ ਜੀ ਮੈਂ ਤੇ ਭਗਵਾਨ ਦੇ ਦਰਸ਼ਨ ਕਰ ਰਹੀ ਹਾਂ, ਬਸ ਪਾਗਲ ਹੋ ਗਈ ਮੈਂ ਤੁਹਾਡੇ ਦਰਸ਼ਨ ਕਰਕੇ। ਭਗਵਾਨ ਹੈ ਮੇਰੇ ਸਾਹਮਣੇ ਤੇ ਮੈਨੂੰ ਆਪਣਾ ਚੇਤਾ ਰਵੇ, ਇਹ ਹੋ ਨਹੀਂ ਸਕਦਾ। ਫਿਰ ਉਹਨੇ ਕੀ ਕੀਤਾ, ਖਵਾਉਣ ਵਾਸਤੇ ਭਗਵਾਨ ਨੂੰ ਕੇਲੇ, ਕਿ ਮੈਂ ਭੱਜ ਕੇ ਜਾ ਕੇ ਤੁਹਾਨੂੰ ਕੁਝ ਖਵਾਵਾਂ। ਤੇ ਮਹਾਰਾਜ ਨੇ ਕੇਲੇ ਰੱਖਣ ਵਾਸਤੇ ਉਹਨੇ ਕੀ ਕੀਤਾ, ਕੇਲੇ ਅੰਦਰੋਂ ਬੀਜ ਕੱਢੇ ਕੇਲਿਆਂ ਦਾ, ਭਾ ਕੇ ਬਾਹਰ ਮਾਰੇ ਤੇ ਛਿਲਕਾ ਮਾਰੇ ਨੂੰ ਫੜਾ ਦੇ। ਇੰਨੀ ਕਮਲੀ ਹੋਈ ਪਈ ਸੀ ਉਹ। ਮਹਾਰਾਜ ਉਹੀ ਖਾ ਗਏ। ਅਰੇ ਪ੍ਰੇਮਾ ਭਗਤੀ। ਤੇ ਕ੍ਰਿਸ਼ਨ ਨੇ ਸਿਰ ਤੇ ਹੱਥ ਧਰ ਕੇ ਐਵੇਂ ਨਹੀਂ ਕਹਿਤਾ, ਜਾ ਤੇਰਾ ਬੇੜਾ ਪਾਰ ਹੋਏਗਾ, ਜਾ ਤੈਨੂੰ ਉੱਥੇ ਵੀ ਥਾਂ ਮਿਲੇਗੀ, ਇੱਥੇ ਵੀ ਥਾਂ ਮਿਲੇਗੀ। ਇੰਨੀ ਕੁ ਭਗਤੀ ਨਾਲ ਕ੍ਰਿਸ਼ਨ ਦਿਆਲ ਹੋ ਗਿਆ। ਉਹ ਭਾਈ ਤੁਹਾਨੂੰ ਆਪ ਵੇਖਣਾ ਚਾਹੀਦਾ ਤੁਹਾਡੇ 'ਚ ਭਗਤੀ ਕਿਹੋ ਜਿਹੀ ਹੈ। ਲੁੱਟ ਲੋ ਰੱਬ ਨੂੰ, ਲੂਟ ਸਕੇ ਤਾਂ ਲੂਟ ਰਾਮ ਨਾਮ ਕੀ ਲੂਟ, ਫਿਰ ਪਾਛੇ ਪਛਤਾਏਗਾ, ਪ੍ਰਾਣ ਜਾएंगे छूट। ਲੁੱਟ ਲੋ, ਤਗੜੇ ਹੋ ਕੇ ਲੁੱਟ ਲੋ, ਪਿਆਰ ਕਰੋ ਤੇ ਲੁੱਟ ਲੋ, ਰੱਬ ਪਿਆਰ ਨਾਲ ਲੁੱਟਿਆ ਜਾਵੇਗਾ। ਪ੍ਰੇਮਾ ਭਗਤੀ ਜੀ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਝੂਠ ਲੱਥ ਗਿਆ, ਦੁਬਿਧਾ ਸਾਰੀ ਮੁੱਕ ਗਈ, ਸਭ ਕੁਝ ਠੀਕ ਹੋ ਗਿਆ। ਝੂਠ ਵੀ ਮੁੱਕ ਜਾਂਦਾ, ਗੁਰੂ ਦੇ ਲੜ ਲੱਗਣ ਨਾਲ ਝੂਠ ਖਤਮ ਹੋ ਜਾਂਦਾ, ਦੁਬਿਧਾਵਾਂ ਖਤਮ ਹੋ ਜਾਂਦੀਆਂ ਨੇ, ਲੜ ਮਿਲ ਜਾਂਦਾ, ਭਗਤੀ ਮਿਲ ਜਾਂਦੀ, ਸਾਰਾ ਕੁਝ ਮਿਲ ਜਾਂਦਾ। ਅੱਗੇ ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਤਰੇ। ਪਾਰ ਬ੍ਰਹਮ ਨੂੰ ਯਾਦ ਕਰਨ ਦਾ, ਸੇਵਨ ਦਾ ਸਾਡਾ ਜਿਹੜਾ ਮਨ ਰੂਪੀ ਖਿਆਲ ਹੈ, ਉਹ ਸਾਡਾ ਮਾਰੇ ਜੁੜ ਜਾਂਦਾ, ਕਿਉਂਕਿ ਮਨ ਨੂੰ ਗੁਰੂ ਹੀ ਠੀਕ ਕਰਦਾ, ਪਾਰ ਬ੍ਰਹਮ ਹੀ ਠੀਕ ਕਰਦਾ। ਪਾਰ ਬ੍ਰਹਮ ਵਾਲੇ ਪਾਸੇ ਮਨ ਲੱਗਣ ਲੱਗ ਪੈਂਦਾ। ਮਨ ਮਾਨਿਆ ਤਾਂ ਹਰ ਜਾਣਿਆ, ਮਨ ਮੰਨ ਗਿਆ ਤੇ ਰੱਬ ਜਾਣ ਪਿਆ। ਰੱਬ ਕੀ ਚੀਜ਼ ਹੈ, ਕਿਉਂਕਿ ਮਨ ਨੂੰ ਮਨਾਉਣਾ ਪੈਂਦਾ। ਮਨ ਨਾ ਮੰਨੇ ਛੱਡ ਪਰਾਂ। ਤਾਂ ਹੀ ਕਿ ਬੰਦੇ, ਬਹੁਤੇ ਬੰਦੇ ਇੱਥੇ ਕੀ ਨੇ, ਉਹ ਸਾਡਾ ਨਹੀਂ ਮਨ ਮੰਨਦਾ। ਮਨ ਨਾ ਮੰਨੇ ਤੇ ਰੱਬ ਸਾਹਮਣੇ ਖਲੋਤਾ ਤਾਂ ਵੀ ਨਹੀਂ ਪਤਾ ਲੱਗਣਾ। ਤੇ ਜੇ ਮਨ ਮੰਨ ਗਿਆ ਤੇ ਰੱਬ ਨਾ ਵੀ ਹੋਵੇ ਤੇ ਰੱਬ ਨੂੰ ਪ੍ਰਗਟ ਕੀਤਾ ਜਾ ਸਕਦਾ। ਮਨ 'ਚ ਇਹੋ ਜਿਹੀ ਤਾਕਤ ਹੈ। ਪਾਰ ਬ੍ਰਹਮ 'ਚ ਮਨ ਖੁੱਬਣ ਲੱਗ ਪੈਂਦਾ। ਅੱਗੇ ਮਾਹ ਦਿਵਸ ਮੂਰਤ ਪਲੇ, ਜਿਸ ਕੋ ਨਦਰ ਕਰੇ। ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਇਹ ਆਖਰੀ ਹੁਣ ਇੱਥੇ ਹੀ ਮਹਾਰਾਜ ਨੇ ਸਮਾਪਤੀ ਕਰਤੀ। ਮਹਾਂ ਦਿਵਸ ਮੂਰਤ ਭਲੇ, ਉਹ ਦਿਨ ਭਾਗਾਂ ਵਾਲੇ ਨੇ, ਹਰ ਮਹੂਰਤ ਭਾਗਾਂ ਵਾਲਾ ਹੈ। ਉਹ ਦਿਵਸ ਮਹੂਰਤ, ਘੜੀਆਂ, ਮਹੂਰਤ ਮਤਲਬ ਮਹੂਰਤ, ਦਿਨ ਮਹੂਰਤ ਸਭ ਸਫਲ ਹੈ ਜਿਹਦੇ ਤੇ ਭਗਵਾਨ ਮਹਾਰਾਜ ਦੀ, ਗੁਰੂ ਦੀ ਨਜ਼ਰ ਹੋ ਜੇ, ਭਗਵਾਨ ਦੀ ਨਜ਼ਰ ਹੋ ਜੇ। ਜਿੱਥੇ ਗੁਰੂ ਨੇ ਨਜ਼ਰ ਕਰਤੀ, ਰਹਿਮਤ ਕਰਤੀ, ਸਾਰਾ ਕੁਝ ਹੋ ਜੇ। ਹੁਣ ਆਖਰੀ ਅੱਗੇ ਇਹਦੇ ਨਾਲ ਜੁੜਿਆ ਹੋਇਆ ਸ਼ਬਦ ਹੈ, ਉਹ ਸੁਣ ਲਓ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਹੁਣ ਸਾਨੂੰ ਦਰਸ਼ਨ ਦੇ ਦਿਓ ਬਸ। ਮਹਾਰਾਜ ਤੁਸੀਂ ਸਾਡਾ ਸਾਰਾ ਕੁਝ ਠੀਕ ਕਰਤਾ, ਰਿਹਾ ਹੀ ਕੁਝ ਨਹੀਂ। ਜਿਹੜਾ ਮੰਗਣ ਵਾਲਾ ਕੰਮ ਹੈ, ਮਹਾਰਾਜ ਨੇ ਸਾਰੀ ਦੁਵਿਧਾ ਖਤਮ ਕਰਤੀ, ਝੂਠ ਦੂਰ ਕਰਤਾ, ਕਲਾ ਕਲੇਸ਼ ਦੂਰ ਕਰ ਦਿੱਤਾ, ਪਾਪ ਹਰ ਲੇ, ਚਰਨਾਂ ਨਾਲ ਲਾ ਲਿਆ। ਇਸ ਮਹੀਨੇ ਦਾ ਤੇ ਬੜਾ ਹੀ ਸੁੰਦਰ ਵਾਕ ਹੈ, ਬੜਾ ਹੀ ਸੁੰਦਰ ਮਹਾਰਾਜ ਨੇ ਸਮਝਾਇਆ।
ਤੇ ਸਭ ਕੁਝ ਦੇ ਦਿੱਤਾ। ਅੱਜ ਤੁਹਾਨੂੰ ਮਾਲੋ ਮਾਲ ਕਰਤਾ ਮਹਾਰਾਜ ਨੇ, ਤੁਹਾਡਾ ਸਾਰਾ ਪਾਪ ਮੁਕਾਤੇ, ਝੂਠ ਮੁਕਾਤਾ, ਗਲਤੀਆਂ ਮਾਫ ਕਰਤੀਆਂ ਨੇ, ਗੁਨਾਹ ਮਾਫ ਕਰਤੇ ਨੇ, ਪ੍ਰੇਮਾ ਭਗਤੀ ਝੋਲੀ ਚ ਪਾਤੀ ਹੈ। ਇਹ ਵੀ ਹੁਕਮ ਕਰਤਾ ਲੁੱਟ ਲਓ ਰੱਬ ਨੂੰ, ਗੁਰੂ ਨੂੰ, ਪੂਰਾ ਗੁਰੂ ਪ੍ਰਾਪਤ ਕਰ ਲਓ, ਆਪਣਾ ਰਸਤਾ ਸਾਫ਼ ਕਰ ਲਓ। ਇਹ ਵੀ ਦੱਸ ਦਿੱਤਾ ਵਾ ਕਿ ਆਪਣੇ ਮਨ ਨੂੰ ਸਵੇਰੇ ਉੱਠ ਕੇ ਚੰਗੇ ਚੰਗੇ ਵਿਚਾਰ ਪੈਦਾ ਕਰੋ ਤਾਂ ਕਿ ਸਾਰਾ ਦਿਨ ਚੰਗਾ ਨਿਕਲੇ। ਗਲਤ ਮਤ ਮਤ ਸੋਚੋ। ਇੰਨਾ ਕੁਝ ਮਿਲ ਗਿਆ, ਅੱਜ ਭੰਡਾਰ ਭਰੇ ਗਏ ਨੇ, ਹੋਰ ਕੀ ਚਾਹੀਦਾ? ਆ ਮੌਜਾਂ ਲਵੋ ਤੁਸੀਂ ਸਾਰੇ। ਤੇ ਆਖਰੀ ਚ ਇੱਕੋ ਚੀਜ਼ ਚਾਹੀਦੀ ਹੈ, ਉਹ ਚਾਹੀਦਾ ਦਰਸ਼ਨ। ਤੇਰੇ ਦਰਸ਼ਨ ਕੋ ਬਲਿਹਾਰੇ, ਤੇਰੇ ਦਰਸ਼ਨ ਕੋ, ਤੇਰੇ ਦਰਸ਼ਨਾਂ ਦੀ ਭੁੱਖ ਹੈ ਹੁਣ ਮਹਾਰਾਜ ਜੀ। ਹੁਣ ਫਟਾਫਟ ਦਰਸ਼ਨ ਦੇ ਦਿਓ ਸਾਨੂੰ। ਕੀ ਕਰੋ ਹੁਣ? ਮੇਰਾ ਵਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ। ਸਾਨੂੰ ਹੁਣ ਆਪਣੇ ਕੋਲ ਰੱਖ ਬਸ। ਹੁਣ ਆਪਣੇ ਤੇ ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਦਰਸ਼ਨ ਦੇ ਦੇ, ਫਟਾਫਟ ਦਰਸ਼ਨ ਦੇ ਦੇ, ਦਰਸ਼ਨ ਦੇ ਦਿਓ ਮਹਾਰਾਜ ਜੀ, ਦਰਸ਼ਨ ਦੇ ਦਿਓ। ਤੜਪ ਰਹੇ ਹਾਂ ਹੁਣ ਅਸੀਂ, ਦਰਸ਼ਨ ਦੇ ਦਿਓ ਬਸ। ਹੁਣ ਦਰਸ਼ਨਾਂ ਦੀ ਭੁੱਖ ਹੈਗੀ ਕਿ ਨਹੀਂ ਹੈਗੀ? ਹੁਣ ਬਸ ਇਹ ਚੀਜ਼ ਚਾਹੀਦੀ, ਮਹਾਰਾਜ ਦਰਸ਼ਨ ਦੇ ਦਿਓ। ਬੜਾ ਕੋਈ ਤੁਸੀਂ ਦੇ ਦਿੱਤਾ, ਹੁਣ ਦਰਸ਼ਨ ਵੀ ਦੇ ਦਿਓ। ਬਸ ਇਹਦੀ ਤੜਪ ਰੱਖੋ। ਜਾਓ, ਮਹਾਰਾਜ ਤੁਹਾਡੇ ਤੇ ਕਿਰਪਾ ਰਹਿਮਤ ਕਰਨ। ਸਾਡੇ ਅੱਜ ਦਾ ਸਮਾਗਮ, ਅੱਜ ਦਾ ਜਿਹੜਾ ਦਿਹਾੜਾ ਹੈ, ਇਹ ਖੁਸ਼ੀਆਂ ਵਾਲਾ ਦਿਹਾੜਾ ਹੈ। ਭਗਤ ਰਵਿਦਾਸ ਜੀ ਕੋਲੋਂ ਵੀ ਇਹੀ ਮੰਗਣਾ ਹੈ ਕਿ ਜਿੱਦਾਂ ਤੁਹਾਨੂੰ ਮਹਾਰਾਜ ਨੇ, ਜਿੱਦਾਂ ਤੁਸੀਂ ਰੱਬ ਨੂੰ ਮਨਾਇਆ ਔਰ ਰੱਬ ਕੋ ਪਹੁੰਚੇ ਹੋ, ਰੱਬ ਦੀ ਕਿਰਪਾ ਹੋਈ, ਕਿਤੇ ਸਾਡੇ ਤੇ ਵੀ ਇਦਾਂ ਹੀ ਕਿਰਪਾ ਹੋ ਜਾਏ, ਸਾਡਾ ਵੀ ਕਲਿਆਣ ਹੋ ਜਾਏ। ਕਿਤੇ ਸਾਨੂੰ ਵੀ ਚਰਨਾਂ 'ਚ ਜਗ੍ਹਾ ਦੇ ਦਿਓ ਬਸ ਥੋੜੀ ਜਿਹੀ। ਠੀਕ ਹੈ ਜੀ। ਮਹਾਂਪੁਰਖੋ, ਤਗੜੇ ਹੋ, ਆਪਣੇ ਅੰਦਰੋਂ ਤਗੜੇ ਬਣੋ। ਬਸ ਇਹ ਜਨਮ ਸਫਲ ਕਰੋ, ਇਹ ਘੜੀਆਂ ਸਫਲ ਕਰੋ, ਚੰਗੇ ਚੰਗੇ ਵਿਚਾਰ ਲੈ ਕੇ ਆਓ, ਬਸ ਭਗਤੀ ਕਰੋ ਮਹਾਰਾਜ ਦੀ।